ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵਿੱਚ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਮੰਗਲਵਾਰ ਅਸੀਂ ਭੱਟਾਂ ਦੇ ਸਵਈਆਂ ਦੀ ਸੰਥਿਆ, ਗੁਰਬਾਣੀ ਵਿਆਕਰਨ ਦੇ ਨਿਯਮ, ਉਚਾਰਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਪਾਸੋਂ ਸਰਵਣ ਕਰਦੇ ਹਾਂ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਵਿੱਚ ਹਾਜ਼ਰ ਹਨ। ਅਸੀਂ ਸਵਈਏ ਮਹੱਲੇ ਪੰਜਵੇਂ ਕੇ ਦੀ ਵਿਚਾਰ ਕਰ ਰਹੇ ਹਾਂ। ਪਹਿਲੇ 5 ਸਵਈਆਂ ਦੀ ਵਿਚਾਰ ਕਰ ਚੁੱਕੇ ਹਾਂ। 6ਵਾਂ ਸਵਈਆ ਜੈ ਜੈਕਾਰ ਚਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ। ਇੱਥੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਰਪਾ ਕਰਕੇ ਅੱਜ ਦੀ ਵਿਚਾਰ ਆਰੰਭ ਕਰਨ ਦੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सिख मिशनरी कॉलेज के चेयरमैन सरदार हरजीत सिंह जी ਅਤੇ ਉਹਨਾਂ ਦੇ ਸਾਰੇ ਵਿਦਵਾਨ ਗੁਰਮੁਖਾਂ ਦੀ ਟੀਮ ਨੂੰ, ਇਸ ਕਲਾਸ ਵਿੱਚ ਹਾਜ਼ਰ ਸਾਰੇ ਹੀ ਗੁਰਮੁਖ ਪਿਆਰੇ ਜੋ ਇਸ ਸਰਕਲ ਨਾਲ ਵੀ ਜੁੜੇ ਨੇ ਅਤੇ ਇਸ ਕਲਾਸ ਨਾਲ ਵੀ ਜੁੜੇ ਹੋਏ ਨੇ, ਉਹਨਾਂ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੱਟ ਕਲਸਹਾਰ ਜੀ ਦੇ ਪਾਵਨ ਮੁਹਾਰਬਿੰਦ ਤੋਂ ਉਚਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਿਫਤ ਸਲਾਹ ਦੇ ਸਵਈਆਂ ਦੀ ਵਿਚਾਰ ਵਿੱਚ ਅੱਜ ਅਸੀਂ 5ਵੇਂ ਸਵਈਏ ਤੋਂ ਇਹ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਸਵਈਏ ਦਾ ਪਾਠ ਕਰ ਲਵਾਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ। ਗੁਰਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ। ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ। ਗੁਰਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ। ਭੈ ਪੰਜਨ ਪਰ ਪੀਰ ਨਿਵਾਰਨ ਕੱਲੇ ਸਹਾਰ ਤੋਹੇ ਜਸ ਬਖਤਾ। ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ। ਭੈ ਭੰਜਨ ਪਰ ਪੀਰ ਨਿਵਾਰਨ ਕੱਲੇ ਸਹਾਰ ਤੋਹੇ ਜਸ ਬਖਤਾ। ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੱਟ ਕਲਸਹਾਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 6ਵੇਂ ਸਵਈਏ ਦੀ ਵਿਚਾਰ। ਜੈ ਜੈਕਾਰ ਜਾਸ ਜਗ ਅੰਦਰ। ਜੈ ਜੈਕਾਰ, ਕਾਰ ਦਾ ਅਰਥ ਹੁੰਦਾ ਲਗਾਤਾਰ, ਇੱਕ ਰਸ, ਕੰਟੀਨਿਊਸਲੀ, ਲਗਾਤਾਰ ਜਿਹਨੂੰ ਅਸੀਂ ਆਖਦੇ ਹਾਂ। ਔਰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਆਰੰਭਤਾ ਵਿੱਚ ਹੀ ਪਾਠ ਕਰਦੇ ਹਾਂ ਇੱਕ ਓੰਕਾਰ, ਉਹ ਓਮ ਇੱਕ ਤੇ ਹੈ, ਕਾਰ ਮੈਨੇ ਉਹ ਲਗਾਤਾਰ ਵਿਆਪਕ ਹੈ। ਅਸੀਂ ਪੜ੍ਹਦੇ ਹਾਂ ਨੰਨਾ ਕਾਰ ਨਾ ਕੋਈ ਕਰਈ, ਨੰਨਾ ਕਾਰ ਮੈਨੇ ਲਗਾਤਾਰ, ਕੰਟੀਨਿਊਸਲੀ, ਨਾ ਕੰਟੀਨਿਊਸਲੀ, ਨਾ ਨਾ ਨਾ, ਲਗਾਤਾਰ ਨਾ, ਉਹਨੂੰ ਕਹਿੰਦੇ ਨਨਾਕਾਰ। ਇਹ ਲਫ਼ਜ਼ ਗੁਰਬਾਣੀ ਚ ਬਹੁਤ ਥਾਵਾਂ ਤੇ ਆਇਆ ਹੈ। ਜਾਂ ਅਸੀਂ ਪੜ੍ਹਦੇ ਹੈਗੇ ਹਾਂ ਧੁਨਕਾਰ, ਪੰਜ ਸ਼ਬਦ, ਧੁਨਕਾਰ, ਧੁਨ ਤੈ ਬਾਜੈ ਸ਼ਬਦ ਨਿਸ਼ਾਨ। ਧੁਨਕਾਰ ਮੈਨੇ ਲਗਾਤਾਰ ਧੁਨ, ਲਗਾਤਾਰ ਇੱਕ ਰਸ, ਅਤੁੱਟ ਆਵਾਜ਼। ਅਸੀਂ ਪੜ੍ਹ ਕੇ ਗਏ ਹਾਂ ਕਿੰਕਨੀ ਸ਼ਬਦ ਚਨਤਕਾਰ ਖੇਲਤਾ ਹੈ ਜੀਓ, ਚਨਤਕਾਰ, ਲਗਾਤਾਰ ਇੱਕ ਰਸ, ਸੋਹਣੀ ਆਵਾਜ਼। ਇਸੇ ਤਰ੍ਹਾਂ ਅਸੀਂ ਪੜ੍ਹਦੇ ਹੈਗੇ ਹਾਂ ਦਇਆ ਧਾਰੀ ਤਿਨ ਧਾਰਨਹਾਰ, ਬੰਧਨ ਤੇ ਹੋਈ ਛੁਟਕਾਰ, ਮੇਘ ਸਮੈ ਮੋਰ ਨਿਰਤਕਾਰ, ਲਗਾਤਾਰ ਨਿਰਤ ਕਰਨਾ, ਲਗਾਤਾਰ।
ਨਿਰਤਕਾਰ ਜਾਂ ਸਹਿਜੇ ਰੁਣ ਝੁਣਕਾਰ ਸੁਹਾਇਆ, ਲਗਾਤਾਰ ਰੁਣ ਝੁਣ, ਲਗਾਤਾਰ ਰੁਣ ਝੁਣ, ਰੁਣ ਝੁਣ ਕਾਰ, ਕਾਰ ਮੈਨੇ ਲਗਾਤਾਰ। ਜੈ ਜੈਕਾਰ ਕਰੇ ਤੁਧ ਭਾਵੇਂ, ਗੁਰ ਕੈ ਸ਼ਬਦ ਅਮੁੱਲੇ, ਲਗਾਤਾਰ ਜੈ 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 ਜੈ। ਉਹਨੂੰ ਆਖਦੇ ਨੇ ਲਗਾਤਾਰ ਨੂੰ ਕਾਰ ਲਫ਼ਜ਼ ਵਰਤਿਆ ਜਾਂਦਾ ਹੈ। ਕਾਰ ਦਾ ਅਰਥ ਲਕੀਰ ਹੁੰਦਾ ਹੈ। ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਲੋਕ ਚੌਂਕਾ ਸੁੱਚਾ ਕਰਦੇ ਸਨ, ਉਸ ਚੌਂਕੇ ਵਿੱਚ ਕਾਰ ਖਿੱਚ ਲੈਂਦੇ ਸਨ, ਲਕੀਰ। ਤੇ ਲਕੀਰ ਦਾ ਮਤਲਬ ਹੈ ਕੰਟੀਨਿਊਸਲੀ ਚਲੇ ਜਾਣਾ, ਕੰਟੀਨਿਊਸਲੀ ਲਕੀਰ ਖਿੱਚ ਦੇਣੀ ਮੈਨੇ, ਲਗਾਤਾਰ ਇਹੀ ਚੀਜ਼। ਤੇ ਪੰਜਾਬੀ ਵਿੱਚ ਜਿਵੇਂ ਇੰਗਲਿਸ਼ ਦੇ ਵਿੱਚ ਐਸ ਪਾ ਦਿੱਤਾ ਜਾਂਦਾ ਹੈ, ਜਾਂ ਗੁਰਬਾਣੀ ਵਿੱਚ ਆਵਾਜ਼ ਨੂੰ ਲਮਕਾਉਣ ਵਾਸਤੇ ਅਖੀਰ ਤੇ ਐੜਾ ਲਗਾ ਦਿੱਤਾ ਜਾਂਦਾ ਹੈ, ਉਦਾਂ ਹੀ ਲਗਾਤਾਰ ਨੂੰ ਕਰਨ ਵਾਸਤੇ ਜਾਂ ਤੇ ਲਕੀਰ ਖਿੱਚੀ ਜਾਂਦੀ ਜਾਂ ਕਾਰ ਲਿਖ ਦਿੱਤਾ ਜਾਂਦਾ ਹੈ। ਇੱਥੇ ਕਾਰ ਲਿਖਿਆ ਜਾਂਦਾ ਹੈ। ਕਾਰ ਮੈਨੇ ਲਗਾਤਾਰ। ਹੁਣ ਜੈ ਜੈਕਾਰ, ਜੈ ਜੈ ਮੈਨੇ ਲਗਾਤਾਰ ਜੈ, ਲਗਾਤਾਰ ਜੈ ਜੈ ਜੈ। ਭਾਵ ਮਹਿਮਾ ਹੋਣੀ, ਜਸ ਹੋਣਾ, ਸਿਫਤ ਹੋਣੀ, ਸ਼ੋਭਾ ਹੋਣੀ, ਲਗਾਤਾਰ ਸ਼ੋਭਾ। ਜਾਸ, ਜਾਸ ਮੈਨੇ ਜਿਸ ਦਾ ਜਾਂ ਜਿਸ ਦੀ ਸ਼ੋਭਾ ਜਾਂ ਜਿਸ ਦੀ ਜੈ ਜੈਕਾਰ। ਜਾਸ ਜਗ ਅੰਦਰ। ਜਗ ਤੇ ਇੱਕੋ ਹੀ ਹੈ, ਜਗ ਤੇ ਸੰਸਾਰ, ਪਰ ਜਦੋਂ ਅੰਦਰ ਸੰਬੰਧਕ ਆ ਗਿਆ, ਇਸ ਪ੍ਰੈਪੋਜੀਸ਼ਨ ਨੇ ਜਗ ਦੇ ਗੱਗੇ ਦੀ ਔਂਕੜ ਖਤਮ ਕਰ ਦਿੱਤੀ। ਜਗ ਅੰਦਰ ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਲਗਾਤਾਰ ਜਗਤ ਵਿੱਚ ਹੋ ਰਹੀ ਹੈ, ਜੈ ਜੈਕਾਰ ਹੀ ਹੋ ਰਹੀ ਹੈ। ਮੰਦਰ ਭਾਗ, ਮੰਦਰ ਦੇ ਰਾਰੇ ਨੂੰ ਆ ਗਈ ਸਿਆਰੀ। ਇਹਦਾ ਕਾਰ ਕੀ ਅਰਥ ਨਿਕਲੇਗਾ? ਮੰਦਰ ਵਿੱਚ, ਇੱਥੇ ਮੰਦਰ ਹੈ ਹਿਰਦਾ, ਹਿਰਦੇ ਰੂਪੀ ਮੰਦਰ ਦੇ ਵਿੱਚ ਮੰਦਰ ਭਾਗ। ਭਾਗ ਦਾ ਅਰਥ ਹੈ ਸ਼ੁਭ ਭਾਗ ਜਾਗ ਪਿਆ, ਹਿਰਦੇ ਦੇ ਵਿੱਚ ਭਾਗ ਜਾਗ ਪਿਆ, ਭਾਵ ਸ਼ੁਭ ਸਮਾਂ ਜਾਗ ਉੱਠਿਆ, ਸ਼ੁਭ ਲੇਖ ਪ੍ਰਗਟ ਹੋ ਗਿਆ, ਸ਼ੁਭ ਵਿਚਾਰ ਪ੍ਰਗਟ ਹੋ ਗਈ। ਭਾਗ ਲੇਖ ਵਿਚਾਰ ਬਾਰੇ ਸ਼ਾਇਦ ਅਸੀਂ ਪਿੱਛੇ ਵਿਚਾਰ ਲਗਾਤਾਰ ਕਰ ਚੁੱਕੇ ਹੈਗੇ ਹਾਂ। ਮੱਥੇ ਦੇ ਲੇਖ ਕਿਹੜੇ ਹੁੰਦੇ ਨੇ? ਮੱਥੇ ਦੇ ਭਾਗ ਕਿਹੜੇ ਹੁੰਦੇ ਨੇ? ਮੱਥੇ ਦੇ ਵਿੱਚ ਹੁੰਦੀ ਹੈ ਮਤ। ਮਤ ਵਿੱਚ ਜਦੋਂ ਕੋਈ ਸੋਚ ਨਿਰਮਤ ਹੋ ਜਾਂਦੀ ਹੈ, ਉਹ ਲੇਖ ਲਿਖਿਆ ਗਿਆ ਸਾਡੀ ਮਤ ਵਿੱਚ। ਜਿਹੜੀ ਵੀ ਸੋਚ ਪ੍ਰਗਟ ਹੋਈ, ਜਿਹੜਾ ਵੀ ਸੰਕਲਪ ਉੱਠਿਆ, ਉਹ ਸੰਕਲਪ ਜਿਹੜਾ ਉਹ ਲਿਖਿਆ ਗਿਆ ਮਸਤਕ ਦੇ ਵਿੱਚ। ਜਿੰਨੇ ਵੀ ਸਾਡੇ ਕਰਮ ਨੇ ਬਿਨਾਂ ਸੰਕਲਪ ਤੋਂ ਹੋ ਹੀ ਨਹੀਂ ਸਕਦੇ। ਇਹ ਕਦੀ ਨਹੀਂ ਹੋ ਸਕਦਾ ਕਿ ਬੰਦਾ ਸੋਚੇ ਨਾ ਤੇ ਸ਼ਰਾਬ ਪੀਣ ਬਹਿ ਜਾਏ। ਪਹਿਲਾਂ ਸੋਚੇਗਾ ਮੈਂ ਪੀਆਂ, ਫਿਰ ਹੀ ਉਹ ਸੰਕਲਪ ਕਰਮ ਬਣੇਗਾ, ਪੀਏਗਾ। ਫਿਰ ਇਹ ਨਹੀਂ ਹੋ ਸਕਦਾ ਬਿਨਾਂ ਸੋਚੇ ਬੰਦਾ ਗੁਰਦੁਆਰੇ ਆ ਜਾਏ। ਪਹਿਲਾਂ ਸੋਚੇਗਾ ਮੈਂ ਅੰਦਰ ਜਾਵਾਂ ਨਾ ਜਾਵਾਂ, ਗੁਰਦੁਆਰੇ ਜਾਵਾਂ। ਸੰਕਲਪ ਉੱਠੇਗਾ, ਫਿਰ ਉਹਨੂੰ ਪ੍ਰਗਟ ਕਰੇਗਾ ਕਰਮ ਦੇ ਰੂਪ ਦੇ ਵਿੱਚ, ਗੁਰਦੁਆਰੇ ਆ ਜਾਏਗਾ। ਜਿੰਨੇ ਵੀ ਸਾਡੀਆਂ ਸੋਚਾਂ ਨੇ ਉਹ ਸਾਡੇ ਭਾਗ ਨੇ, ਉਹ ਸਾਡੇ ਮੱਥੇ ਦੇ ਲੇਖ ਨੇ। ਮੱਥੇ ਵਿੱਚ ਹੈਗੇ ਮਤ, ਮਤ ਦੇ ਵਿੱਚ ਲੇਖ ਲਿਖਿਆ ਗਿਆ। ਉਹ ਜਿਹੜਾ ਲੇਖ ਲਿਖਿਆ ਗਿਆ, ਮੈਨੇ ਸੋਚ ਲਿਖੀ ਗਈ। ਇਹੀ ਕਾਰਨ ਗੁਰਬਾਣੀ ਨੇ ਥਾਂ ਥਾਂ ਤੇ ਕਿਹਾ, ਸਿੱਖਾ ਕੁਸੰਗਤ ਨਾ ਕਰੀ, ਸਤ ਸੰਗਤ ਕਰੀ। ਕਿਉਂ? ਕਿਉਂਕਿ ਜਿਹੜਾ ਵੀ ਵਿਚਾਰ ਪ੍ਰਗਟ ਹੋਇਆ, ਉਹ ਬੀਜ ਬਣ ਕੇ ਅੰਦਰ ਹੀ ਟਿਕ ਗਿਆ। ਹਰ ਵਿਚਾਰ ਬੀਜ ਬਣ ਜਾਂਦਾ ਹੈ, ਤੇ ਬੀਜ ਐਵੇਂ ਨਹੀਂ ਉਗਿਆ ਕਰਦੇ। ਬੀਜ ਨੂੰ ਉਗਣ ਵਾਸਤੇ ਜ਼ਮੀਨ ਚਾਹੀਦੀ ਹੈ, ਬੀਜ ਨੂੰ ਉਗਣ ਵਾਸਤੇ ਰੁੱਤ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਹਵਾ ਚਾਹੀਦੀ ਹੈ, ਖਾਦ ਚਾਹੀਦੀ ਹੈ, ਦੇਖਭਾਲ, ਬਹੁਤ ਕੁਝ ਚਾਹੀਦਾ ਹੈ। ਸਭ ਤੋਂ ਪਹਿਲੀ ਚੀਜ਼ ਉਹਨੂੰ ਰੁੱਤ ਚਾਹੀਦੀ ਹੈ, ਜ਼ਮੀਨ ਚਾਹੀਦੀ ਹੈ। ਮੰਦੇ ਭਾਗ ਦਾ ਬੀਜ ਪ੍ਰਗਟ ਹੋ ਗਿਆ ਮਸਤਕ ਦੇ ਵਿੱਚ। ਉਹ ਬੀਜ ਬਣਿਆ ਹੋਇਆ ਹੈ ਕਿ ਮੈਂ ਕਦੀ ਸ਼ਰਾਬ ਪੀ ਕੇ ਦੇਖਾਂ ਕਿਸ ਤਰ੍ਹਾਂ ਦੀ ਹੁੰਦੀ, ਪਰ ਮੈਂ ਪੀ ਨਹੀਂ ਸਕਦਾ। ਸਮਾਜ ਵਿੱਚ ਇੱਜ਼ਤ ਮਾਣ ਸਤਿਕਾਰ ਹੈ, ਮੈਂ ਕੀ ਕਰਾਂ? ਉਹ ਬੀਜ ਤੇ ਬਣ ਗਿਆ, ਪਰ ਉਹਨੂੰ ਜ਼ਮੀਨ ਨਹੀਂ ਮਿਲੀ ਉੱਗਣ ਵਾਸਤੇ, ਰੁੱਤ ਨਹੀਂ ਮਿਲੀ। ਫਿਰ ਕਦੀ ਸਮਾਂ ਆਇਆ, ਚਾਰ ਮਿੱਤਰ ਇਕੱਠੇ ਹੋਏ ਬਚਪਨ ਦੇ, ਮਹਿਫਲ ਸਜ ਗਈ। ਉਹ ਕਹਿਣ ਲੱਗੇ ਇੱਥੇ ਕੋਈ ਦੇਖ ਰਿਹਾ ਸੀ, ਬਚਪਨ ਦੇ ਤੇਰੇ ਮਿੱਤਰਾਂ ਸੀ, ਕਿਹੜਾ ਕਿਸ ਨੂੰ ਦੱਸਾਂਗੇ, ਟੇਸਟ ਤੇ ਕਰਕੇ ਦੇਖ। ਹੁਣ ਜਿਹੜਾ ਬੀਜ ਸੀ ਉਹਨੂੰ ਜ਼ਮੀਨ ਮਿਲ ਗਈ, ਰੁੱਤ ਵੀ ਆ ਗਈ। ਉਹ ਆਖਦਾ ਵੀ ਗੱਲ ਤੇ ਠੀਕ ਹੈ, ਕਿਹੜਾ ਕੋਈ ਦੇਖਦਾ। ਜਦੋਂ ਟੇਸਟ ਕੀਤਾ ਉਹਨੂੰ, ਉਹ ਮੰਦੇ ਭਾਗ ਜਾਗ ਗਏ। ਮੱਥੇ ਦੇ ਮੰਦੇ ਲੇਖ ਕਰਮ ਦੇ ਰੂਪ ਚ ਪ੍ਰਗਟ ਹੋ ਗਏ। ਕੱਲ ਤੱਕ ਥਿਊਰੀ ਸੀ, ਅੱਜ ਉਹ ਲੇਖ ਹੁਣ ਪ੍ਰੈਕਟੀਕਲ ਬਣ ਗਏ। ਇਸੇ ਤਰ੍ਹਾਂ ਕਿਸੇ ਦੇ ਮੱਥੇ ਦੇ ਵਿੱਚ ਭਾਗ ਜਾਗ ਗਿਆ, ਭਾਗ ਪੈਦਾ ਹੋ ਗਿਆ, ਲੇਖ ਲਿਖਿਆ ਗਿਆ। ਲੋਕ ਗੁਰਦੁਆਰੇ ਜਾਂਦੇ ਨੇ, ਉੱਥੇ ਕੀ ਹੈ, ਜਾ ਕੇ ਦੇਖਾਂ ਤੇ ਸਹੀ। ਸਾਲ 2 ਸਾਲ ਲੰਘ ਗਏ, ਫਿਰ ਕਿਤੇ ਗੁਆਂਢੀ ਨੇ ਕਿਹਾ ਵੀ ਸਾਡੇ ਗੁਰਦੁਆਰੇ ਅਸੀਂ ਪਾਠ ਦਾ ਭੋਗ ਪਾਉਣਾ, ਗੱਡੀ 'ਚ ਜਗ੍ਹਾ, ਆ ਜਾਓ ਨਾਲ ਹੀ ਚੱਲ ਪਓ। ਨਾਲ ਤੁਰ ਪਿਆ, ਉਹ ਭਾਗ ਜਾਗ ਪਏ, ਲੇਖ ਲਿਖੇ ਪ੍ਰਗਟ ਹੋ ਗਏ।
ਉਹ ਥਿਊਰੀ ਜਿਹੜੀ ਸੀ ਸੋਚ ਦੇ ਵਿੱਚ ਲਿਖੀ ਹੋਈ ਉਹ ਪ੍ਰੈਕਟੀਕਲ ਹੋ ਗਈ, ਗੁਰਦੁਆਰੇ ਆ ਗਿਆ। ਇਹਨੂੰ ਕਹਿੰਦੇ ਨੇ ਭਾਗ। ਇਹਦੇ ਬਾਰੇ ਅਸੀਂ ਵਿਚਾਰ ਕਰ ਚੁੱਕੇ ਹਾਂ, ਪਰ ਮੈਂ ਸੰਖੇਪ ਜੀ ਇੱਥੇ ਫਿਰ ਆਪ ਜੀ ਨਾਲ ਸਾਂਝ ਪਾ ਦਿੱਤੀ ਹੈ। ਮੱਥੇ ਦੇ ਭਾਗ, ਮੱਥੇ ਦੇ ਲੇਖ ਹੁੰਦੇ ਨੇ ਸਾਡੇ ਮੱਥੇ ਦੀ ਮੱਤ ਦੇ ਅੰਦਰ ਦੀ ਸੋਚ। ਭਾਗ, ਮੰਦਰ ਭਾਗ, ਜਿਹੜੇ ਅੰਦਰ ਦੇ ਭਾਗ ਸੀ ਉਹ ਜਾਗ ਗਏ। ਜੁਗਤ शिव रहता, ਜੁਗਤ ਮੈਨੇ ਜੁੜਿਆ ਹੋਇਆ, शिव ਮੈਨੇ ਪ੍ਰਭੂ ਦੇ ਨਾਲ। ਵਾਵੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਦੇ ਨਾਲ ਇਹਦਾ ਸੰਬੰਧਕ ਆ ਗਿਆ। ਰਹਿਤਾ ਮੈਨੇ ਰਹਿੰਦਾ ਹੈ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਸ਼ੋਭਾ ਜਗਤ ਵਿੱਚ ਲਗਾਤਾਰ ਹੋ ਗਈ ਹੈ, ਜਿਨ੍ਹਾਂ ਦੇ ਹਿਰਦੇ ਦੇ ਭਾਗ ਜਾਗ ਪਿਆ ਹੈ, ਉਹ ਜਿਹੜੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਗੁਰਪੂਰਾ ਪਾਇਓ ਵਡਭਾਗੀ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਪਾ ਲਿਆ ਹੈ। ਗੁਰ ਦੇ ਰਾਰੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਨਾਉ ਹੈ। ਪੂਰਾ ਉਹਨਾਂ ਦਾ ਵਿਸ਼ੇਸ਼ਣ ਹੈ ਵੀ ਗੁਰੂ ਦੀ ਸਿਫਤ ਕੀ ਹੈ, ਸ਼ੋਭਾ, ਵਿਸ਼ੇਸ਼ਣ, ਖੂਬੀ ਕੀ ਹੈ। ਉਹਨਾਂ ਦਾ ਐਡਜੈਕਟਿਵ ਹੈ ਕਿ ਉਹ ਪੂਰਨ ਨੇ, ਅਧੂਰੇ ਨਹੀਂ ਹਨ। ਪੂਰਾ ਗੁਰੂ ਹੈ ਗੁਰੂ ਰਾਮਦਾਸ ਸਾਹਿਬ ਜੀ। ਪਾਇਓ ਵਡਭਾਗੀ, ਵੱਡਿਆਂ ਭਾਗਾਂ ਸਦਕਾ ਪੂਰਾ ਗੁਰੂ ਮਿਲ ਗਿਆ। ਉਹ ਜਿਹੜੇ ਭਾਗ ਸਨ ਉਹ ਜਾਗ ਗਏ, ਵੱਡੇ ਭਾਗ ਹੋ ਗਏ। ਚੰਗੀ ਸੋਚ ਸੀ। ਹਾਲਾਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਤੇ ਪ੍ਰਿਥੀ ਚੰਦ ਵੀ ਪੁੱਤਰ ਸੀ, ਪਰ ਉਹਦੀ ਸੋਚ ਵੱਡੀ ਨਹੀਂ ਸੀ, ਉਹਦੀ ਸੋਚ ਛੋਟੀ ਸੀ। ਉਹਦੀ ਸੋਚ ਸੀ ਵੀ ਮਾਇਆ ਮਿਲ ਜਾਏ, ਕਿਸੇ ਤਰੀਕੇ ਚੜਾਵਾ ਮੇਰੇ ਹੱਥ ਆ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੋਚ ਵੱਡੀ ਸੀ, ਵੱਡਾ ਭਾਗ ਸੀ ਕਿ ਮੈਨੂੰ ਰੱਬ ਮਿਲ ਜਾਏ। ਬਸ ਉਸ ਵੱਡੀ ਸੋਚ ਕਰਕੇ ਜਦੋਂ ਪੂਰਾ ਗੁਰੂ ਮਿਲਿਆ, ਰੱਬ ਨਾਲ ਲਿਵ ਜੁੜ ਗਈ। ਉਹਨਾਂ ਦੀ ਸੋਚ ਵੱਡੀ ਸੀ, ਵੱਡੇ ਭਾਗ ਸਨ ਜਿਹੜੇ ਜਾਗ ਪਏ। ਸੋਚ ਸੀ ਕਿ ਰੱਬ ਕਿਵੇਂ ਮਿਲੇ। ਗੁਰਪੂਰਾ ਪਾਇਓ ਵਡਭਾਗੀ, ਵੱਡਿਆਂ ਭਾਗਾਂ ਦੇ ਸਦਕਾ ਜਦੋਂ ਵੱਡੇ ਭਾਗ ਜਾਗ ਗਏ, ਵੱਡੀ ਜਿਹੜੀ ਸੋਚ ਸੀ ਰੱਬ ਦੇ ਮਿਲਾਪ ਦੀ ਉਹ ਪ੍ਰਗਟ ਹੋ ਗਈ। ਪੂਰਾ ਗੁਰੂ ਸਾਹਮਣੇ ਨਜ਼ਰ ਆ ਗਿਆ। ਗੁਰੂ ਰਾਮਦਾਸ ਪਾਤਸ਼ਾਹ ਨਾਲ ਸਾਂਝ ਬਣ ਗਈ। ਵੱਡਿਆਂ ਭਾਗਾਂ ਸਦਕਾ, ਇੱਥੇ ਵਡਭਾਗੀ ਉਚਾਰਨ ਹੋਏਗਾ, ਨਾਸਕੀ ਉਚਾਰਨ ਬਿੰਦੀ ਨਾਲ। ਵੱਡਿਆਂ ਭਾਗਾਂ ਨਾਲ ਪੂਰਾ ਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਪ੍ਰਾਪਤ ਹੋ ਗਈ। ਲਿਵ ਲਾਗੀ, ਉਹਦੇ ਨਾਲ ਫਿਰ ਰੱਬ ਵਿੱਚ ਲਿਵ ਜੁੜ ਗਈ। ਲਿਵ ਇਸਤਰੀ ਲਿੰਗ ਨਾਉਨ ਹੋਣ ਕਰਕੇ ਵਾਵਾ ਔਂਕੜ ਤੋਂ ਬਿਨਾਂ ਆਇਆ ਹੈ। ਲਿਵ ਲਾਗੀ, ਇਸੇ ਕਰਕੇ ਲਾਗੀ ਆਇਆ, ਲਾਗਾ ਨਹੀਂ ਆਇਆ, ਕਿਉਂਕਿ ਲਿਵ ਇਸਤਰੀ ਲਿੰਗ ਸ਼ਬਦ ਹੈ। ਲਿਵ ਲਾਗੀ, ਹੁਣ ਪ੍ਰਭੂ ਨਾਲ ਬਿਰਤੀ ਜੁੜ ਗਈ। ਨੇਦਨ ਭਰ ਸਹਿਤਾ, ਉਹ ਜਿਹੜਾ ਪੂਰੀ ਧਰਤੀ ਦਾ ਭਾਰ ਸਹਾਰ ਰਿਹਾ ਹੈ, ਉਹ ਪ੍ਰਭੂ ਜਿਹੜਾ ਕੁਲ ਕਾਇਨਾਤ ਦਾ ਸਹਾਰਾ ਹੈ। ਨੇਦਨ ਜਦੋਂ ਇਸਤਰੀ ਲਿੰਗ ਸ਼ਬਦ ਹੈ ਤੇ ਨੰਨੇ ਨੂੰ ਸਿਹਾਰੀ ਨਾਲ ਹੀ ਆਏਗਾ, ਤੇ ਪਰ ਇੱਥੇ ਭਰ ਦਾ ਮਤਲਬ ਰਾਰੇ ਨੂੰ ਔਂਕੜ ਨਾਲ ਭਾਰ, ਇੱਕ ਵਚਨ ਪੁਲਿੰਗ। ਨੇਦਨ ਭਰ ਮੈਨੇ ਧਰਤੀ ਦਾ ਭਾਰ, ਸਹਿਤਾ ਮੈਨੇ ਸਹਾਰਦਾ ਹੈ। ਉਹ ਪ੍ਰਭੂ ਜਿਨੇ ਕੁਲ ਕਾਇਨਾਤ ਦਾ ਭਾਰ ਸੰਭਾਲਿਆ, ਪੂਰੇ ਸੰਸਾਰ ਦੇ ਜੀਵਾਂ ਨੂੰ ਸਹਾਰਾ ਦਿੱਤਾ ਹੋਇਆ ਹੈ, ਉਸ ਪ੍ਰਭੂ ਨਾਲ ਲਿਵ ਲੱਗ ਗਈ। ਭੈ ਭੰਜਨ ਪਰ ਪੀਰ ਨਿਵਾਰਨ, ਭੈ ਮੈਨੇ ਡਰ, ਭੈ ਭੰਜਨ ਡਰਾਂ ਦਾ ਨਾਸ਼ ਕਰਨ ਵਾਲਾ। ਭਉ ਆਮ ਤੌਰ ਤੇ ਇੱਕ ਵਚਨ ਵਾਸਤੇ ਆਂਦਾ ਵੈ, ਇੱਕ ਡਰ, ਤੇ ਭੈ ਬਹੁ ਵਚਨ ਵਾਸਤੇ ਆ ਜਾਂਦਾ, ਬਹੁਤੇ ਡਰ। ਸਾਰਿਆਂ ਜ਼ਿੰਦਗੀ ਦੀਆਂ ਡਰਾਂ ਨੂੰ ਤੋੜ ਦੇਣ ਵਾਲਾ ਭੈ ਭੰਜਨ, ਜਿਹੜਾ ਸਾਰਿਆਂ ਡਰਾਂ ਨੂੰ ਤੋੜ ਦਿੰਦਾ ਹੈ। ਚਾਹੇ ਬਾਹਰੀ ਦੁਸ਼ਮਣ ਹੋਵੇ, ਚਾਹੇ ਵਿਕਾਰ ਹੋਣ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਣ, ਚਾਹੇ ਜੰਤਰ ਮੰਤਰ ਤੰਤਰ ਭੂਤ ਪ੍ਰੇਤ ਹੋਣ, ਚਾਹੇ ਰਾਹੂ ਕੇਤੂ ਸ਼ਨੀ ਆਦਿਕ ਹੋਣ, ਜ਼ਿੰਦਗੀ 'ਚ ਕੋਈ ਡਰ ਬਚਦਾ ਹੀ ਨਹੀਂ ਹੈ। ਭੈ ਭੰਜਨ ਪਰ ਪੀਰ ਨਿਵਾਰਨ, ਪਰ ਮੈਨੇ ਪਰਾਈ, ਪੀਰ ਮੈਨੇ ਪੀੜ। ਹੁਣ ਪੀਰ ਇਸਤਰੀ ਲਿੰਗ ਸ਼ਬਦ ਹੈ, ਪੀੜ ਤੋਂ ਬਣਿਆ ਹੈ, ਇਸ ਕਰਕੇ ਰਾਰਾ ਮੁਕਤਾ ਆ ਗਿਆ। ਔਰ ਜਦੋਂ ਇਹਦਾ ਵਿਸ਼ੇਸ਼ਣ ਆਇਆ ਪਰ, ਪਰਾਈ, ਦੂਜੇ ਦੀ ਪੀੜ, ਤੇ ਇਹਦਾ ਮਤਲਬ ਉਹਦਾ ਪਰ ਵੀ ਜਿਹੜਾ ਇਸਤਰੀ ਲਿੰਗ ਵਿਸ਼ੇਸ਼ਣ ਵੀ ਉਦਾਂ ਹੀ ਆਏਗਾ। ਪਰਾਈ ਪੀੜ ਨੂੰ ਨਿਵਾਰਨ, ਮੈਨੇ ਨਿਵਾਰਨ ਵਾਲਾ, ਦੂਰ ਕਰਨ ਵਾਲਾ, ਨਾਸ਼ ਕਰਨ ਵਾਲਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਸਤਿਗੁਰੂ ਪਾਤਸ਼ਾਹ ਭੈ ਭੰਜਨ, ਉਹ ਗੁਰੂ ਜਿਹੜੇ ਭੈ ਡਰਾਂ ਨੂੰ ਦੂਰ ਕਰਨ ਵਾਲੇ ਹਨ, ਪਰ ਪੀਰ ਨਿਵਾਰਨ, ਪਰਾਈ ਪੀੜ ਨੂੰ ਹਰ ਲੈਣ ਵਾਲੇ ਹਨ। ਕੱਲੇ ਸਹਾਰ ਤੋਹਿ ਜਸ ਬਖਤਾ, ਇੱਥੇ ਇਹ ਨਾਮ ਇਕੱਠਾ ਹੋਣਾ ਚਾਹੀਦਾ, ਕੱਲੇ ਸਹਾਰ, ਅਲੱਗ-ਅਲੱਗ ਨਹੀਂ। ਇਹ ਭਟਕਲ ਸਹਾਰ ਦਾ ਜ਼ਿਕਰ ਹੈ। ਜਦੋਂ ਲੜੀਵਾਰ ਬੀਣਾ ਤੋਂ ਪਦਛੇਦ ਕੀਤੇ ਗਏ, ਉਦੋਂ ਇਹਦਾ ਵੀ ਪਦਛੇਦ ਕਰ ਦਿੱਤਾ ਗਿਆ, ਜੋ ਕਿ ਨਹੀਂ ਸੀ ਜਾਇਜ਼, ਕਿਉਂਕਿ ਜੇ ਦੋ ਸ਼ਬਦ ਹੁੰਦੇ ਫਿਰ ਕੱਲੇ ਦੀ ਵੀ ਲੱਲੇ ਨੂੰ ਔਂਕੜ ਆਉਣੀ ਸੀ। ਜੇ ਸਹਾਰ ਨਹੀਂ ਹੈ, ਕੱਲਾ ਕੱਲਿਆ ਹੈ, ਤੇ ਇੱਕ ਵਚਨ ਪੁਲਿੰਗ ਨਾਉ, ਫਿਰ ਤੇ ਲੱਲੇ ਦੇ ਪੈਰ ਦੇ ਵਿੱਚ ਔਂਕੜ ਆਏਗੀ, ਸੁਬੋਧਨ ਹੈ ਤੇ ਨਹੀਂ ਆਏਗੀ। ਪਰ ਇੱਥੇ ਕੱਲੇ ਸਹਾਰ ਇਕੱਠਾ ਸ਼ਬਦ ਹੈ, ਇਸ ਕਰਕੇ ਸਹਾਰ ਦੇ ਰਾਰੇ ਨੂੰ ਔਂਕੜ ਆ ਗਈ।
ਭਟ ਕਲ ਸਹਾਰ ਦਾ ਇਹ ਨਾਮ ਹੈ ਪ੍ਰੋਪਰ। ਕੱਲੇ ਸਹਾਰ ਤੋਹੀ ਜਸ ਬਖਤਾ, ਜਸ ਮੈਨੇ ਸਿਫਤ ਬਖਤਾ ਮੈਨੇ ਬੋਲਣਾ। ਸਮੇਂ ਦੇ ਨਾਲ ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਨਿਰਾਰਥਕ ਅਰਥਾਂ ਵਿੱਚ ਆ ਜਾਂਦੇ ਨੇ। ਉਸ ਜ਼ਮਾਨੇ ਵਿੱਚ ਇਹ ਸਾਰਥਕ ਅਰਥਾਂ ਵਿੱਚ ਸਨ। ਬਕਣਾ ਜਿਹੜਾ ਸੀ ਚੰਗਾ ਸ਼ਬਦ ਸੀ ਉਸ ਜ਼ਮਾਨੇ 'ਚ। ਬਕਣਾ ਮੈਨੇ ਬੋਲਣਾ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਨ ਅਕੋਰ। ਚਰਨ ਗਹੋਂ ਮੈਨੇ ਤੇਰੇ ਚਰਨ ਫੜ ਲਵਾਂ। ਬਕੋਂ ਸ਼ੁਭ ਰਸਨਾ, ਆਪਣੀ ਜ਼ੁਬਾਨ ਤੋਂ ਚੰਗੇ ਬੋਲ ਬੋਲਾਂ। ਬਕੋਂ ਮੈਨੇ ਬਕਣਾ ਮੈਨੇ ਬੋਲਣਾ। ਪਰ ਸਮੇਂ ਦੇ ਨਾਲ ਬਕਣਾ ਜਿਹੜਾ ਉਹ ਨੈਗੇਟਿਵ ਅਰਥਾਂ ਦੇ ਵਿੱਚ ਅਸੀਂ ਅੱਜ ਯੂਜ਼ ਕਰਨ ਲੱਗ ਪਏ ਹਾਂ। ਉਸ ਜ਼ਮਾਨੇ 'ਚ ਪੋਜ਼ਿਟਿਵ ਅਰਥਾਂ ਦੇ ਵਿੱਚ ਇਹ ਸ਼ਬਦ ਹੁੰਦਾ ਸੀ, ਬਕਣਾ ਮੈਨੇ ਬੋਲਣਾ। ਜਿਵੇਂ ਅੱਜ ਕੋਈ ਗਲਤ ਕੰਮ ਕਰ ਲਵੇ, ਲੋਕ ਕਹਿੰਦੇ ਨੇ ਕੀ ਕਰਤੂਤ ਕਰ ਦਿੱਤੀ ਆ। ਅੱਜ ਮਾੜੇ ਅਰਥਾਂ 'ਚ ਆ ਗਿਆ ਕਰਤੂਤ, ਪਰ ਉਸ ਜ਼ਮਾਨੇ 'ਚ ਕਰਤੂਤ ਦਾ ਮਤਲਬ ਸੀ ਕੰਮ। ਆਪ ਭਲਾ ਕਰਤੂਤ ਅਤ ਨੇਕੀ, ਨੇਕੀ ਮੈਨੇ ਚੰਗੀ। ਰੱਬ ਆਪ ਵੀ ਬੜਾ ਭਲਾ ਹੈ, ਉਹਦੀ ਕਰਤੂਤ ਵੀ ਬੜੀ ਚੰਗੀ ਹੈ। ਕਰਤੂਤ ਮੈਨੇ ਕੰਮ। ਸਮੇਂ ਦੇ ਨਾਲ ਉਹ ਕਰਤੂਤ ਜਿਹੜਾ ਸ਼ਬਦ ਹੈ ਉਹ ਨਿਰਾਰਥਕ ਅਰਥਾਂ ਦੇ ਵਿੱਚ ਆ ਗਿਆ। ਹੁਣ ਉਹਦੇ ਅਰਥ ਜਿਹੜੇ ਨਿਰਾਰਥਕ ਹੋ ਗਏ। ਕਰਤੂਤ ਜਿਹੜਾ ਸ਼ਬਦ ਨਿਰਾਰਥਕ ਅਰਥਾਂ ਦੇ ਵਿੱਚ ਆ ਗਿਆ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਸ਼ਬਦ ਹੈਗੇ ਨੇ। ਜਿਵੇਂ ਕੋਈ ਗਲਤ ਕੰਮ ਕਰ ਲਵੇ, ਕੀ ਚੰਨ ਚਾੜ ਦਿੱਤਾ। ਪਰ ਉਸ ਜ਼ਮਾਨੇ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਸਾਰਥਕ ਅਰਥਾਂ ਦੇ ਵਿੱਚ ਹੁੰਦੇ ਸਨ। ਜਿਵੇਂ ਅਸੀਂ ਪੜ੍ਹਦੇ ਹੈਗੇ ਆ, ਕਰਨ ਕਰਾਵਨ ਸ਼ਰਨ ਭਰਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਉੱਥੇ ਚੰਦ ਚੜਿਆ, ਚੰਨ ਚਾੜਨਾ ਜਿਹੜਾ ਉਹ ਸ਼ੁਭ ਕਰਮ ਦੇ ਵਿੱਚ ਹੈ। ਅੱਜ ਕੁਝ ਸਾਲ ਪਹਿਲਾਂ ਜਲੂਸ ਕਹਿੰਦੇ ਰਹੇ ਲੋਕ, ਜਲੂਸ ਨਿਕਲ ਰਿਹਾ। ਪਰ ਜਲੂਸ ਹੁਣ ਜਦੋਂ ਨਿਰਾਰਥਕ ਅਰਥਾਂ ਦੇ ਵਿੱਚ ਆ ਗਿਆ ਤੇ ਉਦੋਂ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਜੀ ਨਹੀਂ, ਨਗਰ ਕੀਰਤਨ ਨਿਕਲ ਰਿਹਾ। ਮਤਲਬ ਕੀ ਹੈ, ਕੁਝ ਸ਼ਬਦ ਸਾਰਥਕ ਤੋਂ ਨਿਰਾਰਥਕ ਅਰਥਾਂ ਵਿੱਚ ਆ ਜਾਂਦੇ ਨੇ, ਕੁਝ ਸ਼ਬਦ ਨਿਰਾਰਥਕ ਤੋਂ ਸਾਰਥਕ ਅਰਥਾਂ ਵਿੱਚ ਵੀ ਚਲੇ ਜਾਂਦੇ ਨੇ। ਐਸੇ ਵੀ ਬਹੁਤ ਸਾਰੇ ਸ਼ਬਦ ਨੇ। ਖੈਰ, ਭਟ ਕਲ ਸਹਾਰ ਜੀ ਆਖਦੇ ਨੇ, ਮੈਂ ਤੁਹਾਡਾ ਜਸ ਬਕਦਾ ਹਾਂ, ਮੈਂ ਬੋਲਦਾ ਹਾਂ, ਤੁਹਾਡਾ ਜਸ ਆਖਦਾ ਹਾਂ। ਜਸ ਸੱਸੇ ਨੂੰ ਔਂਕੜ ਇੱਕ ਵਚਨ ਪੁਲਿੰਗ ਸ਼ਬਦ ਹੈ। ਮੈਨੇ ਸਿਫਤ ਸਲਾਹ ਜਸ ਸ਼ੋਭਾ, ਮੈਂ ਤੁਹਾਡਾ ਜਸ ਕਹਿੰਦਾ ਹਾਂ। ਕੁੱਲ ਸੋਢੀ ਗੁਰੂ ਰਾਮਦਾਸ ਤਨ, ਕੁੱਲ ਦੇ ਲੱਲੇ ਨੂੰ ਆ ਗਈ ਸਿਹਾਰੀ। ਕੁੱਲ ਵਿੱਚ ਸੋਢੀ ਮੈਨੇ ਸੋਢੀ ਕੁੱਲ ਵਿੱਚ। ਹੁਣ ਭੱਟਾਂ ਦਾ ਕੰਮ ਹੀ ਇਸ ਜਾਤ ਪਾਤ ਦੇ ਆਧਾਰ ਤੇ ਲੋਕਾਂ ਦੇ ਸ਼ਿਜਰੇ ਤਿਆਰ ਕਰਨੇ, ਉਹਨਾਂ ਦੇ ਫੈਮਿਲੀ ਟਰੀ ਤਿਆਰ ਕਰਨੇ, ਦੱਸਣਾ ਵੀ ਤੁਹਾਡੇ ਪਿਛੋਕੜ ਦੇ ਵਿੱਚ ਆਹ ਤੁਹਾਡੇ ਪਿਓ ਦਾਦੇ ਪੜਦਾਦੇ ਨਕੜਦਾਦੇ ਲੱਕੜਦਾਦੇ ਸਨ। ਸੁਭਾਵਕ ਜਾਤ ਪਾਤ ਦੇ ਆਧਾਰ ਦੇ ਉੱਤੇ, ਕਿਉਂਕਿ ਭੱਟਾਂ ਨੇ ਕੁੱਲ ਮਨੁੱਖਤਾ ਨੂੰ ਵੰਡ ਕੇ ਬਕਾਇਦਾ ਵਹੀਆਂ ਬਣਾਈਆਂ ਹੋਈਆਂ ਸਨ। ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇਖਦੇ ਨੇ ਤੇ ਸੋਢੀ ਨਜ਼ਰ ਆਉਂਦੇ ਨੇ। ਇਸ ਕਲਾਸ ਦੇ ਵਿੱਚ ਜੇ ਕੋਈ ਸੋਢੀ ਦੇ ਕੋਈ ਹੋਰ ਅਰਥ ਜਾਣਦਾ ਹੋਵੇ ਵੀ ਇਹਦੇ ਹੋਰ ਵੀ ਕੋਈ ਅਰਥ ਬਣਦੇ ਨੇ, ਤੇ ਕਲਾਸ ਦੇ ਅਖੀਰ ਤੇ ਜਰੂਰ ਜਦੋਂ ਅਸੀਂ ਸਵਾਲ ਜਵਾਬ ਦਾ ਸੈਸ਼ਨ ਕਰਨਾ ਹੈ, ਵਿਚਾਰ ਜਰੂਰ ਦਿੱਤੀ ਜਾਏ, ਕਿਉਂਕਿ ਮੈਨੂੰ ਵੀ ਕੁਝ ਸਿੱਖਣ ਨੂੰ ਮਿਲ ਜਾਏਗਾ। ਮੈਂ ਜਾਣਨਾ ਚਾਹਾਂਗਾ ਕਿ ਸੋਢੀ ਦੇ ਕੋਈ ਹੋਰ ਵੀ ਅਰਥ ਕੀਤੇ ਜਾ ਸਕਦੇ ਨੇ। ਕਿਉਂਕਿ ਪਿੱਛੇ ਜੇ ਜਦੋਂ ਅਸੀਂ ਵਿਚਾਰ ਕੀਤੀ ਸੀ ਭੱਲੇ ਅਮਰਦਾਸ ਗੁਣ ਤੇਰੇ, ਤੇ ਕੁਝ ਇੱਕ ਗੁਰਮੁਖਾਂ ਨੇ ਸੁਝਾਅ ਦਿੱਤਾ ਸੀ ਵੀ ਭਲੇ ਕਹਿਣ ਨਾਲ ਵੀ ਜਿਹੜਾ ਗੁਰਮੁਖ ਸਿਧਾਂਤ ਦੇ ਅਰਥਾਂ 'ਚ ਫਰਕ ਨਹੀਂ ਪੈਂਦਾ। ਭਲੇ ਮਾਨੇ ਚੰਗੇ। ਇਹ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਗੁਣ ਬੜੇ ਚੰਗੇ ਨੇ, ਕਿ ਭੱਟ ਭੱਲੇ ਗੋਤ ਦੀ ਗੱਲ ਨਹੀਂ ਕਰ ਰਹੇ, ਭਲੇ ਕਹਿ ਰਹੇ ਨੇ, ਮੈਨੇ ਚੰਗੇ ਕਹਿ ਰਹੇ ਨੇ। ਇਹ ਵਿਚਾਰ ਹੋਈ ਸੀ ਪਿੱਛੇ ਜੇ। ਇਸੇ ਤਰ੍ਹਾਂ ਅੱਗੋਂ ਸੋਢੀ ਸ਼ਬਦ ਵੀ ਆ ਗਿਆ। ਇਸ ਸੰਬੰਧੀ ਵੀ ਕੋਈ ਆਪਣੇ ਪੋਜ਼ਿਟਿਵ ਵਿਚਾਰ ਦੇਣਾ ਚਾਹੇ ਕਿ ਹਾਂ ਵੀ ਇਹ ਸੋਢੀ ਦੇ ਅਰਥ ਅਸੀਂ ਇਹ ਕਰ ਸਕਦੇ ਹਾਂ, ਤੇ ਉਹ ਕਲਾਸ ਦੇ ਅਖੀਰ ਤੇ ਕਿਰਪਾ ਜ਼ਰੂਰ ਕਰਨ। ਉਹ ਖੈਰ, ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਅਰਥ ਦਿੱਤੇ ਨੇ ਉਹ ਸੋਢੀ ਕੁੱਲ ਵਿੱਚ ਦਿੱਤੇ ਨੇ। ਕੁੱਲ ਦੇ ਲੈਣ ਸਿਹਾਰੀ, ਕੁੱਲ ਵਿੱਚ ਸੋਢੀ, ਸੋਢੀ ਕੁੱਲ ਵਿੱਚ ਗੁਰੂ ਰਾਮਦਾਸ ਤਨ। ਇਹ ਸੋਢੀ ਲਫ਼ਜ਼ ਜਿਹੜਾ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਵਰਤਿਆ ਹੈਗਾ। ਖੈਰ, ਰਾਮਦਾਸ ਗੁਰ ਦੇ ਸੱਸੇ ਨੂੰ ਔਂਕੜ ਨਹੀਂ ਆਈ, ਅੱਗੋਂ ਉਹਨਾਂ ਦਾ ਵਿਸ਼ੇਸ਼ਣ ਗੁਰਦੇਵੀ ਰਾਰੇ ਨੂੰ ਔਂਕੜ ਨਹੀਂ ਆਈ। ਇਹਦਾ ਮਤਲਬ ਕੋਈ ਕਾਰਨ ਹੈ। ਇੱਕ ਵਚਨ ਪੁਲਿੰਗ ਨਾਉਨ ਦੇ ਆਖਰੀ ਅੱਖਰ ਨੂੰ ਔਂਕੜ ਨਾ ਆਵੇ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ, ਜਾਂ ਉਹ ਸੰਬੋਧਨ ਹੋਏਗਾ, ਜਾਂ ਉਹਦੇ ਨਾਲ ਕੋਈ ਪ੍ਰਗਟ ਜਾਂ ਲੁਪਤ ਸੰਬੰਧਕ ਹੋਏਗਾ, ਤੇ ਤੀਜਾ ਕਾਰਨ ਉਹ ਬਹੁਵਚਨ ਵੀ ਹੋ ਸਕਦਾ। ਤਿੰਨ ਕਾਰਨ ਹੁੰਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਬਹੁਤੇ ਵੀ ਨਹੀਂ ਹਨ, ਬਹੁਵਚਨ ਵੀ ਨਹੀਂ ਹੈ। ਇੱਥੇ ਸੰਬੋਧਨ ਵੀ ਨਹੀਂ ਹੈ, ਹੇ ਗੁਰੂ ਰਾਮਦਾਸ ਸਾਹਿਬ। ਇੱਥੇ ਲੁਪਤ ਸੰਬੰਧਕ ਆਏਗਾ, ਹਿਡਨ ਪ੍ਰੈਪੋਜੀਸ਼ਨ ਹੈਗੀ ਹੈ ਦੇ। ਗੁਰੂ ਰਾਮਦਾਸ ਪਾਤਸ਼ਾਹ ਦੇ ਤਨ, ਤਨ ਦੇ ਨੰਨੇ ਨੂੰ ਆ ਗਈ ਔਂਕੜ, ਤਨ ਮੈਨੇ ਪੁੱਤਰ।
ਤਨ ਦਾ ਅਰਥ ਪੁੱਤਰ। ਕੁੰਮੀ ਜਲਮਾ ਹੈ, ਤਨ ਤਿਸ ਬਾਹਰ। ਕੱਛੂ ਕੁੰਮੀ ਪਾਣੀ ਚ ਹੈ, ਉਹਦੇ ਬੱਚੇ ਬਾਹਰ ਨੇ। ਤਨ ਦਾ ਮਤਲਬ ਬੱਚੇ, ਤਨ ਦਾ ਮਤਲਬ ਅੱਗੋਂ ਉਹਦਾ ਨਹੀਂ ਔਲਾਦ, ਤਨ ਪੁੱਤਰ। ਗੁਰੂ ਰਾਮਦਾਸ ਤਨ ਭਾਵ ਗੁਰੂ ਰਾਮਦਾਸ ਪਾਤਸ਼ਾਹ ਦਾ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਸੋਢੀ ਕੁਲ ਵਿੱਚ ਹਨ। ਧਰਮ ਤੁਜਾ, ਧਰਮ ਦੇ ਮੰਮੇ ਨੂੰ ਔਂਕੜ ਨਹੀਂ ਆਈ, ਧਰਮ ਤੇ ਇੱਕੋ ਹੀ ਹੈ। ਏਕੋ ਧਰਮ ਜਿਹੜੇ ਸੱਚ ਕੋਈ, ਧਰਮ ਤੇ ਇੱਕੋ ਹੀ ਹੈ। ਬਲੇ ਉਚਰਾਗ ਅੰਧਿਆਰ ਮੈਂ ਸਭ ਕਲ ਉਤਰੀ, ਇੱਕ ਨਾਮ ਧਰਮ, ਧਰਮ ਤੇ ਇੱਕੋ ਹੀ ਹੈ। ਉਹ ਕਿਹੜਾ ਹੈ? ਏਕੋ ਧਰਮ ਦ੍ਰਿੜ ਸੱਚ ਕੋਈ। ਕੋਈ ਸੱਚ ਦੇ ਆਧਾਰ ਤੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੇ, ਉਹਦਾ ਨਾਮ ਧਰਮ ਹੈ। ਬਸ ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਣਾ ਹੀ ਧਰਮ ਹੈ, ਹੋਰ ਕੋਈ ਧਰਮ ਨਹੀਂ ਇਸ ਦੁਨੀਆ 'ਚ। ਧਰਮ ਇੱਕ ਹੈ। ਉਸ ਧਰਮ ਦੇ ਮੰਮੀ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਲੁਪਤ ਸੰਬੰਧਕ ਆ ਗਿਆ ਦੀ ਤੁਜਾ। ਧਰਮ ਦੀ ਤੁਜਾ, ਧਰਮ ਦਾ ਝੰਡਾ, ਧਰਮ ਦਾ ਨਿਸ਼ਾਨ। ਗੁਰੂ ਅਰਜਨ ਦੇਵ ਪਾਤਸ਼ਾਹ ਧਰਮ ਦਾ ਨਿਸ਼ਾਨ ਹੈ। ਭਾਵ ਧਰਮ ਦਾ ਝੰਡਾ ਮੈਨੇ ਧਰਮ ਦੀ ਨਿਸ਼ਾਨੀ ਹੈ। ਦੁਨੀਆ ਨੂੰ ਪਤਾ ਲੱਗ ਜਾਏ ਧਰਮ ਕੀ ਹੁੰਦਾ ਹੈ। ਜਿਹਨੇ ਧਰਮ ਦੇਖਣਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਨੂੰ ਦੇਖ ਲੈ, ਧਰਮ ਨਜ਼ਰ ਆ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਧਰਮ ਦੀ ਨਿਸ਼ਾਨੀ ਹੈ ਕਿ ਧਰਮ ਹੋਣਾ ਕੀ ਚਾਹੀਦਾ ਹੈ। ਧਰਮ ਕਹਿੰਦੇ ਕਿਹਨੂੰ ਨੇ? ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੀਵਨ ਧਰਮ ਦੀ ਨਿਸ਼ਾਨੀ ਹੈ। ਭਾਵ ਸੱਚ ਦੇ ਆਧਾਰ ਤੇ ਉਹਨਾਂ ਨੇ ਜ਼ਿੰਦਗੀ ਜੀਵੀ ਹੈ, ਇਸ ਕਰਕੇ ਉਹ ਧਰਮੀ ਹਨ। ਉਹਨਾਂ ਵੱਲ ਦੇਖਦਿਆਂ ਹੀ ਧਰਮ ਯਾਦ ਆ ਜਾਂਦਾ ਹੈ ਵੀ ਧਰਮ ਹੈ ਕੀ ਹੈ। ਧਰਮ ਹੈ ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਣਾ। ਸਭ ਤੋਂ ਪਹਿਲਾਂ ਕੋਈ ਕਿਸੇ ਦਾ ਪੁੱਤਰ ਹੈ, ਪੁੱਤਰ ਦਾ ਇੱਕ ਧਰਮ ਹੁੰਦਾ ਹੈ। ਸਾਰੇ ਪੁੱਤਰ ਚੰਗੇ ਨਹੀਂ ਹੁੰਦੇ। ਚੰਗੇ ਪੁੱਤਰ ਦਾ ਇੱਕ ਧਰਮ ਹੈ, ਇੱਕ ਫਰਜ਼ ਹੈ ਕਿ ਪੁੱਤਰ ਕਿੱਦਾਂ ਦਾ ਹੋਣਾ ਚਾਹੀਦਾ ਹੈ। ਫਿਰ ਉਹ ਕਿਸੇ ਦਾ ਭਰਾ ਹੈ, ਭਰਾ ਕਿੱਦਾਂ ਦਾ ਹੋਣਾ ਚਾਹੀਦਾ ਹੈ। ਫਿਰ ਉਹ ਕਿਸੇ ਦਾ ਪਤੀ ਹੈ, ਫਿਰ ਉਹ ਕਿਸੇ ਦਾ ਪਿਤਾ ਹੈ, ਫਿਰ ਉਹ ਕਿਸੇ ਦਾ ਮਾਮਾ ਚਾਚਾ ਤਾਇਆ ਆਦਿਕ ਹੈ, ਫਿਰ ਉਹ ਕਿਸੇ ਦਾ ਦਾਦਾ ਨਾਨਾ ਵੀ ਹੈ। ਪਰ ਸਾਰੇ ਦਾਦੇ ਨਾਨੇ ਚੰਗੇ ਨਹੀਂ ਹੁੰਦੇ, ਉਹਨਾਂ ਦੀ ਇੱਕ ਕੁਆਲਿਟੀ ਹੁੰਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਧਰਮ ਦੇ ਨਿਸ਼ਾਨ ਨੇ, ਐਸੇ ਨਿਸ਼ਾਨ ਨੇ। ਉਹਨਾਂ ਨੇ ਦੱਸਿਆ ਵੀ ਧਰਮ ਅਸਲ ਦੇ ਵਿੱਚ ਹੁੰਦਾ ਕੀ ਹੈ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਪੁੱਤਰ ਨੇ ਤੇ ਉਹਨਾਂ ਨੇ ਪੁੱਤਰ ਹੋਣ ਦਾ ਫਰਜ਼ ਪੂਰਾ ਕੀਤਾ। ਪੁੱਤਰ ਤੇ ਪ੍ਰਿਥੀ ਚੰਦ ਵੀ ਸੀ, ਮਹਾਦੇਵ ਵੀ ਸੀ, ਪਰ ਪੁੱਤਰ ਕੈਸਾ ਹੋਵੇ? ਜਿਹੜਾ ਹੁਕਮ ਮੰਨਣ ਵਾਲਾ ਹੋਵੇ ਪਿਤਾ ਦਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਭਰਾ ਸਾਰੇ ਚੰਗੇ ਨਹੀਂ ਹੁੰਦੇ। ਭਰਾ ਤੇ ਪ੍ਰਿਥੀ ਚੰਦ ਵੀ ਸੀ, ਜਿਹੜਾ ਆਪਣੇ ਸਕੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਾਰਨਾ ਚਾਹੁੰਦਾ ਹੈ। ਪਰ ਦੂਜੇ ਪਾਸੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਨੇ। ਪ੍ਰਿਥੀ ਚੰਦ ਪੱਗ ਨੂੰ ਹੱਥ ਪਾਉਂਦਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਆਪ ਪੱਗ ਲਾ ਕੇ ਦੇ ਦਿੰਦੇ ਨੇ, ਤੁਸੀਂ ਰੱਖ ਲਓ। ਹੁਣ ਮੈਨੂੰ ਨਿੱਕਾ ਵੀਰ ਸਮਝ ਕੇ ਮਾਫ ਕਰ ਦਿਓ। ਲਘੂ ਜਾਣ ਕਰ ਸ਼ੰਕ ਨਿਵਾਰੋ, ਲਿਹੋ ਪਾਗ ਸਿਰ ਉੱਪਰ ਤਾਰੋ। ਧਰਮ ਦੇ ਨਿਸ਼ਾਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਉਹਨਾਂ ਨੇ ਦੱਸਿਆ ਵੀ ਧਰਮ ਕਹਿੰਦੇ ਕਿਹਨੂੰ ਨੇ? ਜ਼ਿੰਦਗੀ ਵਿੱਚ ਸੱਚ ਦੇ ਆਧਾਰ ਤੇ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ। ਭਰਾ ਹੋਣ ਦਾ ਫਰਜ਼ ਹੈ, ਪਿਤਾ ਹੋਣ ਦਾ ਫਰਜ਼ ਹੈ, ਪਤੀ ਹੋਣ ਦਾ ਫਰਜ਼ ਹੈ। ਬੀਬੀ ਭਾਨੀ ਦੇ ਪਤੀ ਨੇ, ਔਰ ਖਿਮਾ ਕਰਨਾ, ਬੀਬੀ ਭਾਨੀ ਦੇ ਪਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਧਰਮ ਦਿੱਤਾ ਤੇ ਉਹ ਵਾਲਾ ਗੁਣ ਵੀ ਨਾਲ ਦੇ ਦਿੱਤਾ ਵੀ ਤੂੰ ਪਤੀ ਕਿੱਦਾਂ ਦਾ ਹੋਣਾ ਚਾਹੀਦਾ ਹੈ। ਤੇ ਉਦੋਂ ਮਾਤਾ ਗੰਗਾ ਜੀ ਦੇ ਪਤੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਪਤੀ ਹੋਣ ਦਾ ਫਰਜ਼ ਪੂਰਾ ਕੀਤਾ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਪਿਤਾ ਵੀ ਨੇ। ਪਿਤਾ ਕਿੱਦਾਂ ਦਾ ਹੋਵੇ? ਜਿਹੜਾ ਪੁੱਤਰ ਨੂੰ ਚੰਗੇ ਪਾਸੇ ਤੋਰੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਧਰਮ ਵਾਲੇ ਪਾਸੇ ਲਾਇਆ। ਦਾਦਾ ਨੇ, ਨਾਨਾ ਨੇ, ਗੱਲ ਕੀ, ਫਿਰ ਉਹ ਗੁਰੂ ਵੀ ਨੇ। ਗੁਰੂ ਹੋਣ ਦੇ ਨਾਤੇ ਸਿੱਖ ਨੂੰ ਧਰਮ ਨਾਲ ਜੋੜਿਆ, ਰੱਬ ਨਾਲ ਜੋੜਿਆ। ਗੁਰੂ ਹੋਣ ਦੇ ਨਾਤੇ ਸ਼ਹਾਦਤ ਦੇ ਪੂਰਨੇ ਵੀ ਪਾਏ ਕਿ ਜਦੋਂ ਧਰਮ ਤੇ ਆਂਚ ਆ ਜਾਏ ਉਦੋਂ ਆਪਣੇ ਤਨ ਦੀ ਸ਼ਹਾਦਤ ਦੇਣੀ ਜ਼ਰੂਰੀ ਹੋ ਜਾਂਦੀ ਹੈ। ਸ਼ਹਾਦਤ ਦੇ ਪੂਰਨੇ ਪਾ ਕੇ ਦਿਖਾਏ। ਇਹਨੂੰ ਕਹਿੰਦੇ ਨੇ ਧਰਮ ਦਾ ਦੀ ਤੁਜਾ, ਧਰਮ ਦਾ ਝੰਡਾ, ਧਰਮ ਦੀ ਨਿਸ਼ਾਨੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਵੀ ਧਰਮ ਕਹਿੰਦੇ ਕਿਹਨੂੰ ਨੇ? ਕਿ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ। ਸਿਰਫ ਰਿਸ਼ਤਿਆਂ ਪ੍ਰਤੀ ਨਹੀਂ, ਸਿਰਫ ਮਾਪਿਓ ਪ੍ਰਤੀ, ਬੱਚਿਆਂ ਪ੍ਰਤੀ ਹੀ ਨਹੀਂ, ਗੁਆਂਢੀ ਦੇ ਪ੍ਰਤੀ ਮੇਰਾ ਕੀ ਫਰਜ਼ ਹੈ, ਇਹ ਮੇਰਾ ਧਰਮ ਹੈ। ਇਸ ਹਵਾ ਦੇ ਪ੍ਰਤੀ ਮੇਰਾ ਕੀ ਫਰਜ਼ ਹੈ, ਪਾਣੀ ਪ੍ਰਤੀ ਮੇਰਾ ਕੀ ਫਰਜ਼ ਹੈ, ਜ਼ਮੀਨ ਪ੍ਰਤੀ ਮੇਰਾ ਕੀ ਫਰਜ਼ ਹੈ, ਪਸ਼ੂਆਂ ਤੇ ਪੰਛੀਆਂ ਪ੍ਰਤੀ ਮੇਰਾ ਕੀ ਫਰਜ਼ ਹੈ, ਬਨਸਪਤੀ ਜੰਗਲਾਂ ਪੇੜ ਪੌਦਿਆਂ ਦੇ ਪ੍ਰਤੀ ਮੇਰਾ ਕੀ ਫਰਜ਼ ਹੈ। ਇਹ ਸਾਰੇ ਮੇਰੇ ਧਰਮ ਨੇ ਮਨੁੱਖ ਹੋਣ ਦੇ ਨਾਤੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਸਾਰੇ ਧਰਮ ਨਿਭਾ ਕੇ ਦਿਖਾਏ। ਭੱਟ ਕਲਸਾਰ ਜੀ ਆਖਦੇ ਨੇ ਕਿ ਜਦੋਂ ਧਰਮ ਦੀ ਨਿਸ਼ਾਨੀ ਦੇਖਣੀ ਹੋਵੇ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਵੱਲ ਦੇਖ ਲਓ। ਪੁੱਤਰ ਕਿੱਦਾਂ ਦਾ ਹੋਵੇ, ਭਰਾ ਕਿੱਦਾਂ ਦਾ ਹੋਣਾ ਚਾਹੀਦਾ ਹੈ, ਪਿਤਾ ਕਿੱਦਾਂ ਦਾ ਹੋਣਾ ਚਾਹੀਦਾ ਹੈ, ਪਤੀ ਕਿੱਦਾਂ ਦਾ ਹੋਣਾ ਚਾਹੀਦਾ ਹੈ।
ਜਾਂ ਗੁਰੂ ਕਿੱਦਾਂ ਦਾ ਹੋਣਾ ਚਾਹੀਦਾ ਹੈ, ਵਾਤਾਵਰਨ ਦੀ ਸੰਭਾਲ ਕਰਨ ਵਾਲਾ ਵਾਤਾਵਰਨ ਪ੍ਰੇਮੀ ਕਿੱਦਾਂ ਦਾ ਹੋਣਾ ਚਾਹੀਦਾ ਹੈ। ਹਰ ਇੱਕ ਫਰਜ਼ ਨੂੰ ਸੱਚ ਦੇ ਆਧਾਰ ਤੇ ਜੀ ਕੇ ਦਿਖਾਇਆ। ਇਸ ਕਰਕੇ ਧਰਮ ਦੀ ਨਿਸ਼ਾਨੀ ਨੇ ਗੁਰੂ ਗ੍ਰੰਥ ਪਾਤਸ਼ਾਹ। ਕੁਲ ਸੋਢੀ ਗੁਲਾਮ ਦਾਸ ਤਨ ਧਰਮ ਤੁਜਾ, ਅਰਜੁਨ ਹਰ ਭਗਤਾ, ਗੁਰੂ ਅਰਜਨ ਦੇਵ ਹਰੀ ਦੇ ਭਗਤ ਹਨ। ਅਰਜੁਨ ਨੰਨੇ ਨੂੰ ਔਂਕੜ ਆ ਗਈ, ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੱਲ ਚੱਲ ਰਹੀ ਹੈ। ਜੱਜੇ ਨੂੰ ਔਂਕੜ, ਭੱਟਾਂ ਦਾ ਆਪਣਾ ਲਹਿਜਾ ਹੈ, ਉਹਨਾਂ ਦਾ ਆਪਣਾ ਐਕਸੈਂਟ ਹੈ ਸੰਸਕ੍ਰਿਤ ਨੂੰ ਬੋਲਣ ਦਾ, ਇਸ ਕਰਕੇ ਉਹ ਅਰਜਨ ਨੂੰ ਅਰਜੁਨ ਕਰਕੇ ਬੋਲਦੇ ਨੇ। ਤੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਐਜ਼ ਇਟ ਇਜ਼ ਇਨ ਬਿਨ ਉਹਨਾਂ ਦੀ ਇਸ ਲਿਖਤ ਨੂੰ ਗੁਰਬਾਣੀ ਚ ਦਰਜ ਕੀਤਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਨ। ਅਰਜਨ ਜੱਜੇ ਦੇ ਨਾਲ ਔਂਕੜ ਨਹੀਂ ਹੈ। ਸਿਰਫ ਭੱਟਾਂ ਦੇ ਸਮੇਂ ਚ ਭੱਟਾਂ ਦੀ ਕਿਉਂਕਿ ਬੋਲਣ ਦੀ ਜਿਹੜੀ ਸ਼ੈਲੀ ਹੈ ਉਹ ਸੰਸਕ੍ਰਿਤ ਵਾਲੀ ਹੋਣ ਕਰਕੇ ਉਹ ਅਰਜੁਨ ਕਹਿ ਰਹੇ ਨੇ। ਪਰ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਅਰਜਨ ਵਟੋਂ ਕੁਰਬਾਨੀ, ਉਹ ਅਰਜਨ ਕਹਿੰਦੇ ਨੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਮਾ ਜੀ ਨੇ ਰਿਸ਼ਤੇ ਦੇ ਵਿੱਚ। ਸੱਤਾ ਬਲਵੰਡ ਜੀ ਜਿਹੜੇ ਕੀਰਤਨ ਕਰਦੇ ਨੇ ਪੰਚਮ ਪਾਤਸ਼ਾਹ ਦੇ ਦਰਬਾਰ ਚ, ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਅਰਜੁਨ ਨਹੀਂ। ਉਹ ਵੀ ਸਤਿਗੁਰੂ ਪੰਚਮ ਪਾਤਸ਼ਾਹ ਦਾ ਨਾਮ ਅਰਜਨ ਕਹਿ ਕੇ ਉਹ ਸੰਬੋਧਨ ਕਰਦੇ ਨੇ ਜਦੋਂ ਸੱਤੇ ਬਲਵੰਡ ਦੀ ਅਸੀਂ ਵਾਰ ਪੜ੍ਹਦੇ ਹਾਂ। ਹਾਂਜੀ, ਇਸ ਤੋਂ ਅੱਗੇ ਅਗਲਾ ਸਵਈਆ ਆਰੰਭ ਹੈ। ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਨ। ਧਰਮ ਧੀਰ, ਧਰਮ ਇੱਥੇ ਧਰਮ ਹੱਥ ਲਿਖਤ ਬੀੜਾਂ ਦੇ ਵਿੱਚ ਰਾਰਾ ਪੂਰਾ ਮਿਲਦਾ ਹੈਗਾ। ਭਾਵ ਧਰਮ, ਧੀਰ, ਧੀਰ ਚ ਮੈਨੇ ਧੀਰ ਮੈਨੇ ਧੀਰਜ, ਰਾਰੇ ਨੂੰ ਔਂਕੜ ਆ ਗਈ ਕਿਉਂਕਿ ਧੀਰਜ ਇੱਕ ਵਚਨ ਪੁਲਿੰਗ ਨਾਉ ਹੋਣ ਕਰਕੇ ਰਾਰਾ ਔਂਕੜ ਸਹਿਤ ਆ ਗਿਆ। ਧਰਮ ਉਹਨਾਂ ਦਾ ਧੀਰਜ ਹੈ, ਉਹਨਾਂ ਦਾ ਧਰਮ ਕੀ ਹੈ? ਧੀਰਜ। ਧੀਰਜ ਦੇ ਨਾਲ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰਾ ਕਰਦੇ ਨੇ। ਭਰਾ ਕਿੰਨੀ ਵੀ ਦੁਸ਼ਮਣੀ ਕਰਦਾ ਹੋਵੇ, ਧੀਰਜ ਹੈ। ਸੁਲੇਬੀ ਖਾਨ ਚੜ ਕੇ ਆਉਂਦੇ ਨੇ ਤਾਂ ਵੀ ਧੀਰਜ ਹੈ। ਮਹਾਦੇਵ ਕੁਛ ਆਖਦਾ, ਕਰਮੋ ਕੁਛ ਆਖਦੀ ਹੈ ਤਾਂ ਵੀ ਉਹਨਾਂ ਦੇ ਅੰਦਰ ਧੀਰਜ ਹੈ, ਟਿਕਾਓ ਹੈ। ਉਛਲਦੇ ਨਹੀਂ ਹਨ, ਕ੍ਰੋਧ ਵਿੱਚ ਨਹੀਂ ਆਉਂਦੇ, ਹੰਕਾਰ ਚ ਨਹੀਂ, ਈਰਖਾ ਚ, ਨਫ਼ਰਤ ਚ ਨਹੀਂ ਉਛਲਦੇ। ਤਾਂ ਵੀ ਇਸੇ ਕਰਕੇ ਪੰਚਮ ਪਾਤਸ਼ਾਹ ਨੂੰ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ, ਉਹਨਾਂ ਚ ਧੀਰਜ ਹੈ। ਬ੍ਰਾਹਮਣਾਂ ਨੇ ਅੱਤ ਕੀਤੀ, ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਨੇ ਅੱਤ ਕਰ ਦਿੱਤੀ, ਸਖੀ ਸਰਵਰੀਆਂ ਨੇ ਅੱਤ ਕੀਤੀ, ਸ਼ੇਖ ਫਰੀਦ ਬੁਖਾਰੀ ਨੇ ਅੱਤ ਕੀਤੀ, ਜਿਹੜਾ ਬਾਅਦ ਚ ਮੁਰਤਜ਼ਾ ਖਾਨ ਜੀ ਨੂੰ ਪਦਵੀ ਮਿਲੀ, ਅਹਿਮਦ ਸਰਹੰਦੀ ਨੇ ਅੱਤ ਕੀਤੀ, ਜਹਾਂਗੀਰ ਬਾਦਸ਼ਾਹ ਨੇ ਅੱਤ ਕੀਤੀ, ਪਰ ਉਹ ਧੀਰਜ ਵਿੱਚ ਹੀ ਰਹੇ। ਤੱਤੀ ਤਵੀ ਤੇ ਬੈਠੇ ਨੇ ਤਾਂ ਵੀ ਧੀਰਜ ਹੈ, ਸ਼ਾਂਤੀ ਹੈ। ਰੇਤ ਤੇ ਗਰਮ ਕੜਛੇ ਸੀਸ ਤੇ ਪੈ ਰਹੇ ਨੇ ਤਾਂ ਵੀ ਧੀਰਜ ਹੈ, ਸ਼ਾਂਤੀ ਹੈ। ਕੋਈ ਸ਼ਿਕਾਇਤ ਨਹੀਂ ਹੈ। ਉਲਾਹੁ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਪੰਚਮ ਪਾਤਸ਼ਾਹ ਦੇ ਵਚਨ ਮੈਂ ਕੋਈ ਉਲਾਮਾ ਦਿੱਤਾ ਹੀ ਨਹੀਂ। ਇਹਨਾਂ ਧੀਰਜ ਹੈ, ਇਹਨਾਂ ਟਿਕਾਓ ਹੈ। ਗੁਰਮਤਿ ਗੰਭੀਰ, ਹੱਥ ਲਿਖਤ ਬੀੜਾਂ ਦੇ ਵਿੱਚ ਇਹ ਪਾਠ ਗੱਗੇ ਦੇ ਉੱਪਰ ਟਿੱਪੀ ਦੇ ਨਾਲ ਮਿਲਦਾ ਹੈ, ਗੰਭੀਰ। ਗੁਰਮਤਿ ਗੰਭੀਰ ਭਾਵ ਗੁਰੂ ਦੀ ਮੱਤ ਵਾਲੇ, ਗੰਭੀਰ ਮੈਨੇ ਗੁਰਮਤਿ ਵਿੱਚ ਬੜੇ ਡੂੰਘੇ ਨੇ। ਪਰ ਦੁੱਖ ਵਿਸਾਰਨ, ਪਰ ਮੈਨੇ ਪਰਾਏ ਦੁੱਖ ਨੂੰ, ਵਿਸਾਰਨ ਮੈਨੇ ਦੂਰ ਕਰਨ ਵਾਲੇ ਹਨ। ਪਰਾਏ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। ਦੁੱਖ ਬਹੁਵਚਨ ਸ਼ਬਦ ਹੈ, ਪਰ ਦੁੱਖ ਮੈਨੇ ਪਰਾਏ ਦੁੱਖਾਂ ਨੂੰ, ਵਿਸਾਰਨ ਮੈਨੇ ਦੂਰ ਕਰਨ ਵਾਲੇ ਹਨ। ਵਿਸਾਰਨ ਉਹਨਾਂ ਦਾ ਵਿਸ਼ੇਸ਼ਣ ਇੱਕ ਵਚਨ ਪੁਲਿੰਗ ਹੋਣ ਕਰਕੇ ਨਾਣੇ ਨੂੰ ਔਂਕੜ ਨਾਲ ਆ ਗਿਆ। ਪਰਾਏ ਦੁੱਖਾਂ ਨੂੰ ਦੂਰ ਕਰਨ ਵਾਲਾ। ਸ਼ਬਦ ਸਾਰ, ਇੱਥੇ ਸ਼ਬਦ ਦੇ ਦੱਦੇ ਨੂੰ ਔਂਕੜ ਆਣੀ ਚਾਹੀਦੀ ਹੈ। ਸ੍ਰੇਸ਼ਟ ਸ਼ਬਦ, ਸਾਰ ਉਹਨਾਂ ਦਾ ਵਿਸ਼ੇਸ਼ਣ ਵੀ ਰਾਰੇ ਨੂੰ ਔਂਕੜ ਨਾਲ ਸ੍ਰੇਸ਼ਟ ਹੈ। ਹਰ ਸਮ ਉਦਾਰ, ਸਮ ਮੈਨੇ ਬਰਾਬਰ, ਹਰੀ ਵਰਗੇ, ਉਦਾਰ, ਉਹ ਹਰੀ ਵਰਗੇ ਉਦਾਰ ਮੈਨੇ ਖੁੱਲੇ ਦਿਲ ਵਾਲੇ ਹਨ। ਅਹਮੇਵ ਨਿਵਾਰਨ, ਹੰਕਾਰ ਦਾ ਨਾਸ਼ ਕਰਨ ਵਾਲੇ। ਮੈਂ ਇੱਥੇ ਆਪ ਜੀ ਨੂੰ ਦਰਸ਼ਨ ਵੀ ਕਰਾ ਦਿੰਦਾ ਵਾ ਹੱਥ ਲਿਖਤ ਬੀੜਾਂ ਦੇ ਵਿੱਚੋਂ, ਇੱਕ ਵਾਰ ਆਪ ਜੀ ਦੇਖ ਲਓ। ਹਾਂਜੀ, ਆ ਦੇਖੋ ਜੀ, ਗੰਭੀਰ ਜਿਹੜਾ ਉਹ ਟਿੱਪੀ ਦੇ ਨਾਲ ਪਾਠ ਆ ਰਿਹਾ ਹੈ। ਬਹੁਤ ਸਾਰੀਆਂ ਬੀੜਾਂ ਦੇ ਵਿੱਚ ਬਕਾਇਦਾ ਦਿੱਤੇ ਨੇ, ਇਹ ਹੱਥ ਲਿਖਤ ਬੀੜਾਂ ਨੇ। ਪ੍ਰਿੰਟਡ ਬੀੜ ਦੇ ਵਿੱਚ ਗੰਭੀਰ ਲਿਖਿਆ ਹੋਇਆ ਤੇ ਧਰਮ ਦੇ ਉੱਪਰ ਵੀ ਰਾਰਾ ਪੈਰ ਦੇ ਵਿੱਚ ਪਾਇਆ। ਹੱਥ ਲਿਖਤ ਬੀੜਾਂ ਵਿੱਚ ਧਰਮ ਪੂਰਾ ਹੈਗਾ ਤੇ ਉਹਦੇ ਤੋਂ ਇਲਾਵਾ ਗੰਭੀਰ ਦੇ ਉੱਤੇ ਆ ਦੇਖੋ ਟਿੱਪੀ ਆ ਰਹੀ ਹੈਗੀ ਹੈ, ਗੰਭੀਰ ਗੰਭੀਰ ਗੰਭੀਰ। ਧਰਮ ਵੀ ਪੂਰਾ ਆ ਰਿਹਾ ਹੈ, ਗੰਭੀਰ ਵੀ ਪੂਰਾ ਆ ਰਿਹਾ ਹੈਗਾ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਬੀੜ ਦੇ ਵੀ ਦਰਸ਼ਨ ਕਰਾ ਦਿੰਦਾ ਵਾਂ। ਧਰਮ ਰਾਰਾ ਪੂਰਾ ਹੈਗਾ ਵੇ, ਧੀਰ
ਗੁਰਮਤ ਗੰਭੀਰ ਦੇ ਉੱਤੇ ਦੇਖੋ ਟਿੱਪੀ ਪਾਈ ਹੋਈ ਹੈ, ਗੰਭੀਰ। ਇਦਾਂ ਹੀ ਸ਼ਬਦ ਦੇ ਵੀ ਦੱਦੇ ਨੂੰ ਔਂਕੜ ਹੈਗੀ ਹੈ, ਸ਼ਬਦ ਸਾਰ ਭਾਵ ਸ੍ਰੇਸ਼ਟ ਸ਼ਬਦ, ਸ਼ਬਦ ਦਾ ਵਿਸ਼ੇਸ਼ਣ ਸਾਰ ਵੀ ਔਂਕੜ ਨਾਲ ਆ ਗਿਆ। ਇਹ ਆਪ ਜੀ ਦੇਖ ਸਕਦੇ ਹੈਗੇ ਹੋ। ਹਾਂਜੀ, ਇਸ ਤੋਂ ਅੱਗੇ ਮਹਾਦਾਨ ਸਤਿਗੁਰ ਗਿਆਨ। ਮਹਾਦਾਨ ਮੈਨੇ ਮਹਾਦਾਨੀ, ਦਾਨੀ ਸ਼ਬਦ ਦਾਨ ਕਰਕੇ ਆਇਆ ਔਰ ਨੰਨੇ ਨੂੰ ਜਿਹੜੀ ਸਿਹਾਰੀ ਹੈ ਇਹਦਾ ਭਾਵ ਦਾਨੀ ਹਨ, ਤੇ ਇੱਥੇ ਦਾਨ ਸ਼ਬਦ ਦੇ ਨਾਲ ਹੀ ਦਾਨੀ ਦਾ ਅਰਥ ਦਿੱਤਾ ਗਿਆ ਹੈ। ਆਪ ਬੜੇ ਦਾਨਵੰਤ ਹਨ, ਕਹਿ ਲੋ ਦਾਨੀ ਹਨ। ਜੇ ਦਾਨ ਨੰਨਾ ਮੁਕਤਾ ਹੁੰਦਾ ਫਿਰ ਬਹੁਤੇ ਦਾਨ ਹੋ ਜਾਣਾ ਸੀ, ਨੰਨੇ ਨੂੰ ਔਂਕੜ ਆਉਂਦੀ ਫਿਰ ਇੱਕ ਦਾਨ ਹੋਣਾ ਸੀ। ਨੰਨੇ ਨੂੰ ਸਿਹਾਰੀ ਮੈਨੇ ਮਹਾਦਾਨੀ, ਮਹਾਦਾਨੀ ਨੂੰ ਜਿਹੜਾ ਇੱਥੇ ਸਿਹਾਰੀ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ। ਮਹਾਦਾਨ ਸਤਿਗੁਰ ਗਿਆਨ, ਸਤਿਗੁਰ ਦੇ ਰਾਰੇ ਨੂੰ ਔਂਕੜਤਾ ਨਹੀਂ ਆਈ, ਸਤਿਗੁਰ ਦੇ ਗਿਆਨ ਦੇ ਭਾਵ ਨੰਨੇ ਨੂੰ ਸਿਹਾਰੀ ਨਾਲ ਵਾਲੇ, ਭਾਵ ਗੁਰੂ ਦੇ ਗਿਆਨ ਵਾਲੇ ਹਨ, ਸੱਚੇ ਗੁਰੂ ਦੇ ਗਿਆਨ ਦੇ ਨਾਲ ਭਰੇ ਹੋਏ ਹਨ। ਮਨ ਚਾਉ ਨਾ ਹੁੱਟੇ, ਮਨ ਦੇ ਨੰਨੇ ਨੂੰ ਆ ਗਈ ਸਿਹਾਰੀ, ਮਨ ਵਿੱਚ ਚਾਉ ਨਾ ਹੁੱਟੇ, ਉਹਨਾਂ ਦੇ ਮਨ ਵਿੱਚੋਂ ਕਦੀ ਉਤਸ਼ਾਹ ਮੁੱਕਦਾ ਹੀ ਨਹੀਂ ਹੈ, ਸਦਾ ਹੀ ਉਤਸ਼ਾਹ ਬਣਿਆ ਰਹਿੰਦਾ ਹੈ। ਸਤਵੰਤ ਹਰ ਨਾਮ ਮੰਤਰ, ਸਤਵੰਤ ਸਤ ਮੈਨੇ ਸੱਚਾਈ, ਸੱਚਾਈ ਵਾਲੇ ਭਰੇ ਹੋਏ, ਸੱਚੇ ਰੂਪ ਵਾਲੇ, ਵੰਤ ਮੈਨੇ ਵੇਤਾ, ਤਤ ਵੇਤਾ, ਸਤ ਵੇਤਾ ਭਾਵ ਸੱਚ ਨਾਲ ਭਰੇ ਹੋਏ ਜਿਹੜੇ ਸਤਵੰਤ ਹਨ। ਹਰ ਨਾਮ ਮੰਤਰ, ਜਿਹੜਾ ਪ੍ਰਭੂ ਦਾ ਨਾਮ ਮੰਤਰ ਹੈ ਉਹਨਾਂ ਦੇ ਕੋਲ ਖਜ਼ਾਨਾ ਹੈ। ਕਿਹੜਾ ਖਜ਼ਾਨਾ ਹੈ? ਨਵਨਿਧ ਨਾ ਨਿਖੁੱਟੈ, ਮਨੋ ਇਹ 9 ਨਦੀਆਂ ਹਨ ਜਿਹੜਾ ਖਜ਼ਾਨਾ ਨਾ ਨਿਖੁੱਟੈ ਮੈਨੇ ਮੁੱਕਦਾ ਨਹੀਂ ਹੈ। ਨਵ 9 ਵਾਸਤੇ ਆਇਆ ਤੇ ਨਿਧ ਮੈਨੇ ਨਿਧੀ, ਤੱਦੇ ਨੂੰ ਸਿਹਾਰੀ। ਇਹ ਮੌਲਿਕ ਤਤਸਮ ਸ਼ਬਦ ਹੈ ਸੰਸਕ੍ਰਿਤ ਦਾ, ਹਰੀ ਦਿਸੀ ਤੇ ਨਿਧ, ਸਿਹਾਰੀ ਦੇ ਨਾਲ ਹੀ ਇਹ ਸ਼ਬਦ ਆਉਂਦੇ ਨੇ। ਨਾ ਨਿਖੁੱਟੈ ਭਾਵ ਸਤਿਗੁਰੂ ਪਾਤਸ਼ਾਹ ਆਪ ਸਤਵੰਤ ਹਨ। ਹਰੀ ਦਾ ਨਾਮ ਰੂਪੀ ਮੰਤਰ ਜਿਹੜਾ ਹੈ 9 ਨਦੀਆਂ ਦਾ ਖਜ਼ਾਨਾ, ਉਹਨਾਂ ਦਾ ਕਦੀ ਮੁੱਕਦਾ ਨਹੀਂ ਹੈ। ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ। ਗੁਰੂ ਰਾਮਦਾਸ ਤਨ, ਇੱਥੇ ਗੁਰੂ ਰਾਮਦਾਸ ਦੇ ਸੱਸੇ ਨੂੰ ਔਂਕੜ ਤਾਂ ਨਹੀਂ ਆਈ, ਗੁਰ ਦੇ ਸੱਸੇ ਨੂੰ ਔਂਕੜ ਤਾਂ ਨਹੀਂ ਆਈ, ਲੁਪਤ ਸੰਬੰਧਕ ਆ ਗਿਆ ਦੇ, ਗੁਰੂ ਰਾਮਦਾਸ ਸਾਹਿਬ ਜੀ ਦੇ। ਤਨ ਨੰਨੇ ਨੂੰ ਆ ਗਈ ਔਂਕੜ ਮੈਨੇ ਪੁੱਤਰ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਸੁਪੁੱਤਰ ਹੈ। ਸਰਬ ਮੈਂ ਜਿਹੜਾ ਸਾਰਿਆਂ ਚ ਵਿਆਪਕ ਰੂਪ ਹੈ, ਸਹਿਜ ਚੰਦੋਵਾ ਤਾਣਿਓ। ਇੱਥੇ ਸਹਿਜ ਦੇ ਜੱਜੇ ਨੂੰ ਸਿਹਾਰੀ ਮਿਲਦੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਸਹਿਜ ਦੇ ਜੱਜੇ ਨੂੰ ਸਿਹਾਰੀ ਲੱਗੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਜਿਸ ਜੱਜੇ ਨੂੰ ਸਿਹਾਰੀ ਲੱਗ ਗਈ ਮੈਨੇ ਸਹਿਜ ਵਿੱਚ ਘਰ ਕੀ ਅਰਥ ਆ ਗਏ, ਸਹਿਜ ਵਿੱਚ ਚੰਦੋਵਾ ਤਾਣਿਓ, ਗੱਲ ਬਣਦੀ ਨਹੀਂ ਹੈ। ਇੱਥੇ ਜੱਜਾ ਮੁਕਤਾ ਹੋਣਾ ਚਾਹੀਦਾ ਹੈ, ਸਹਿਜ ਦਾ ਚੰਦੋਵਾ ਤਾਣਿਓ। ਔਰ ਹੱਥ ਲਿਖਤ ਬੀੜਾਂ ਦੇ ਵਿੱਚ ਵੀ ਇਹ ਪਾਠ ਜਿਹੜਾ ਹੈ ਨਾ, ਇਹ ਇਸੇ ਤਰ੍ਹਾਂ ਹੀ ਆਉਂਦਾ ਹੈ। ਮੈਂ ਆਪ ਜੀ ਨੂੰ ਇਹਦੇ ਵੀ ਦਰਸ਼ਨ ਕਰਾਈ ਦਿੰਦਾ ਵਾਂ, ਆਪ ਦੇਖ ਲਓ ਇੱਕ ਵਾਰੀ। ਆ ਦੇਖੋ ਜੀ, ਸਹਿਜ ਇੱਥੇ ਜਿਹੜੀਆਂ ਹੱਥ ਲਿਖਤ ਬੀੜਾਂ ਬਕਾਇਦਾ ਦਿੱਤੇ ਹੋਏ ਨੇ, ਉਹਨਾਂ ਵਿੱਚ ਸਹਿਜ ਜੱਜਾ ਮੁਕਤਾ ਹੈਗਾ ਵੈ, ਇੱਕ ਚ ਔਂਕੜਾ, ਬਾਕੀ ਸਾਰੇ ਮੁਕਤਾ ਹੈਗੇ ਨੇ। ਤੇ ਜਿਸੇ ਪੁਰਾਤਨ ਸਰੂਪ ਵੀ ਦੇਖਦੇ ਹਾਂ, ਤੇ ਪੁਰਾਤਨ ਸਰੂਪ ਦੇ ਵਿੱਚ ਵੀ ਆਪਾਂ ਚੈੱਕ ਕਰ ਲੈਂਦੇ ਹਾਂ। ਆ ਦੇਖੋ ਜੀ, ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ, ਸਹਿਜ ਜੱਜਾ ਮੁਕਤਾ ਹੈਗਾ, ਭਾਵ ਅੱਗੇ ਦਾ ਲੁਪਤ ਸੰਬੰਧਕ ਆ ਗਿਆ, ਸਹਿਜ ਦਾ ਚੰਦੋਆ ਤਾਣਿਓ। ਇਸ ਕਰਕੇ ਜੱਜੇ ਨੂੰ ਸਿਹਾਰੀ ਇੱਥੇ ਨਹੀਂ ਚਾਹੀਦੀ ਹੈਗੀ। ਇਸ ਕਰਕੇ ਸਹਿਜ ਚੰਦੋਆ ਤਾਣਿਓ ਦਾ ਇੱਥੇ ਅਰਥ ਬਣੇਗਾ ਸਹਿਜ ਦਾ, ਅਡੋਲਤਾ ਦਾ ਚੰਦੋਆ ਤਣਿਆ ਹੋਇਆ ਹੈ, ਭਾਵ ਸਤਿਗੁਰੂ ਪਾਤਸ਼ਾਹ ਜੀ ਬੜੇ ਅਡੋਲ ਹਨ। ਗੁਰ ਅਰਜੁਨ ਕਲ ਉਚਰੈ, ਹੁਣ ਦੇਖੋ ਇੱਥੇ ਕਲ ਉਚਰੈ ਦੇ ਪੈਰ ਵਿੱਚ ਅੱਧਾ ਯਈਆ ਹੈ, ਨਾਲ ਔਂਕੜ ਜਿਹੜੀ ਉਹ ਦਾ ਉਚਾਰਨ ਦੇਗੀ। ਕੱਲੇ ਉਚਰੈ ਭਾਵ ਪੱਟ ਕੱਲ ਉਚਾਰਦਾ ਹੈ, ਕਹਿੰਦਾ ਹੈ। ਗੁਰ ਅਰਜੁਨ ਦੇ ਨਾ ਗੁਰ ਦੇ ਰਾਰੇ ਨੂੰ ਔਂਕੜ ਹੈ, ਨਾ ਨੰਨੇ ਨੂੰ ਔਂਕੜ ਹੈ, ਭਾਵ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇੱਥੇ ਸੰਬੋਧਨ ਆ ਗਿਆ। ਗੁਰ ਅਰਜੁਨ ਕਲ ਉਚਰੈ, ਪੱਟ ਕੱਲ ਸਹਾਰ ਕਹਿੰਦਾ ਹੈ, ਤੈਂ, ਕਿਉਂਕਿ ਸੰਬੋਧਨ ਹੈ ਨਾ, ਇਸ ਕਰਕੇ ਅਰਜੁਨ ਵੀ ਸੰਬੋਧਨ ਆ ਗਿਆ, ਹੇ ਅਰਜੁਨ। ਅੱਗੇ ਉਹਨਾਂ ਦਾ ਵਿਸ਼ੇਸ਼ਣ ਗੁਰ ਵੀ ਸੰਬੋਧਨ ਆ ਗਿਆ, ਹੇ ਗੁਰ, ਭਾਵ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਕੱਲ ਉਚਰੈ, ਪੱਟ ਕੱਲ ਉਚਾਰਦਾ ਹੈ, ਤੈਂ, ਭਾਵ ਤੁਸੀਂ ਰਾਜ ਜੋਗ
रस जाणियो। राज ते जोग, ये दोनों शब्द आखिरी अखर औंकड़ तो बिना ने। ਇਹਦਾ अर्थ बन जाएगा राज दा ते जोग दा लुप्त संबंधक होने करके दोनों शब्दों के आखिरी अखर की औंकड़ कटी गई। रस मने आनंद जाणियो, तुसी राज दा ते जोग दा आनंद रस जाणिया है। पै निरभव माणियो, लाख मैं अलख लखायो। पै बहुते डर, बहुतियां डरां तो निरभव जिहड़ा प्रभु है, उस प्रभु ਨੂੰ ਤੁਸੀਂ ਮਾਣਿਆ ਹੈ। ਮਾਣਿਓ लाख में अलख लखायो। लाख मैंने ਜਿਹੜਾ ਲੱਖਾਂ ਵਿੱਚ ਰਮਿਆ ਹੋਇਆ ਹੈ। लाख शब्द जे खक्के ਨੂੰ ਔਂਕੜ ਨਾ ਲਾਵੇ ਤੇ 1 ਲੱਖ ਦੀ ਗੱਲ ਹੈ। 1 ਲੱਖ ਪੂਤ, 1.25 ਲੱਖ ਨਾਤੀ, ਉੱਥੇ ਲੱਖ ਦੇ ਖੱਕੇ ਨੂੰ ਔਂਕੜ ਹੋਏਗੀ। 1.25 ਲੱਖ ਕਿਉਂਕਿ ਲੱਖ ਤੋਂ ਉੱਤੇ ਚਲਾ ਗਿਆ, ਉੱਥੇ ਖੱਕੇ ਦੀ ਔਂਕੜ ਕੱਟੀ ਜਾਏਗੀ। ਇੱਥੇ ਬਹੁਤੇ ਲੱਖ ਨੇ, लाख मैं, ਤੇ ਇਸ ਕਰਕੇ ਖੱਕੇ ਨੂੰ ਔਂਕੜ ਲੱਖਾਂ ਵਾਸਤੇ ਨਹੀਂ ਆਏਗੀ। ਵੈਸੇ ਵੀ ਇਹਦੇ ਅੱਗੇ ਮਹਿ ਸੰਬੰਧਕ ਵੀ ਆ ਜਾਂਦਾ ਹੈ। ਅਲਖ, ਅਲਖ ਮੈਨੇ ਜਿਹੜਾ ਨਜ਼ਰ ਨਾ ਆਵੇ, ਲਖਾਇਓ ਮੈਨੇ ਦਿਸਣ ਨਾ ਦਿੱਤਾ। ਉਹ ਪ੍ਰਭੂ ਜਿਹੜਾ ਦਿਸਦਾ ਨਹੀਂ ਹੈ, ਲੱਖਾਂ ਚ ਰਮਿਆ ਹੋਇਆ ਹੈ, ਤੁਸੀਂ ਉਹਨੂੰ ਦੇਖ ਲਿਆ ਹੈ। ਮੰਨੋ ਜਿਵੇਂ ਹਵਾ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਖਰਬਾਂ ਬੈਕਟੀਰੀਆ ਸੈੱਲ ਉੜਦੇ ਫਿਰਦੇ ਸਾਨੂੰ ਦਿਸਦੇ ਨਹੀਂ ਹਨ, ਪਰ ਜੇ ਅਸੀਂ ਮਾਈਕਰੋਸਕੋਪ ਦੇ ਰਾਹੀਂ, ਸੂਖਮਦਰਸ਼ੀ ਦੇ ਰਾਹੀਂ ਕਿਸੇ ਚੀਜ਼ ਨੂੰ ਦੇਖੀਏ, ਉਹਦੇ ਉੱਪਰ ਸਾਨੂੰ ਲੱਖਾਂ ਕਰੋੜਾਂ ਬੈਠੇ ਨਜ਼ਰ ਆ ਜਾਂਦੇ ਨੇ। ਇੱਕ ਪੱਗ ਪਿੰਨ, ਇੱਕ ਸੂਈ ਦੇ ਨੱਕੇ ਨੂੰ ਦੇਖੀਏ ਅਸੀਂ ਮਾਈਕਰੋਸਕੋਪ ਦੇ ਥੱਲੇ ਰੱਖ ਕੇ, ਇੱਕ ਸੂਈ ਦੇ ਨੱਕੇ ਦੇ ਉੱਪਰ ਸਾਇੰਟਿਸਟ ਮੰਨਦੇ ਨੇ ਕਿ 3 ਅਰਬ ਸੈੱਲ ਬੈਕਟੀਰੀਆ ਉਹ ਬੈਠੇ ਹੁੰਦੇ ਨੇ। ਸੂਈ ਦੇ ਨੱਕੇ ਦੇ ਉੱਪਰ, ਨੋਕ ਦੇ ਉੱਪਰ ਮਾਈਕਰੋਸਕੋਪ ਨਾਲ ਦੇਖਿਆ ਪਤਾ ਚੱਲਦਾ ਹੈ ਕਿ 3 ਅਰਬ ਦੇ ਕਰੀਬ ਜਿਹੜੇ ਨੇ ਉਹ ਸੈੱਲ ਬੈਠੇ ਹੁੰਦੇ ਨੇ। ਦਿਸਦੇ ਨੇ ਇੱਕ ਖਾਸ ਲੈਂਸ ਦੇ ਰਾਹੀਂ, ਖਾਸ ਸ਼ੀਸ਼ੇ ਦੇ ਰਾਹੀਂ। ਹੁਣ ਪ੍ਰਭੂ ਵੀ ਕਣ ਕਣ ਚ ਰਵਿਆ ਹੋਇਆ ਹੈ। ਦਿਸਦਾ ਕਿਵੇਂ ਹੈ? ਜਦੋਂ ਸਾਡੇ ਕੋਲ ਇੱਕ ਖਾਸ ਸ਼ੀਸ਼ਾ ਆ ਜਾਏਗਾ ਭਗਤੀ ਦਾ, ਫਕੀਰੀ ਦਾ, ਗਿਆਨ ਦਾ, ਹਰ ਥਾਂ ਤੇ ਰੱਬ ਦਿਸਣ ਲੱਗ ਜਾਏਗਾ। ਕਰ ਫਕਰ ਦਾਇਮ ਲਾਏ ਚਸ਼ਮੇ, ਜਦੋਂ ਫਕੀਰੀ ਦੇ ਚਸ਼ਮੇ, ਫਕੀਰੀ ਦੀਆਂ ਅੱਖਾਂ ਲੱਗ ਜਾਣਗੀਆਂ, ਜੇ ਤਹਾਂ ਮੌਜੂਦ, ਹਰ ਥਾਂ ਤੇ ਰੱਬ ਦਿਸ ਜਾਏਗਾ। ਇਹਨੂੰ ਕਹਿੰਦੇ ਨੇ ਵਸਤ ਅਨੂਪ ਅਤ ਅਗੰਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਪੂਰਾ ਗੁਰੂ ਗਿਆਨ ਦੇ ਚਸ਼ਮੇ ਜਦੋਂ ਲਾ ਦਿੰਦਾ ਹੈ, ਉਦੋਂ ਜਿਹੜਾ ਅਲਖ ਪ੍ਰਭੂ ਹੈ, ਲੱਖ ਲਖਾਏ ਮੈਨੇ ਦਿਸਣ ਲੱਗ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੱਖਾਂ ਜੀਵਾਂ ਵਿੱਚ ਰਮਿਆ ਹੋਇਆ ਪ੍ਰਭੂ ਨਜ਼ਰ ਆ ਗਿਆ। ਲਾਖ ਮੈਂ ਅਲਖ ਲਖਾਇਓ, ਅਗੰਮ ਅਗੋਚਰ ਗਤ ਗੰਭੀਰ, ਸਤਿਗੁਰੂ ਪਰਚਾਇਓ। ਹੱਥ ਲਿਖਤ ਬੀੜ ਚਾਪ ਨੇ ਦਰਸ਼ਨ ਕੀਤੇ ਹੋਣਗੇ, ਇੱਥੇ ਵੀ ਗੰਭੀਰ ਦੇ ਗੱਗੇ ਦੇ ਉੱਪਰ ਟਿੱਪੀ ਪਈ ਹੋਈ ਹੈਗੀ। ਅਗੰਮ, ਜਿਹਦੇ ਤੱਕ ਗਮਨ ਨਾ ਹੋ ਸਕੇ, ਅਪਹੁੰਚ। ਅਗੋਚਰ ਗਤ, ਇਹ ਇਕੱਠਾ ਸ਼ਬਦ ਹੈ, ਭਾਵ ਦੋਨੋਂ ਸ਼ਬਦ ਇਹਦੇ ਵਿੱਚ ਅਗੋਚਰ ਤੋਂ ਬਾਅਦ ਰੁਕਣਾ ਨਹੀਂ, ਅਗੰਮ ਤੋਂ ਬਾਅਦ ਰੁਕਣਾ ਹੈ ਅਗੰਮ, ਉਸ ਤੋਂ ਬਾਅਦ ਅਗੋਚਰ ਗਤ, ਫਿਰ ਇੱਥੇ ਰੁਕਣਾ ਹੈ, ਗੰਭੀਰ, ਫਿਰ ਇੱਥੇ ਰੁਕਣਾ ਹੈ। ਅਗੋਚਰ ਗਤ ਮੇਰੇ ਜਿਹਦੀ ਗਤ ਅਗੋਚਰ ਹੈ, ਜਿਹਦੀ ਅਵਸਥਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੇ ਗੋਚਰੇ ਨਹੀਂ ਹੈ, ਜਿਹਦੀ ਅਵਸਥਾ ਸਾਡੀਆਂ ਅੱਖਾਂ ਨਹੀਂ ਦੱਸ ਸਕਦੀਆਂ, ਕੰਨ ਨਹੀਂ ਦੱਸ ਸਕਦੇ, ਜ਼ੁਬਾਨ ਨਹੀਂ ਦੱਸ ਸਕਦੀ, ਨੱਕ, ਸਾਡੀ ਚਮੜੀ ਦੀ ਛੋਹ, ਭਾਵ 5 ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੰਭੀਰ, ਜਿਹੜੇ ਗੰਭੀਰ ਮੈਨੇ ਬੜੇ ਡੂੰਘੇ ਸੁਭਾਅ ਵਾਲੇ ਹਨ। ਸਤਿਗੁਰ ਪਰਚਾਇਓ, ਸਤਿਗੁਰ ਦੇ ਰਾਰੇ ਨੂੰ ਆਗੀ ਸਿਆਰੀ, ਸੱਚੇ ਗੁਰੂ ਵਿੱਚ ਜਿਹੜੇ ਪਰਚੇ ਹੋਏ ਹਨ। ਇੱਥੇ ਪਰਚਾਏ ਦਾ ਮਤਲਬ ਉਪਦੇਸ਼ ਦਿੱਤਾ, ਭਾਵ ਸਤਿਗੁਰੂ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਉਪਦੇਸ਼ ਦਿੱਤਾ ਹੈ, ਗੁਰ ਪਰਚੈ ਪ੍ਰਵਾਨ, ਫਿਰ ਉਸ ਗੁਰੂ ਦੇ ਉਪਦੇਸ਼ ਕਰਕੇ ਪ੍ਰਵਾਨ ਚੜ ਗਏ। ਇੱਥੇ ਪ੍ਰਵਾਨ ਦੇ ਨਾਲੇ ਨੂੰ ਔਂਕੜ ਹੈਗੀ ਹੈ, ਗੁਰ ਪਰਚੈ ਪ੍ਰਮਾਣ, ਗੁਰੂ ਦੇ ਸੰਬੰਧਕ ਹੋਣ ਕਰਕੇ ਰਾਰੇ ਦੇ ਔਂਕੜ ਕੱਟੀ ਗਈ। ਪਰਚੈ ਮੈਨੇ ਉਪਦੇਸ਼ ਦੇ ਕਾਰਨ, ਪ੍ਰਵਾਨ ਕਬੂਲ ਹੋ ਗਏ। ਇੱਕ ਵਚਨ ਪੁਲਿੰਗ ਪ੍ਰਵਾਨ, ਰਾਣੇ ਨੂੰ ਔਂਕੜ ਨਾਲ ਆ ਗਿਆ। ਗੁਰੂ ਦੇ ਉਪਦੇਸ਼ ਕਰਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਏ। ਰਾਜ ਮਹਿ ਜੋਗ ਕਮਾਇਓ, ਮੈਂ ਸੰਬੰਧਕ ਨੇ ਰਾਜ ਦੇ ਜੱਜੇ ਦੀ ਔਂਕੜ ਹਟਾ ਦਿੱਤੀ, ਰਾਜ ਦੇ ਵਿੱਚ ਜੋਗ ਕਮਾ ਲਿਆ। ਧਨ ਧਨ ਗੁਰੂ, ਗੁਰ ਧਨ, ਗੁਰ ਜਿਹੜਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ, ਉਹ ਧਨਤਾ ਯੋਗ ਹੈ, ਪੂਜਣ ਯੋਗ ਹੈ, ਉਹ ਸਿਫਤ ਸਲਾਹ ਯੋਗ ਹੈ, ਮਨ ਕਰਮ ਬਚਨ ਕਰਕੇ ਧਨਤਾ ਯੋਗ ਹੈ। ਅਭਰ ਸਰ, ਸਰ ਬਹੁਤੇ ਨੇ ਸਰੋਵਰ, ਹਿਰਦੇ ਰੂਪੀ ਸਰੋਵਰ। ਅਭਰ, ਉਹਨਾਂ ਦਾ ਵਿਸ਼ੇਸ਼ਣ ਵੀ ਬਹੁਵਚਨ ਆ ਗਿਆ। ਅਭਰ ਮੈਨੇ ਜਿਹੜੇ ਭਰੇ ਹੋਏ ਨਹੀਂ ਹਨ, ਖਾਲੀ, ਖਾਲੀ ਹਿਰਦਿਆਂ ਦੇ ਸਰੋਵਰ, ਸੋ ਭਰ ਭਰਾਇਓ। ਹੁਣ ਪਹਿਲਾਂ ਐੜਾ ਸੀ, ਆ ਭਰ, ਜਿਹੜਾ ਭਰਿਆ ਨਹੀਂ, ਖਾਲੀ, ਫਿਰ ਅੱਗੋਂ ਗਿਆ, ਅਗੇਤਰ ਆ ਗਿਆ, ਪ੍ਰਫਿਕਸ ਆ ਗਈ ਸੂ। ਸੂ ਮੈਨੇ ਚੰਗੀ ਤਰ੍ਹਾਂ ਭਰੇ ਹੋਏ,
ਸੋ ਭਰ, ਜਿਹੜੇ ਖਾਲੀ ਹਿਰਦੇ ਦੇ ਸਰੋਵਰ ਸਨ, ਸੋ ਭਰ ਭਰਾਇਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨੱਕੋ ਨੱਕ ਭਰ ਦਿੱਤਾ। ਗੁਰ ਗਮ ਪ੍ਰਮਾਣ ਅਜਰ ਜਰਿਓ। ਗੁਰ ਗਮ, ਹੁਣ ਇੱਥੇ ਧਿਆਨ ਦਿਓ, ਗਮ ਮੈਨੇ ਗਮਨ, ਪਹੁੰਚ। ਅਗੰਮ ਜੇ ਐੜਾ ਅੱਗੇ ਹੁੰਦਾ ਫਿਰ ਅਪਹੁੰਚ, ਜਿੱਥੇ ਤੱਕ ਪਹੁੰਚ ਨਾ ਹੋ ਸਕੇ। ਐੜਾ ਕਿਉਂਕਿ ਕੱਟਿਆ ਗਿਆ, ਹੁਣ ਬਣ ਗਿਆ ਗਮ। ਇਹ ਗਮਯ ਤੋਂ ਸ਼ਬਦ ਬਣੇ ਹੈ, ਸੰਸਕ੍ਰਿਤ ਦਾ ਸ਼ਬਦ ਹੈ ਗਮਯ, ਮੈਨੇ ਜਾਣਾ। ਇੱਥੇ ਗਮ ਉਦਾਸੀ ਵਾਲਾ ਗਮ ਨਹੀਂ ਹੈ। ਜੇ ਉਹ ਗਮ ਹੋਵੇ ਫਿਰ ਉਹ ਗੱਗੇ ਨਾਲ ਹੀ ਗ ਦੇ ਨਾਲ ਪੜਿਆ ਜਾਏਗਾ, ਗਮ। ਗੁਰਬਾਣੀ ਚ ਇਹ ਧਿਆਨ ਰੱਖਣਾ ਹੈ, ਗਮ ਗਮਨ ਵਾਸਤੇ ਹੈ, ਗਮ ਉਦਾਸੀ ਵਾਸਤੇ। ਜਦੋਂ ਅਸੀਂ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਦਾ ਵਚਨ, ਬੇਗਮ ਪੁਰਾ ਸ਼ਹਿਰ ਕੋ ਨਾਓ, ਬੇਗਮ ਨਹੀਂ, ਗੱਗਾ ਨਹੀਂ ਗ ਹੈ, ਉੱਥੇ ਗੱਗੇ ਪੈਰ ਬੰਦੀ ਗ ਬੋਲੇ। ਬੇਗਮਪੁਰਾ ਨਹੀਂ, ਬੇਗਮਪੁਰਾ। ਬੇਗਮਪੁਰਾ ਸ਼ਹਿਰ ਕੋ ਨਾਓ, ਉਹ ਸ਼ਹਿਰ ਜਿਹੜਾ ਬੇਗਮ, ਗਮ ਤੋਂ ਬਿਨਾ ਹੈ, ਜਿੱਥੇ ਗਮ ਹੀ ਕੋਈ ਨਹੀਂ, ਉਦਾਸੀ ਕੋਈ ਨਹੀਂ, ਗਮ ਕੋਈ ਨਹੀਂ ਹੈ। ਗੁਰਬਾਣੀ ਚ ਗ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਜੇ ਤੇ ਪੜਾਂਗੇ ਗੱਜ, ਗੱਜ ਹੁੰਦਾ ਹੈ ਹਾਥੀ। ਗੁਰਬਾਣੀ ਚ ਗੱਜ ਲਫ਼ਜ਼ ਹਾਥੀ ਵਾਸਤੇ ਬਹੁਤ ਥਾਵਾਂ ਤੇ ਆਇਆ। ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੇ, ਗੱਜ ਮੈਨੇ ਹਾਥੀ। ਪਰ ਜਿੱਥੇ ਆਊਗਾ ਗਜ਼, ਮਨ ਮੇਰੋ ਗਜ਼, ਜੇਵਾ ਮੇਰੀ ਕਾਤੀ, ਉੱਥੇ ਗੱਜ ਨਹੀਂ ਗਜ਼ ਪੜਨਾ ਪਏਗਾ। ਗ ਵੀ ਤੇ ਜ਼ ਮੈਨੇ ਜਿਹੜਾ ਪੈਮਾਇਸ਼ ਦਾ ਪੈਮਾਨਾ ਹੁੰਦਾ ਹੈ, ਗਜ਼। ਮਨ ਮੇਰੋ ਗਜ਼, ਜੇਵਾ ਮੇਰੀ ਕਾਤੀ। ਇਹ ਗ ਵਾਲਾ ਨਹੀਂ ਹੈਗਾ, ਇਹ ਗ ਵਾਲਾ ਗਮ। ਗਮ ਨਹੀਂ ਪੜਨਾ ਇਹਨੂੰ, ਗਮ ਮੈਨੇ ਪਹੁੰਚ। ਗੁਰ ਗਮ ਪ੍ਰਮਾਣ, ਗੁਰੂ ਦੀ, ਇੱਥੇ ਦੀ ਲੁਪ ਸੰਬੰਧਕ ਨੇ ਰਾਰੇ ਦੀ ਔਂਕੜ ਹਟਾ ਦਿੱਤੀ। ਗਮ ਮੈਨੇ ਪਹੁੰਚ ਹੋਣ ਕਾਰਨ, ਪ੍ਰਮਾਣ ਪ੍ਰਾਪਤ ਕਰ ਲੈਣ ਕਾਰਨ, ਪ੍ਰਮਾਣ ਹੋਣ ਦੇ ਯੋਗ ਹੋਣ ਕਾਰਨ, ਭਾਵ ਗੁਰੂ ਦੇ ਪਹੁੰਚਣ ਦੇ ਦਰਜੇ ਦੇ ਹੋਣ ਦੇ ਕਾਰਨ, ਜਿਵੇਂ ਉਹਨਾਂ ਨੂੰ ਪ੍ਰਮਾਣ ਮੈਨੇ ਦਰਜਾ, ਤੇ ਪ੍ਰਮਾਣ ਦੇ ਰਾਣੇ ਨੂੰ ਆ ਗਈ ਸਿਆਰੀ, ਪ੍ਰਾਪਤ ਕਰ ਲੈਣ ਦੇ ਕਾਰਨ ਅਜਰ ਜਰਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਜਰ ਨੂੰ ਜਰਿਆ ਹੈ। ਜਿਹੜਾ ਨਹੀਂ ਜਰਿਆ ਜਾ ਸਕਦਾ ਉਹਨੂੰ ਵੀ ਜਰਿਆ, ਧੀਰਜ ਨਾਲ, ਸ਼ਾਂਤੀ ਦੇ ਨਾਲ। ਸਰ ਸੰਤੋਖ ਸਮਾਇਓ, ਸਰ ਸੰਤੋਖ, ਸੰਤੋਖ ਸਰ ਮੈਨੇ ਸਰੋਵਰ। ਇੱਥੇ ਕੁਝ ਕੁ ਨੇ ਸੰਤੋਖ ਦੇ ਖੱਖੇ ਨੂੰ ਔਂਕੜ ਲਗਾਈ ਹੋਈ ਹੈ, ਜੋ ਠੀਕ ਨਹੀਂ ਹੈ। ਇੱਥੇ ਸੰਤੋਖ ਖੱਖਾ ਮੁਕਤਾ ਹੀ ਠੀਕ ਹੈ, ਕਿਉਂਕਿ ਅੱਗੇ ਲੁਪਤ ਸੰਬੰਧਕ ਆ ਗਿਆ ਦੇ। ਸੰਤੋਖ ਦੇ ਸਰੋਵਰ ਵਿੱਚ, ਤਾਰ ਦੇ ਰਾਣੇ ਨੂੰ ਆ ਗਈ ਸਿਆਰੀ, ਸਰੋਵਰ ਵਿੱਚ ਸੰਤੋਖ ਦੇ। ਇਸ ਕਰਕੇ ਜਿਹੜੇ ਇਹ ਆਖਦੇ ਨੇ ਵੀ ਇੱਥੇ ਸੰਤੋਖ ਦੇ ਖੱਖੇ ਨੂੰ ਔਂਕੜ ਲੱਗਣੀ ਚਾਹੀਦੀ ਸੀ, ਉਹਨਾਂ ਦੀ ਇਹ ਵਿਚਾਰਧਾਰਾ ਵਿਆਕਰਨ ਦੇ ਮੁਤਾਬਕ ਪੂਰੀ ਨਹੀਂ ਟੁਕਦੀ, ਠੀਕ ਨਹੀਂ ਟੁਕਦੀ। ਸਰ ਸੰਤੋਖ ਸਮਾਏ ਦਾ ਅਰਥ ਬਣਦਾ ਹੀ ਨਹੀਂ ਹੈ ਸੰਤੋਖ ਦੇ ਸਰੋਵਰ ਵਿੱਚ ਸਮਾਏ। ਜੋ ਦੇ ਆ ਗਿਆ ਸੰਤੋਖ ਦੇ ਸਰੋਵਰ ਵਿੱਚ, ਸੰਤੋਖ ਸਰੋਵਰ ਵਿੱਚ ਗੱਲ ਬਣਦੀ ਨਹੀਂ ਹੈ। ਇਸ ਕਰਕੇ ਜਿਵੇਂ ਇਹ ਅਸੀਂ ਪਾਠ ਪੜ੍ਹਦੇ ਹਾਂ, ਸੰਤੋਖ ਖੱਖਾ ਮੁਕਤਾ ਹੈ, ਇਹ ਏਦਾਂ ਹੀ ਵਿਆਕਰਨਿਕ ਨਿਯਮਾਂ ਮੁਤਾਬਕ ਠੀਕ ਹੈਗਾ। ਸਰ ਸੰਤੋਖ ਸਮਾਇਓ, ਸੰਤੋਖ ਦੇ ਸਰੋਵਰ ਵਿੱਚ ਟਿਕੇ ਹੋਏ ਹਨ, ਸਮਾਏ ਹੋਏ ਹਨ। ਗੁਰੂ ਅਰਜੁਨ ਕਲ ਉਚਰੈ, ਤੈਂ ਸਹਿਜ ਜੋਗ ਨਿਜ ਪਾਇਓ। ਗੁਰੂ ਅਰਜੁਨ ਫਿਰ ਸਬੁੱਧਨ ਆ ਗਿਆ, ਇਸ ਕਰਕੇ ਗੁਰੂ ਅਰਜੁਨ ਨੰਨੇ ਦੀ ਵੀ ਔਂਕੜ ਕੱਟੀ ਗਈ, ਰਾਰੇ ਦੀ ਵੀ ਔਂਕੜ ਕੱਟੀ ਗਈ। ਹੇ ਗੁਰੂ ਅਰਜਨ ਦੇਵ ਪਾਤਸ਼ਾਹ, ਕਲ ਉਚਰੈ, ਪਟ ਕਲ ਉਚਾਰਦਾ ਹੈ, ਤੈਂ, ਇੱਥੇ ਤੈਂ ਵੀ ਨਾਸਕੀ ਉਚਾਰਨ ਹੋਏਗਾ, ਭਾਵ ਤੁਸੀਂ ਸਹਿਜ ਜੋਗ ਨਿਜ ਪਾਇਓ। ਸਹਿਜ ਵਿੱਚ, ਸਹਿਜ ਵਿੱਚ ਮੈਨੇ ਅਡੋਲਤਾ ਵਿੱਚ, ਆਤਮਿਕ ਅਡੋਲਤਾ ਵਿੱਚ ਟਿਕ ਕੇ, ਜੋਗ ਮੈਨੇ ਮਿਲਾਪ, ਇੱਕ ਵਚਨ ਪ੍ਰਿੰਗ ਹੋਣ ਕਰਕੇ ਗੱਗਾ ਇੱਥੇ ਔਂਕੜਾਂ ਨਾਲ ਆ ਗਿਆ। ਨਿਜ ਪਾਇਓ, ਨਿਜ ਮੈਨੇ ਸਵੈ, ਸਵੈ ਰੂਪ ਪ੍ਰਾਪਤ ਕਰ ਲਿਆ, ਆਪਣੇ ਨਿਜ ਮਿਲਾਪ ਵਿੱਚ ਟਿਕ ਗਏ, ਆਪਣੇ ਮਿਲਾਪ ਵਿੱਚ, ਭਾਵ ਆਪਣੇ ਆਪੇ ਵਿੱਚ ਟਿਕ ਗਏ। ਜੋਗ ਨਿਜ, ਨਿੱਜੀ ਜੋਗ, ਨਿੱਜੀ ਮਿਲਾਪ, ਨਿੱਜੀ ਸਰੂਪ ਦਾ ਅਸਲੀ ਮਿਲਾਪ, ਜਿਹਨੂੰ ਗੁਰਬਾਣੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਅਸਲੀਅਤ, ਆਪਣੀ ਅਸਲੀਅਤ ਦੇਖ, ਤੂੰ ਕੀ ਹੈ, ਤੂੰ ਪ੍ਰਭੂ ਦਾ ਹੀ ਰੂਪ ਹੈ, ਇਹ ਤੇਰੀ ਅਸਲੀਅਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਨਾ ਸੋਚੀ ਮੇਰੇ ਤੋਂ ਰੱਬ ਦੂਰ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਲ, ਉਹ ਤੇ ਤੇਰੇ ਨਾਲ, ਤੇਰੇ ਚ ਸਮਾਇਆ ਹੋਇਆ ਹੈ। ਇਹਨੂੰ ਕਹਿੰਦੇ ਨੇ ਫਿਰ ਘਰ ਬੈਸੋ ਹਰ ਜਨ ਪਿਆਰੇ, ਆਪਣੇ ਨਿਜ ਘਰ ਵਿੱਚ ਟਿਕ ਜਾਓ, ਨਿੱਜੀ ਹੋ ਜਾਓ, ਸਵੈ ਦੇ ਵਿੱਚ ਟਿਕ ਜਾਓ। ਸਵੈ ਬੜਾ ਪਿਆਰਾ ਸ਼ਬਦ ਹੈ। ਆਮ ਤੌਰ ਤੇ ਅਸੀਂ ਕਹਿੰਦੇ ਵੀ ਸਵਾਰਥੀ ਹੋਣਾ ਤੇ ਜੀ ਬੜੀ ਗਲਤ ਗੱਲ ਹੈ, ਸੈਲਫਿਸ਼ ਹੋਣਾ ਬੜੀ ਗਲਤ ਗੱਲ ਹੈ। ਕੋਈ ਗਲਤ ਗੱਲ ਨਹੀਂ ਹੈ, ਸਵਾਰਥੀ ਹੋਣਾ ਬੜੀ ਕੀਮਤੀ ਗੱਲ ਹੈ। ਜਿਹੜਾ ਸਵੈ ਅਰਥ ਵਾਸਤੇ ਨਹੀਂ ਸੋਚ ਸਕਦਾ, ਉਹ ਦੂਜੇ ਦੇ ਅਰਥ ਵਾਸਤੇ ਕਦੀ ਨਹੀਂ ਸੋਚ ਸਕੇਗਾ।
स्वै मैंने अपना अर्थ मैंने अपने वास्ते, अपने आर्थिक वास्ते। स्वै अर्थ होना मैंने अपने वास्ते सोचना। ਜਿਹੜਾ ਮਨੁੱਖ ਆਪਣੇ ਬਾਰੇ ਚੰਗਾ ਨਹੀਂ ਸੋਚੇਗਾ, ਦੂਜੇ ਬਾਰੇ ਕੀ ਸੋਚੇਗਾ? ਜਿਹੜਾ ਸੈਲਫਿਸ਼ ਨਹੀਂ ਹੋ ਸਕਦਾ, ਉਹ ਦੂਜੇ ਦਾ ਭਲਾ ਕਦੀ ਨਹੀਂ ਕਰ ਸਕਦਾ। ਸੈਲਫ ਵਾਸਤੇ ਸੋਚਣਾ ਪਏਗਾ। ਜਿਹੜਾ ਆਪਣੇ ਆਪੇ ਨੂੰ ਨਹੀਂ ਸਵਾਰ ਸਕਦਾ, ਕਿ ਮੈਂ ਦੂਜੇ ਨੂੰ ਤਾਂ ਕਹਿਣਾ ਵੀ ਤੂੰ ਨਾਮ ਜਪ, ਪਰ ਮੈਂ ਆਪ ਨਹੀਂ ਜਪ ਰਿਹਾ। ਦੂਜੇ ਨੂੰ ਕਹਿਣਾ ਸੱਚ ਬੋਲ, ਪਰ ਮੈਂ ਆਪ ਨਹੀਂ ਬੋਲ ਰਿਹਾ। ਦੂਜੇ ਨੂੰ ਕਹਿਣਾ ਇਮਾਨਦਾਰੀ ਦੀ ਜ਼ਿੰਦਗੀ ਜੀਉ, ਪਰ ਮੈਂ ਆਪ ਨਹੀਂ ਜੀਉ ਰਿਹਾ। ਮਤਲਬ ਸਵੈ, ਆਪਣੇ ਲਈ। ਫਰੀਦਾ ਆਪ ਸਵਾਰੇ, ਮੈਂ ਮਿਲੇ ਮੈਂ ਮਿਲਿਆ ਸੁਖ ਹੋਏ। ਆਪਣੇ ਆਪੇ ਨੂੰ ਸਵਾਰਨਾ ਸਹਿ। ਇਸ ਕਰਕੇ ਸਵਾਰਥੀ ਹੋਣਾ ਬਹੁਤ ਕੀਮਤੀ ਚੀਜ਼ ਹੈ। ਜਿਹੜਾ ਮਨੁੱਖ ਆਪਣੇ ਆਪੇ ਲਈ ਨਹੀਂ ਸੋਚ ਸਕਦਾ, ਉਹ ਦੂਜੇ ਲਈ ਕਦੀ ਨਹੀਂ ਸੋਚ ਸਕਦਾ। ਇਸ ਕਰਕੇ ਨਿੱਜੀ ਹੋਣਾ, ਨਿੱਜ ਵਿੱਚ ਟਿਕ ਜਾਣਾ, ਆਪੇ ਚ ਟਿਕ ਜਾਣਾ, ਸਹਿਜ ਵਿੱਚ ਆ ਜਾਣਾ। ਸਹਿਜ ਜੋਗ ਨਿੱਜ ਪਾਇਓ, ਭਾਵ ਆਤਮਿਕ ਅਡੋਲਤਾ ਦੇ ਵਿੱਚ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣਾ ਅਸਲੀ ਮਿਲਾਪ ਪ੍ਰਾਪਤ ਕਰ ਲਿਆ। ਆਪਣੇ ਨਿੱਜ ਦੇ ਵਿੱਚ ਹੀ ਮਿਲਾਪ ਪ੍ਰਾਪਤ ਕਰ ਲਿਆ। ਅਮਿਓ ਰਸਨਾ ਬਦਨ ਬਰਦਾਤ। ਅਮਿਓ, ਅਮਿਓ ਮੈਨੇ ਆਤਮਿਕ ਜੀਵਨ ਦੇਣ ਵਾਲਾ ਜਲ। ਅੰਮ੍ਰਿਤ, ਰਸਨਾ ਜੀਵ ਦੇ ਨਾਲ, ਭਾਵ ਜੀਵ ਦੇ ਨਾਲ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨੂੰ ਵਰਸਾਉਂਦੇ ਹੋ। ਬਦਨ, ਬਦਨ ਦੇ ਨੰਨੇ ਨੂੰ ਆ ਗਈ ਸਿਹਾਰੀ। ਬਦਨ ਨਾਲ ਮੈਨੇ ਮੂੰਹ ਤੋਂ। ਬਰਦਾਤ, ਬਰ ਦੇ ਰਾਰੇ ਨੂੰ ਕਟਕਾ ਨਹੀਂ ਆਈ, ਅੱਗੇ ਆ ਗਿਆ ਲੁਪਤ ਸੰਬੰਧਕ ਦੀ। ਵਰ ਦੀ ਦਾਤ। ਦਾਤ ਇਸਤਰੀ ਲਿੰਗ ਤਤਸਮ ਸ਼ਬਦ ਹਮੇਸ਼ਾ ਤੱਤੇ ਨੂੰ ਸਿਹਾਰੀ ਦੇ ਨਾਲ ਆਉਂਦਾ ਹੈ। ਜੇ ਦਾਤ ਦੇ ਤੱਤੇ ਨੂੰ ਸਿਹਾਰੀ ਨਾ ਲੱਗੀ ਹੋਵੇ, ਤੱਤੇ ਨੂੰ ਔਂਕੜ ਹੋਵੇ, ਫਿਰ ਇੱਕ ਦਾਤਰ ਬਣ ਜਾਂਦਾ ਹੈ, ਜਿਸ ਦਾਤ ਦੇ ਨਾਲ ਕੱਟਿਆ ਜਾਂਦਾ ਹੈ। ਲੈ ਲੈ ਦਾਤ ਪਹੁਤਿਆ ਲਾਵੇ ਕਰ ਤੈਯਾਰ। ਉਹ ਦਾਤਰ ਲੈ ਕੇ ਆਇਆ, ਉਹਨੇ ਫਸਲ ਕੱਟ ਦਿੱਤੀ, ਉਹ ਦਾਤਰ ਹੁੰਦਾ ਵੈ। ਤੱਤੇ ਨੂੰ ਔਂਕੜ ਕੱਟੇਗੀ, ਬਹੁਤੇ ਦਾਤਰ। ਪਰ ਇੱਥੇ ਦਾਤ ਜਦੋਂ ਤੱਤੇ ਨੂੰ ਸਿਹਾਰੀ ਆਏਗੀ, ਫਿਰ ਦਾਤਾਂ ਵਾਸਤੇ ਲਫ਼ਜ਼ ਆ ਜਾਏਗਾ। ਵਰ ਦੀ ਦਾਤ ਤੁਸੀਂ ਦਿੰਦੇ ਹੋ ਮੁਖ ਤੋਂ, ਭਾਵ ਜੋ ਮੁਖ ਤੋਂ ਬੋਲਦੇ ਹੋ ਉਹ ਕਿਸੇ ਤੇ ਬਖਸ਼ਿਸ਼ ਕਰਦੇ ਹੋ, ਮਿੱਠਾ ਹੀ ਬੋਲਦੇ ਹੋ, ਨਿਮਰਤਾ ਨਾਲ ਹੀ ਬੋਲਦੇ ਹੋ। ਐਸੇ ਬੋਲ ਬੋਲਦੇ ਹੋ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੰਡਕ ਪ੍ਰਾਪਤ ਹੋ ਜਾਏ। ਅਲਖ ਅਪਾਰ ਗੁਰ ਸੂਰ। ਆਖਰੀ ਇਹਨਾਂ ਚੋਂ ਸ਼ਬਦਾਂ ਚ ਕਿਸੇ ਨੂੰ ਵੀ ਔਂਕੜ ਨਹੀਂ ਆਈ। ਇਹ ਸਾਰੇ ਸੰਬੋਧਨ ਨੇ। ਹੇ ਅਲਖ, ਹੇ ਅਪਾਰ, ਹੇ ਗੁਰੂ, ਹੇ ਸੂਰਮੇ। ਗੁਰ ਦਾ ਵਿਸ਼ੇਸ਼ਣ ਅਲਖ, ਅਪਾਰ ਤੇ ਸੂਰ ਵੀ ਔਂਕੜ ਤੋਂ ਬਿਨਾਂ ਆ ਗਿਆ। ਹੇ ਗੁਰੂ ਅਲਖ, ਹੇ ਗੁਰੂ ਅਪਾਰ, ਹੇ ਗੁਰੂ ਸੂਰਮੇ। ਸ਼ਬਦ ਹਉਮੈ ਨਿਵਾਰਿਓ। ਸ਼ਬਦ ਦੇ ਰਾਹੀਂ, ਦੱਦੇ ਨੂੰ ਆ ਗਈ ਸਿਹਾਰੀ। ਹਉਮੈ ਨਿਵਾਰਿਓ, ਤੁਸੀਂ ਸ਼ਬਦ ਦੇ ਰਾਹੀਂ ਹਉਮੈ ਨੂੰ ਦੂਰ ਕਰ ਦਿੰਦੇ ਹੋ, ਹੰਕਾਰ ਖਤਮ ਕਰ ਦਿੰਦੇ ਹੋ, ਗਿਆਨ ਦਿੰਦੇ ਹੋ, ਦੂਜੀ ਦੀ ਹਉਮੈ ਨੂੰ ਨਾਸ਼ ਕਰ ਦਿੰਦੇ ਹੋ। ਹਾਲਾਂਕਿ ਇੱਥੇ ਸਾਹਿਬ ਸਿੰਘ ਜੀ ਹੋਰਾਂ ਨੇ, ਪ੍ਰੋਫੈਸਰ ਸਾਹਿਬ ਨੇ ਅਰਥ ਕੀਤੇ ਨੇ ਆਪ ਨੇ ਹਉਮੈ ਦੂਰ ਕੀਤੀ, ਨਹੀਂ। ਤੁਸੀਂ ਸ਼ਬਦ ਦੇ ਰਾਹੀਂ ਜਦੋਂ ਮਿੱਠਾ ਬੋਲਦੇ ਹੋ ਅਮਿਓ ਰਸਨਾ, ਜਿਵੇਂ ਵਰ ਦੀ ਦਾਤ ਦਿੰਦੇ ਹੋ, ਉਦਾਂ ਹੀ ਤੁਸੀਂ ਸ਼ਬਦ ਦੇ ਰਾਹੀਂ ਹਉਮੈ ਵੀ ਕੱਟ ਦਿੰਦੇ ਹੋ। ਪੰਚਾਹਰ ਨਿਰਦਲਿਓ, ਪੰਜਾਂ ਵਿਕਾਰਾਂ ਨੂੰ ਨਾਸ਼ ਕਰ ਦੇਣ ਵਾਲੇ ਹੋ। ਸੁਨ ਸਹਿਜ ਨਿਜ ਘਰ ਸਹਾਰਿਓ। ਸੁਨ ਦੀ ਅਵਸਥਾ, ਸਹਿਜ ਵਿੱਚ ਟਿਕ ਕੇ। ਇੱਥੇ ਸੁਨ ਦੇ ਨੰਨੇ ਨੂੰ ਤਾਂ ਹੀ ਔਂਕੜ ਨਹੀਂ ਆਈ। ਸੁਨ ਦੀ ਅਵਸਥਾ, ਉਫਰ ਨਿਰੰਕਾਰ ਦੀ ਜਿਹੜੀ ਅਵਸਥਾ ਹੈ, ਸਹਿਜ ਦੇ ਜੱਜੇ ਨੂੰ ਸਿਹਾਰੀ ਆ ਗਈ। ਸਹਿਜ ਵਿੱਚ ਟਿਕ ਕੇ ਨਿਜ ਘਰ ਸਹਾਰਿਓ। ਨਿਜ ਮਨੇ ਆਪਣੇ ਨਿੱਜੀ ਘਰ ਵਿੱਚ, ਆਪਣੇ ਹਿਰਦੇ ਘਰ ਵਿੱਚ ਤੁਸੀਂ ਟਿਕਾ ਲਿਆ ਹੈ। ਹਰ ਨਾਮ ਲਾਗ ਜਗ ਉਧਰਿਓ। ਨਾਮ ਦੇ ਮਮੇ ਨੂੰ ਆ ਗਈ ਸਿਹਾਰੀ, ਲਾਗ ਦੇ ਗੱਗੇ ਨੂੰ ਸਿਹਾਰੀ। ਨਾਮ ਵਿੱਚ ਲੱਗ ਕੇ, ਹਰੀ ਦੇ ਨਾਮ ਦੇ ਵਿੱਚ ਜੁੜ ਕੇ ਜਗ ਉਧਰਿਓ। ਜਗ ਦੇ ਗੱਗੇ ਨੂੰ ਇੱਥੇ ਔਂਕੜ ਨਹੀਂ, ਜਗਤ ਨੂੰ ਬਚਾ ਲਿਆ ਹੈ। ਜਗਤ ਨੂੰ ਬਚਾ ਲਿਆ ਹੈ। ਇੱਥੇ ਵੀ ਕੁਝ ਲੋਕ ਆਖਦੇ ਨੇ ਗੁਰਮੁਖ ਪਿਆਰੇ ਕਿ ਜਗ ਦੇ ਗੱਗੇ ਨੂੰ ਔਂਕੜ ਆਣੀ ਚਾਹੀਦੀ ਹੈ, ਵੀ ਜਗ, ਜਗਤ ਉਧਾਰ ਦਿੱਤਾ। ਜਗਤ ਨੂੰ ਲੁਪਤ ਸੰਬੰਧ ਹੋਣ ਕਰਕੇ ਜਗ ਦੇ ਗੱਗੇ ਦੀ ਔਂਕੜ ਇੱਥੇ ਕੱਟੀ ਗਈ ਹੈਗੀ ਹੈ। ਇਸ ਕਰਕੇ ਇੱਥੇ ਜਗ ਜਿਹੜਾ ਹੈ ਉਹ ਗੱਗੇ ਦੀ ਔਂਕੜ ਤੋਂ ਬਿਨਾਂ ਹੀ ਹੋਣਾ ਚਾਹੀਦਾ ਹੈ। ਹਾਂਜੀ, ਮੈਂ ਮਾੜਾ ਜਿਹਾ ਹੱਥ ਲਿਖਤ ਵੀਡੀਓ ਵਿੱਚ ਵੀ ਦੇਖ ਰਿਹਾ। ਹੱਥ ਲਿਖਤ ਵੀਡੀਓ ਵਿੱਚ ਹਾਂ ਜਗ ਦੇ ਗੱਗੇ ਨੂੰ ਔਂਕੜ ਲੱਗੀ ਹੋਈ ਹੈ। ਪਾਠ ਭੇਦਾਂ ਦੀ ਸੂਚੀ ਵਿੱਚ ਜਗ ਦੇ ਗੱਗੇ ਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਹੈਗਾ, ਤੇ ਇਹਦੇ ਬਾਰੇ ਹੋਰ ਵਿਚਾਰ ਕੀਤੀ ਜਾ ਸਕਦੀ ਹੈ। ਜਗ ਉਧਰਿਓ, ਜਗਤ ਨੂੰ ਬਚਾ ਲਿਆ ਹੈ। ਸਤਿਗੁਰ ਹਿਰਦੈ ਵਸਾਇਓ। ਪਰ ਇੱਥੇ ਜਗ ਦੇ ਗੱਗੇ ਨੂੰ ਔਂਕੜ ਨਹੀਂ ਹੋਣੀ ਚਾਹੀਦੀ। ਵਿਆਕਰਨ ਨਿਯਮਾਂ ਮੁਤਾਬਕ ਇਹ ਪਾਠ ਠੀਕ ਹੀ ਹੈ,
ਜਗਤ ਨੂੰ ਬਚਾ ਲਿਆ ਹੈ। ਸਤਿਗੁਰ ਹਿਰਦੈ ਵਸਾਇਓ, ਹਿਰਦੇ ਵਿੱਚ ਸਤਿਗੁਰ ਵਸਾ ਲਿਆ ਹੈ। ਹਿਰਦੇ ਵਿੱਚ ਸਤਿਗੁਰ ਵਸਾਇਓ ਮੈਨੇ ਸਤਿਗੁਰ ਵਸਾ ਲਿਆ, ਗੁਰੂ ਨੂੰ, ਸੱਚੇ ਗੁਰੂ ਦੇ ਗਿਆਨ ਨੂੰ ਵਸਾ ਲਿਆ ਹੈ। ਇੱਥੇ ਸਤਿਗੁਰ ਦੇ ਰਾਰੇ ਨੂੰ ਔਂਕੜ ਭਾਵ ਸੱਚਾ ਗੁਰੂ ਇੱਕ ਵਚਨ ਪੁਲਿੰਗ। ਗੁਰ ਅਰਜੁਨ ਕਲ ਉਚਰੈ ਤੈਂ ਜਨਕੈ ਕਲਸ਼ ਦੀਪਾਇਓ। ਗੁਰੂ ਅਰਜੁਨ ਫਿਰ ਸੰਬੋਧਨ ਆ ਗਿਆ, ਹੈ ਗੁਰੂ ਅਰਜਨ ਦੇਵ ਪਾਤਸ਼ਾਹ ਕੱਲ ਉਚਰੈ, ਭੱਟ ਕੱਲ ਉਚਾਰਦਾ ਹੈ। ਕੀ ਉਚਾਰਦਾ ਹੈ? ਤੈਂ ਭਾਵ ਤੁਸੀਂ ਜਨਕੈ ਕਲਸ਼ ਦੀਪਾਇਓ। ਜਨਕੈ ਦੇ ਅਸੀਂ ਪਿੱਛੇ ਵਿਚਾਰ ਕਰ ਚੁੱਕੇ ਸਾਂ। ਜਨਕ ਆਖਦੇ ਨੇ ਗਿਆਨ ਨੂੰ, ਜਨਕੈ ਮੈਨੇ ਗਿਆਨ ਦਾ ਕਲਸ਼, ਗਿਆਨ ਦਾ ਕਲਸ਼ ਮੈਨੇ ਉਹ ਕੱਚ ਦਾ ਭਾਂਡਾ ਜਿਹੜਾ ਤੁਹਾਡਾ ਹਿਰਦਾ ਹੈ ਉਹ ਗਿਆਨ ਦੇ ਨਾਲ ਭਰਿਆ ਗਿਆ। ਦੀਪਾਇਓ ਮੈਨੇ ਲਿਸ਼ਕ ਉੱਠਿਆ, ਜਿਵੇਂ ਦੀਪਕ ਬਲਦਾ ਹੈ ਦੇਵੀ ਦੀ ਤਰ੍ਹਾਂ ਪ੍ਰਕਾਸ਼ਮਾਨ ਹੋ ਗਿਆ। ਭਾਵ ਤੁਸੀਂ ਗਿਆਨ ਦੇ ਦੀਪਕ ਬਣ ਗਏ ਹੋ, ਗਿਆਨ ਦੇ ਮੁਜੱਸਮੇ ਬਣ ਗਏ ਹੋ। ਤੁਹਾਡੇ ਅੰਦਰ ਹੁਣ ਗਿਆਨ ਹੀ ਗਿਆਨ ਹੈ, ਮੇਰੇ ਗਿਆਨ ਦੇ ਹੀ ਤੁਸੀਂ ਦੀਪਕ ਬਣ ਗਏ ਹੋ। ਤੁਸੀਂ ਅਸਲ ਦੇ ਵਿੱਚ ਗਿਆਨੀ ਹੋ, ਜਿਹੜੇ ਗਿਆਨ ਦੇ ਨਾਲ ਭਰੇ ਗਏ ਹੋ। ਹੁਣ ਦੀਵੇ ਨੂੰ ਕਿਸੇ ਹੋਰ ਰੋਸ਼ਨੀ ਦੀ ਲੋੜ ਨਹੀਂ ਹੁੰਦੀ, ਦੀਵਾ ਖੁਦ ਆਪਣੇ ਆਪ ਦੇ ਵਿੱਚ ਰੋਸ਼ਨ ਹੈ। ਚਾਰ ਤਰ੍ਹਾਂ ਦੇ ਲੋਕ ਧਰਮ ਦੀ ਦੁਨੀਆ 'ਚ ਮੰਨੇ ਗਏ, ਇੱਕ ਗਿਆਨੀ, ਇੱਕ ਮੂਰਖ। ਚਾਰ ਤਰ੍ਹਾਂ ਦੇ ਲੋਕ ਨੇ। ਗਿਆਨੀ ਤੇ ਮੂਰਖ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ, ਸੱਚਮੁੱਚ ਗਿਆਨੀ ਤੇ ਮੂਰਖ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਉਹਦਾ ਇੱਕ ਕਾਰਨ ਹੈ, ਗਿਆਨੀ ਦੇ ਕੋਲ ਕੋਈ ਸਵਾਲ ਨਹੀਂ ਹੈ, ਮੂਰਖ ਦੇ ਕੋਲ ਵੀ ਕੋਈ ਸਵਾਲ ਨਹੀਂ ਹੈ। ਪਰ ਉਹਨਾਂ ਵਿੱਚ ਇੱਕ ਭੇਦ ਹੈ ਇਸ ਗੱਲ ਦੇ ਵਿੱਚ, ਗਿਆਨੀ ਕੋਲ ਕੋਈ ਸਵਾਲ ਨਹੀਂ। ਕਿਉਂ? ਕਿਉਂਕਿ ਉਹਨੂੰ ਸਾਰੇ ਜਵਾਬ ਮਿਲ ਗਏ, ਉਹਦਾ ਸਵਾਲ ਬਚਿਆ ਹੀ ਕੋਈ ਨਹੀਂ। ਕੋਈ ਉਲਝਣ ਐਸੀ ਉਲਝਣ ਵਾਲੀ ਰਹੀ ਨਹੀਂ, ਸਾਰੀਆਂ ਉਲਝਣਾਂ ਸੁਲਝ ਗਈਆਂ, ਕੋਈ ਉਲਝਣ ਬਚੀ ਨਹੀਂ ਹੈ। ਗਿਆਨੀ ਦਾ ਕੋਈ ਸਵਾਲ ਨਹੀਂ। ਮੰਨ ਲਓ ਜਿਵੇਂ ਸੂਰਜ ਚੜ੍ਹਿਆ ਹੋਵੇ, ਦੁਪਹਿਰ ਖਿੜੀ ਹੋਵੇ, ਖੁੱਲੇ ਮੈਦਾਨ ਵਿੱਚ ਹਰ ਚੀਜ਼ ਪਈ ਸਾਫ਼-ਸਾਫ਼ ਨਜ਼ਰ ਆਉਂਦੀ ਹੈ, ਕੋਈ ਭੁਲੇਖਾ ਨਹੀਂ ਬਾਕੀ ਰਹਿ ਜਾਂਦਾ। ਗਿਆਨੀ ਦੇ ਜੀਵਨ ਵਿੱਚ ਜਦੋਂ ਗਿਆਨ ਦਾ ਸੂਰਜ ਚੜ੍ਹਦਾ ਹੈ, ਕੋਈ ਭੁਲੇਖਾ ਬਾਕੀ ਰਹਿ ਹੀ ਨਹੀਂ ਜਾਂਦਾ, ਸਭ ਕੁਝ ਸਪਸ਼ਟ ਹੈ। ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ। ਜਦੋਂ ਗੁਰੂ ਪੂਰਾ ਭੇਟਿਓ ਮੈਨੇ ਮਿਲ ਜਾਂਦਾ ਹੈ, ਮਨ 'ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਕੋਈ ਭੁਲੇਖਾ ਬਾਕੀ ਬਚਦਾ ਨਹੀਂ। ਇਹ ਸੱਪ ਹੈ ਕਿ ਰੱਸੀ ਹੈ, ਭਰਮ ਨਹੀਂ ਰਹਿੰਦਾ, ਸਾਫ਼ ਪਤਾ ਲੱਗ ਗਿਆ ਗਿਆਨ ਦੀ ਰੋਸ਼ਨੀ ਵਿੱਚ, ਸੱਪ ਹੈ ਕਿ ਰੱਸੀ ਹੈ, ਦੋਨੋਂ ਦਾ ਪਤਾ ਲੱਗ ਗਿਆ, ਭੁਲੇਖਾ ਨਹੀਂ। ਇਸ ਕਰਕੇ ਗਿਆਨੀ ਦਾ ਸਵਾਲ ਕੋਈ ਨਹੀਂ ਹੁੰਦਾ, ਕੋਈ ਉਲਝਣ ਨਹੀਂ ਹੁੰਦੀ। ਹਾਂ, ਇਹ ਨਹੀਂ ਵੀ ਉਹ ਕੁਝ ਸਿੱਖਣਾ ਨਹੀਂ ਚਾਹੁੰਦਾ, ਪਰ ਉਹਨੇ ਆਪਣੇ ਆਪ ਨੂੰ ਬੱਚੇ ਦੀ ਤਰ੍ਹਾਂ ਰੱਖਿਆ, ਹਰ ਪਲ ਸਿੱਖਣ ਲਈ ਤਿਆਰ ਹੈ। ਉਹਨੇ ਦਰਵਾਜ਼ੇ ਬੰਦ ਨਹੀਂ ਕਰ ਲਏ ਕਿ ਸੂਰਜ ਨੂੰ ਦਰਵਾਜ਼ੇ ਤੇ ਆ ਕੇ ਦਰਵਾਜ਼ਾ ਨੌਕ ਕਰਨਾ ਪਵੇ ਤਾਂ ਦਰਵਾਜ਼ਾ ਖੋਲ, ਮੈਂ ਅੰਦਰ ਰੋਸ਼ਨੀ ਭੇਜਾਂ। ਦਰਵਾਜ਼ੇ ਖੁੱਲ੍ਹੇ ਹੀ ਨੇ, ਰੋਸ਼ਨੀ ਆ ਹੀ ਜਾਏ। ਹਵਾ ਨੂੰ ਦਰਵਾਜ਼ਾ ਖੜਕਾਉਣਾ ਨਹੀਂ ਪੈਂਦਾ, ਦਰਵਾਜ਼ੇ ਖੁੱਲੇ ਨੇ, ਤਾਜ਼ੀ ਹਵਾ ਆ ਹੀ ਰਹੀ ਹੈ, ਕੰਟੀਨਿਊਸਲੀ ਆ ਰਹੀ ਹੈ। ਇਸੇ ਕਰਕੇ ਗਿਆਨੀ ਨੂੰ ਸਿੱਖ ਵੀ ਕਿਹਾ ਜਾਂਦਾ ਵੀ ਸਿੱਖਣ ਵਾਲਾ ਜਿਹੜਾ ਹਰ ਪਲ ਸਿੱਖਣ ਲਈ ਤਿਆਰ ਹੈ। ਪਰ ਗਿਆਨੀ ਐਸਾ ਹੈ ਜਿਹਦਾ ਸਵਾਲ ਕੋਈ ਨਹੀਂ ਬਚਿਆ। ਯਾਦ ਰੱਖਿਓ, ਗਿਆਨੀ ਗਿਆਨ ਨੂੰ ਇਕੱਠਾ ਨਹੀਂ ਕਰਦਾ ਵੀ ਇੱਥੋਂ ਵੀ ਪੜ੍ਹ ਲਿਆ ਇਕੱਠਾ ਕਰ ਲਿਆ, ਉੱਥੋਂ ਵੀ ਪੜ੍ਹ ਲਿਆ ਇਕੱਠਾ ਕਰ ਲਿਆ। ਗਿਆਨੀ ਗਿਆਨ ਨੂੰ ਸੰਗ੍ਰਹਿਤ ਨਹੀਂ ਕਰਦਾ, ਇਕੱਠਾ ਨਹੀਂ ਕਰਦਾ, ਬਲਕਿ ਗਿਆਨ ਦੀ ਸਮਰੱਥਾ ਨੂੰ ਉਪਲਬਧ ਹੋ ਜਾਂਦਾ ਹੈ। ਗਿਆਨ ਆਪਣੇ ਆਪ ਹੀ ਉਹਦੇ ਵੱਲ ਖਿੱਚਿਆ ਚਲੇ ਜਾਂਦਾ ਹੈ ਹਰ ਪਾਸਿਓਂ, ਉਹ ਇਕੱਠਾ ਨਹੀਂ ਕਰਦਾ। ਇਸ ਤਰ੍ਹਾਂ ਕਹਿ ਲਓ ਵੀ ਉਹ ਟੈਂਕੀ ਨਹੀਂ ਹੈ ਕਿ ਟੈਂਕੀ ਬਣਾ ਦਿੱਤੀ, ਬਾਅਦ ਚੋਂ ਪਾਣੀ ਭਰਨਾ ਪਏਗਾ ਤੇ ਥੋੜਾ ਥੋੜਾ ਕੱਢੇਗਾ ਵੀ ਮੁੱਕ ਨਾ ਜਾਏ। ਉਹ ਖੂਹ ਹੈ, 1000 ਬਾਲਟੀਆਂ ਵੀ ਕੋਈ ਪਾਣੀ ਦੇ ਕੱਢ ਲਵੇ, ਉਹ ਗਿਆਨ ਦੀ ਸਮਰੱਥਾ ਨੂੰ ਉਪਲਬਧ ਹੋ ਗਿਆ, ਅੰਦਰੋਂ ਫਿਰ ਗਿਆਨ ਦਾ ਪਾਣੀ ਨਿਕਲੀ ਜਾ ਰਿਹਾ, ਅੰਦਰੋਂ ਆਈ ਜਾ ਰਿਹਾ। ਗਿਆਨੀ ਉਹ ਜਿਹਦਾ ਸਵਾਲ ਕੋਈ ਨਹੀਂ ਬਚਿਆ। ਤੇ ਮੂਰਖ ਕਿਹੜਾ ਵੈ? ਮੂਰਖ ਉਹ ਜਿਹਦੇ ਅੰਦਰ ਵੀ ਕੋਈ ਸਵਾਲ ਨਹੀਂ, ਉਹਦੇ ਅੰਦਰ ਸਵਾਲ ਪੈਦਾ ਹੀ ਨਹੀਂ ਹੋਇਆ। ਉਹਦੇ ਅੰਦਰ ਜੇ ਸਵਾਲ ਹੀ ਨਹੀਂ ਪੈਦਾ ਹੋਇਆ, ਉਹਨੂੰ ਪਤਾ ਹੀ ਨਹੀਂ ਆਤਮਾ ਕੀ, ਪ੍ਰਮਾਤਮਾ ਕੀ, ਧਰਮ ਕੀ, ਵਸਲ ਕੀ, ਮਿਲਾਪ ਕੀ, ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ। ਜੀਵਨ ਕੀ, ਮੋਕਸ਼ ਕੀ, ਉਹਨੂੰ ਪਤਾ ਹੀ ਨਹੀਂ ਹੈ। ਅਜੇ ਤੱਕ ਉਹਦੇ ਅੰਦਰ ਸਵਾਲ ਉੱਠੇ ਹੀ ਨਹੀਂ। ਕਥਮ ਗਿਆਨਮ, ਕਥਮ ਮੋਕਸ਼ਮ, ਕਥਮ ਵੈਰਾਗਯ, ਕਥਮ, ਉਹਨੂੰ ਪਤਾ ਹੀ ਨਹੀਂ ਹੈ ਕੀ ਗਿਆਨ, ਕੀ ਵੈਰਾਗ, ਕੀ ਮੁਕਤੀ, ਸਵਾਲ ਹੀ ਨਹੀਂ ਪੈਦਾ ਹੋਇਆ। ਮੂਰਖ ਦੇ ਸਵਾਲ ਕਿਹੜੇ ਹੁੰਦੇ ਨੇ? ਗੁਰਦੁਆਰੇ ਆ ਕੇ ਅਰਦਾਸ ਕਰਾਂਦੇ, ਮੈਨੂੰ ਤਾਂ ਪਤਾ ਲੱਗ ਜਾਂਦਾ ਹੈ। ਮੂਰਖਾਂ ਦੇ ਸਵਾਲ ਹੁੰਦੇ ਨੇ, ਮੈਨੂੰ ਨੌਕਰੀ ਕਦੋਂ ਮਿਲੇਗੀ, ਮੇਰਾ ਵਿਆਹ ਕਦੋਂ ਹੋਏਗਾ, ਮੈਨੂੰ ਵੀਜ਼ਾ ਕਦੋਂ ਮਿਲੇਗਾ, ਮੈਨੂੰ ਕਾਰ ਕਦੋਂ ਮਿਲੇਗੀ। ਉਹਦੇ ਪਦਾਰਥਾਂ ਵਾਲੇ ਸਵਾਲ ਨੇ, ਪਰਮਾਰਥ ਵਾਲਾ ਸਵਾਲ ਪੈਦਾ ਹੀ ਨਹੀਂ ਹੋਇਆ। ਮੈਂ ਕੌਣ ਆ, ਕਿੱਥੋਂ ਆਇਆ, ਮੇਰੇ ਜੀਵਨ ਦਾ ਮਕਸਦ ਕੀ ਹੈ, ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ,
ਸਵਾਲ ਹੀ ਨਹੀਂ ਪੈਦਾ ਹੋਇਆ। ਪ੍ਰਭੂ ਕੀ, ਆਤਮ ਅਨਾਤਮ, ਭਲਾ ਬੁਰਾ, ਧਰਮ ਦੀ ਦੁਨੀਆ ਦਾ ਸਵਾਲ ਨਹੀਂ ਜਿਹਦੇ ਅੰਦਰ ਪੈਦਾ ਹੋਇਆ, ਜੇ ਮੂਰਖ ਹੈ ਉਹ। ਗਿਆਨੀ ਤੇ ਮੂਰਖ 'ਚ ਸਮਾਨਤਾ ਹੈ। ਗਿਆਨੀ ਦਾ ਵੀ ਕੋਈ ਸਵਾਲ ਨਹੀਂ, ਮੂਰਖ ਦਾ ਵੀ ਕੋਈ ਸਵਾਲ ਨਹੀਂ। ਗਿਆਨੀ ਦੇ ਸਵਾਲ ਸਾਰੇ ਖਤਮ ਹੋ ਗਏ, ਮੂਰਖ ਦੇ ਅੰਦਰ ਸਵਾਲ ਪੈਦਾ ਹੀ ਨਹੀਂ ਹੋਇਆ। ਤੀਜਾ ਹੈ ਅਗਿਆਨੀ, ਜਿਹਦੇ ਸਵਾਲ ਤੇ ਬਹੁਤੇ ਨੇ ਪਰ ਉਹਦੇ ਕੋਲ ਗਿਆਨ ਨਹੀਂ ਆਇਆ, ਸਵਾਲਾਂ ਨਾਲ ਭਰਿਆ ਪਿਆ। ਕੋਈ ਮੇਰੇ ਸਵਾਲਾਂ ਦਾ ਜਵਾਬ ਦੇ ਦੇਵੇ, ਆ ਵੀ ਸਵਾਲ ਹੈ ਮੇਰਾ, ਆ ਵੀ ਸਵਾਲ ਹੈ, ਪਰ ਉਹ ਪੁੱਛਦਾ ਨਹੀਂ ਕਿਸੇ ਤੋਂ। ਉਹ ਹੰਕਾਰੀ ਹੈ, ਅਕੜੀਲਾ ਹੈ, ਇੰਨਾ ਹੰਕਾਰੀ ਕਿ ਕਿਸੇ ਨੂੰ ਪੁੱਛਾਂਗਾ ਵੀ ਇਹਦਾ ਮਤਲਬ ਕੀ ਤੇ ਉਹਨੂੰ ਪਤਾ ਚੱਲ ਜਾਏਗਾ ਮੈਨੂੰ ਪਤਾ ਨਹੀਂ ਹੈ, ਮੇਰੇ ਹੰਕਾਰ ਨੂੰ ਸੱਟ ਵੱਜੇਗੀ। ਇਸ ਕਰਕੇ ਅਗਿਆਨੀ ਕਿਸੇ ਤੋਂ ਪੁੱਛਦਾ ਨਹੀਂ ਹੈ। ਜੇ ਪੁੱਛੇਗਾ ਵੀ ਏਦਾਂ ਪੁੱਛੇਗਾ ਜਿਵੇਂ ਅਗਲੇ ਦੀ ਪ੍ਰੀਖਿਆ ਲੈ ਰਿਹਾ ਹੋਵੇ, ਵੀ ਦੱਸ ਤੈਨੂੰ ਪਤਾ ਇਹਦੇ ਬਾਰੇ। ਏਦਾਂ ਜ਼ਾਹਰ ਕਰੇਗਾ ਜਿਵੇਂ ਮੈਨੂੰ ਤੇ ਇਹਦਾ ਜਵਾਬ ਪਤਾ ਹੈ ਪਰ ਤੈਨੂੰ ਨਹੀਂ ਪਤਾ, ਮੈਂ ਤੇਰੇ ਪ੍ਰੀਖਿਆ ਲੈ ਰਿਹਾ। ਔਰ ਜਾਂ ਕਿਸੇ ਨੂੰ ਪੁੱਛਦਾ ਨਹੀਂ, ਪੁੱਛਦਾ ਤੇ ਏਦਾਂ ਪੁੱਛਦਾ ਜਿਵੇਂ ਪਰਖ ਲੈ ਰਿਹਾ ਹੋਵੇ, ਕਿਸੇ ਦੀ ਪ੍ਰੀਖਿਆ ਲੈ ਰਿਹਾ ਹੋਵੇ। ਭਾਵ ਗਿਆਨੀ ਨਹੀਂ ਹੈ ਉਹ, ਉਹਨੂੰ ਸਵਾਲਾਂ ਦੇ ਜਵਾਬ ਨਹੀਂ ਮਿਲੇ। ਮੂਰਖ ਵੀ ਨਹੀਂ ਹੈ, ਸਵਾਲ ਉਹਦੇ ਪੈਦਾ ਹੋ ਗਏ ਨੇ ਪਰ ਮੂਰਖ ਵੀ ਨਹੀਂ, ਜਵਾਬ ਮਿਲੇ ਨਹੀਂ, ਇਸ ਕਰਕੇ ਗਿਆਨੀ ਵੀ ਨਹੀਂ। ਅਗਿਆਨੀ ਹੈ, ਸਵਾਲਾਂ ਨਾਲ ਭਰਿਆ ਹੋਇਆ, ਜਵਾਬ ਕਿਤੋਂ ਉਹ ਲੈਣ ਨੂੰ ਤਿਆਰ ਨਹੀਂ ਹੈ, ਉਹਦੇ ਹੰਕਾਰ ਨੂੰ ਸੱਟ ਵੱਜਦੀ ਹੈ। ਇਸ ਕਰਕੇ ਮੈਂ ਅਕਸਰ ਕਹਿਣਾ ਹੁੰਨਾ, ਕਿਸੇ ਗਿਆਨਵਾਨ ਦੇ ਸਾਹਮਣੇ 2 ਘੜੀ ਅਗਿਆਨੀ ਬਣ ਜਾਣਾ ਠੀਕ ਹੈ, ਸਾਰੀ ਜ਼ਿੰਦਗੀ ਅਗਿਆਨੀ ਬਣੇ ਰਹਿਣ ਨਾਲੋਂ, ਸਾਰਾ ਜੀਵਨ ਅਗਿਆਨਤਾ ਵਿੱਚ ਜੀਣ ਦੇ ਨਾਲੋਂ ਕਿਸੇ ਗਿਆਨੀ ਦੇ ਸਾਹਮਣੇ ਇਹ ਮੰਨ ਲੈਣਾ ਠੀਕ ਹੈ ਕਿ ਮੈਂ ਅਗਿਆਨੀ ਹਾਂ, ਪਤਾ ਨਹੀਂ, ਤੁਸੀਂ ਦੱਸ ਦਿਓ, ਇਹ ਐਕਸੈਪਟ ਕਰ ਲੈਣਾ ਠੀਕ ਹੈ। ਕਿਸੇ ਗਿਆਨਵਾਨ ਦੇ ਸਾਹਮਣੇ 5 ਮਿੰਟ ਮੂਰਖ ਬਣ ਜਾਣਾ ਚੰਗਾ ਹੈ, ਸਾਰੀ ਜ਼ਿੰਦਗੀ ਮੂਰਖ ਬਣੇ ਰਹਿਣ ਨਾਲੋਂ। ਇਸ ਕਰਕੇ ਅਗਿਆਨੀ ਇਹ ਨਹੀਂ ਕਿ ਇਹਦੇ ਸਵਾਲ ਨਹੀਂ ਹਨ, ਉਹ ਮੂਰਖ ਨਹੀਂ ਹੈ, ਸਵਾਲ ਹਨ, ਪਰ ਉਹ ਗਿਆਨੀ ਵੀ ਨਹੀਂ ਹੈ ਕਿਉਂਕਿ ਜਵਾਬ ਮਿਲੇ ਨਹੀਂ। ਅਗਿਆਨੀ ਹੈ, ਹੰਕਾਰ ਨਾਲ ਭਰਿਆ ਹੈ। ਤੇ ਚੌਥਾ ਹੈ ਮੁਮੁਕਸ਼ੂ। ਮੁਮੁਕਸ਼ੂ ਮਾਨੇ ਮੋਕਸ਼ ਦੀ ਆਕਾਂਖਿਆ ਰੱਖਣ ਵਾਲਾ, ਸਵਾਲਾਂ ਤੋਂ ਮੁਕਤੀ ਚਾਹਣ ਵਾਲਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ ਜਗਿਆਸੂ। ਉਹ ਮੂਰਖ ਨਹੀਂ ਹੈ, ਉਹਦੇ ਕੋਲ ਸਵਾਲ ਹਨ। ਗਿਆਨੀ ਵੀ ਨਹੀਂ ਹੈ, ਜਵਾਬ ਮਿਲੇ ਨਹੀਂ, ਪਰ ਅਗਿਆਨੀ ਵੀ ਨਹੀਂ, ਵੀ ਕਿਸੇ ਤੋਂ ਪੁੱਛਦਾ ਨਹੀਂ ਹੈ। ਉਹ ਜਣੇ ਖਣੇ ਨੂੰ ਪੁੱਛੀ ਜਾਂਦਾ ਵੀ ਕੋਈ ਦੱਸ ਦੇਵੇ, ਰਸਤੇ 'ਚ ਤੁਰੇ ਜਾਂਦੇ ਲੋਕਾਂ ਨੂੰ ਪੁੱਛੀ ਜਾਂਦਾ ਕੋਈ ਦੱਸ ਦੇਵੇ, ਕੋਈ ਤੇ ਦੱਸੇ ਦਾ ਮਤਲਬ ਕੀ ਹੈ। 1000 ਲੋਕਾਂ ਤੋਂ ਪੁੱਛਦਾ ਹੈ, ਖੋਜ ਕਰਦਾ ਹੈ, ਤਾਂ ਹੀ ਗੁਰਬਾਣੀ ਨੇ ਕਿਹਾ ਖੋਜੀ ਉਪਜੈ ਬਾਦੀ ਬੰਸੈ। ਖੋਜੀ ਫਿਰ ਉਪਜਦਾ ਹੈ, ਫਿਰ ਪ੍ਰਫੁੱਲਤ ਹੁੰਦਾ ਹੈ, ਗਰੋਥ ਕਰਦਾ ਹੈ ਉਹ। ਇਸ ਕਰਕੇ ਸਿੱਖ ਨੇ ਜਗਿਆਸੂ ਬਣਨਾ ਹੈ, ਉਹਨੇ ਸਵਾਲ ਹਨ ਤੇ ਪੁੱਛਣੇ ਹਨ, ਗੁਰਬਾਣੀ ਪੜ੍ਹ ਕੇ, ਸਮਝ ਕੇ, ਵਿਚਾਰ ਕੇ, ਗਿਆਨ ਵਾਲਾਂ ਕੋਲ ਪੁੱਛ ਕੇ, ਉਹ ਹੈ ਗਿਆਨੀ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਭੱਟ ਕਲ ਸਹਾਰ ਜੀ ਗਿਆਨ ਦਾ ਦੀਪਕ ਆਖ ਰਹੇ ਨੇ। ਤੈਂ ਜਨਕੈ ਕਲਸ਼ ਦੀਪਾਇਓ, ਕਲਸ਼ ਉਹ ਕੱਚ ਦਾ ਭਾਂਡਾ ਜਿਹੜਾ ਹੁਣ ਪ੍ਰਕਾਸ਼ਿਤ ਹੋ ਗਿਆ, ਦੀਪ ਦੀ ਤਰ੍ਹਾਂ ਮਾਨੋ ਗਿਆਨ ਦਾ ਦੀਵਾ ਜਗ ਗਿਆ ਤੁਹਾਡੇ ਅੰਦਰ, ਗਿਆਨ ਹੀ ਗਿਆਨ ਨਜ਼ਰ ਆ ਰਿਹਾ ਹੈ। ਗੁਰੂ ਅਰਜੁਨ ਕਲ ਉਚਰੈ ਤੈਂ ਜਨਕੈ ਕਲਸ਼ ਦੀਪਾਇਓ, ਤੁਸੀਂ ਗਿਆਨ ਰੂਪੀ ਕਲਸ਼ ਆਪਣੇ ਹਿਰਦੇ ਦਾ ਲਿਸ਼ਕਾ ਲਿਆ ਹੈ। ਇਸ ਤੋਂ ਅੱਗੇ ਫਿਰ ਸੋਰਠੇ ਆਰੰਭ ਹੋ ਜਾਣਗੇ ਤੇ ਜਿਹਦੇ ਵਿਚਾਰ ਅਸੀਂ ਅਗਲੇ ਹਫਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਵੱਲੋਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਖਿਮਾ ਕਰ ਦੇਣੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਫਤਿਹ। ਗਿਆਨੀ ਜੀ ਬਹੁਤ ਸੋਹਣੇ ਤੁਸੀਂ ਸਮਝਾਇਆ ਚੰਗੇ ਤਰੀਕੇ ਨਾਲ। ਧੰਨਵਾਦ ਜਿਹੜੀ ਜੀ। ਸੋਢੀ ਦੀ ਗੱਲ ਕੀਤੀ ਹੈ ਤੁਸੀਂ, ਇਹ ਬਚਿੱਤਰ ਨਾਟਕ ਇੱਕ ਵਾਰੀ ਮੈਨੂੰ ਯਾਦ, ਕਈ ਵਾਰੀ ਵੈਸੇ ਦੇਖਿਆ, ਉੱਥੇ ਜਦੋਂ ਸੋਢ ਰਾਜਾ ਜਿਹੜਾ ਉਹਦੇ ਗਾਂ ਬੱਚੇ ਜਿਹੜੇ ਨੇ ਉਹਨਾਂ ਨੂੰ ਫਿਰ ਸੋਢੀ ਕਹਿਣ ਲੱਗ ਜਾਂਦੇ ਨੇ, ਇਸ ਤਰ੍ਹਾਂ ਆਉਂਦਾ ਨਾ। ਸੋ ਇਧਰਲੇ ਮੁਲਕਾਂ ਦੇ ਵਿੱਚ ਵੀ, ਪੱਛਮੀ ਮੁਲਕਾਂ ਦੇ ਵਿੱਚ ਵੀ ਜਿਹੜੇ ਕਈ ਮੁਲਕ ਨੇ, ਜਿਹੜੇ ਬੰਦੇ ਦਾ ਨਾਂ ਹੁੰਦਾ ਨਾ, ਜਿਵੇਂ ਫਰਕ ਬੰਦੇ ਨਾਲ ਜੌਨ ਆ, ਉਹਨੂੰ ਕਹਿੰਦੇ ਜੌਨਸਨ, ਉਹ ਜੌਨ ਦਾ ਜਿਹੜਾ ਪੁੱਤਰ ਬਣ ਗਿਆ ਜੌਨਸਨ, ਉਹਦੀ ਜਿਹੜੀ ਡਾਟਰ ਹੈ ਜੌਨ ਡਾਟਰ, ਇਸ ਤਰ੍ਹਾਂ ਕਰਕੇ। ਸੋ ਆਈ ਵੰਡਰ ਕਿ ਇਸ ਤਰ੍ਹਾਂ ਸ਼ਾਇਦ ਸ਼ੁਰੂਆਤ ਹੋਈ ਹੋਵੇ। ਦੂਜੀ ਗੱਲ ਇਹ ਕਿ ਮੈਨੂੰ ਇਹ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਵੀ ਗੁਰਬਾਣੀ ਦੇ ਵਿੱਚ ਜਿਹੜਾ ਕਰੰਟ ਗੁਰੂ ਗ੍ਰੰਥ ਸਾਹਿਬ ਦਾ ਰੂਪ ਹੈ, ਉਹਦੇ ਵਿੱਚ ਜਿੰਨੇ ਚੇਂਜਸ ਜਿਹੜੀਆਂ ਬੇਸਡ ਔਨ ਦਾ ਪੁਰਾਣੀਆਂ ਬੀੜਾਂ ਦੇ ਉੱਤੇ ਕੋਈ ਅਟੈਂਪਟ ਹੋ ਰਹੀ ਹੈ ਕਿ ਉਸ ਦੀ ਰਿਵਾਈਜ਼ ਕੀਤਾ ਜਾਵੇ? ਕਿਸ ਤਰ੍ਹਾਂ? ਮੈਂ ਸਮਝਿਆ ਨਹੀਂ। ਉਹ ਜਿਹੜੇ ਭੇਦ ਨੇ ਨਾ ਜੀ ਅੱਖਰਾਂ ਦੇ ਲਿਖਤ ਹੱਥ ਬੀੜਾਂ ਨਾਲੋਂ, ਉਹ ਕਹਿ ਰਹੇ ਨੇ ਉਹਦੇ ਵਾਸਤੇ ਕੋਈ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ? ਹਾਂ, 2-3 ਥਾਵਾਂ ਤੇ ਕੰਮ ਹੋ ਰਿਹਾ ਵੈ, ਔਰ ਬੜੇ ਵੱਡੇ ਪੱਧਰ ਤੇ ਹੋ ਰਿਹਾ ਹੈ। ਜਲਦੀ ਹੀ ਸਾਹਮਣੇ ਆ ਜਾਏਗਾ ਤੇ ਸ਼ੁੱਧ ਰੂਪ ਦੇ ਵਿੱਚ ਹੱਥ ਲਿਖਤ ਬੀੜ ਆਪ ਜੀ ਨੇ ਪ੍ਰਾਪਤ ਕਰਨੀ ਹੈ। ਤੇ ਸਾਡੀ ਕਲਾਸ ਦੇ ਵਿੱਚ ਸਰਦਾਰ ਥਮਿੰਦਰ ਸਿੰਘ ਜੀ ਹੈਗੇ ਨੇ,
ਉਹਨਾਂ ਨੇ ਉਹ ਬੀੜਾਂ ਪ੍ਰਿੰਟ ਵੀ ਕੀਤੀਆਂ ਨੇ ਸ਼ੁੱਧ ਰੂਪ ਵਾਲੀਆਂ, ਜਿਹੜੀਆਂ ਆਪ ਜੀ ਨੂੰ ਅਮਰੀਕਾ ਤੋਂ ਪ੍ਰਾਪਤ ਹੋ ਸਕਦੀਆਂ ਨੇ। ਤੇ ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਵੀ ਕਾਫੀ ਕਾਲਜਸ ਦੇ ਜਿਹੜੇ ਪ੍ਰੋਫੈਸਰ ਤੇ ਪ੍ਰਿੰਸੀਪਲ ਸਾਹਿਬ ਮਿਲ ਕੇ, ਤੇ ਇਹਦੇ ਤੋਂ ਇਲਾਵਾ ਇੱਕ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੱਥ ਲਿਖਤ ਸਰੂਪਾਂ ਦੇ ਉੱਪਰ ਬਕਾਇਦਾ ਖੋਜ ਕਰਕੇ ਉਹ ਸਾਰੇ ਪਾਠ ਭੇਦ ਇਕੱਠੇ ਕੀਤੇ ਹੋਏ ਨੇ, ਜਿਹਦੇ ਤੱਕ ਸ਼੍ਰੋਮਣੀ ਕਮੇਟੀ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਵੀ ਉਹ ਇਹਨਾਂ ਪਾਠ ਭੇਦਾਂ ਨੂੰ ਹੱਥ ਲਿਖਤ ਬੀੜਾਂ ਨਾਲ ਮਿਲਾ ਕੇ ਉਹ ਠੀਕ ਕਰ ਲੈਣਾ। ਇਹ ਪੂਰਾ ਹੋ ਚੁੱਕਿਆ, ਲਗਭਗ 1105 ਪੰਨੇ ਤੱਕ ਇਹ ਕੰਮ ਹੋ ਚੁੱਕਿਆ ਵੈ, ਤੇ ਉਸ ਤੋਂ ਅੱਗੇ ਜਿਹੜਾ ਕੰਮ ਉਹ ਜਾਰੀ ਹੈਗਾ ਵੈ। ਤੇ ਜਿਹਦੇ ਵਿੱਚ ਆਪਣੇ ਤਲਵਾੜਾ ਜੀ ਹੋ ਗਏ, ਬਲੰਤੀ ਜੀ ਹੋ ਗਏ, ਤੇ ਭਾਈ ਹਰਬੰਸ ਸਿੰਘ ਜੀ ਹੋ ਗਏ, ਹੋਰ 4-5 ਸੱਜਣ ਹੋਰ ਹੈਗੇ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਉੱਤੇ, ਵਿਦਵਾਨ ਸੱਜਣਾ ਨੇ, ਤੇ ਇਹ ਪਾਠ ਭੇਦਾਂ ਦੀ ਸੂਚੀ ਤਿਆਰ ਕੀਤੀ ਹੋਈ ਹੈ ਉਹਨਾਂ ਨੇ। ਤੇ 1105 ਪੰਨੇ ਤੱਕ ਕੰਮ ਹੋ ਗਿਆ, ਅੱਗੋਂ ਹੋ ਰਿਹਾ ਵੈ। ਤੇ ਜਿਹੜਾ ਕੰਪਲੀਟ ਕੰਮ ਹੋ ਚੁੱਕਿਆ ਉਹ ਸਰਦਾਰ ਥਮਿੰਦਰ ਸਿੰਘ ਜੀ ਹੋਰੀ ਉਹ ਜਿਹੜੀਆਂ ਬੀੜਾਂ ਪ੍ਰਿੰਟ ਕਰ ਰਹੇ ਨੇ, ਜਿਹੜੀਆਂ ਬਿਲਕੁਲ ਹੱਥ ਲਿਖਤ ਬੀੜਾਂ ਨਾਲ ਮਿਲਾਨ ਕਰਕੇ ਛਪਾਈਆਂ ਗਈਆਂ ਨੇ, ਤੇ ਆਪ ਜੀ ਨੂੰ ਇਹ ਅਮਰੀਕਾ ਤੋਂ ਵੀ ਪ੍ਰਾਪਤ ਹੋ ਸਕਦੀਆਂ ਨੇ। ਉਹਨਾਂ ਦੀ PDF ਤੁਸੀਂ ਲੈਣੀ ਹੈਗੀ ਹੈ ਤੇ sikhbookclub.com ਤੇ ਜਾ ਕੇ ਬਿਲਕੁਲ ਸੱਜੇ ਹੱਥ SGGS ਡਾਊਨਲੋਡ ਲਿਖਿਆ ਹੁੰਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਡਾਊਨਲੋਡ ਕਰ ਲਓ। ਉਹ ਹੱਥ ਲਿਖਤ ਬੀੜਾਂ ਦੇ ਨਾਲ ਮੇਲ ਕੀਤੀ ਹੋਈ ਬੀੜ ਦੀ PDF ਆਪ ਜੀ ਨੂੰ ਉੱਥੋਂ ਪ੍ਰਾਪਤ ਹੋ ਜਾਏਗੀ, ਤੇ ਸ਼੍ਰੋਮਣੀ ਕਮੇਟੀ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ। ਧੰਨਵਾਦ ਜੀ। ਥੈਂਕ ਯੂ। ਹਾਂਜੀ, ਸੰਗਤ ਵਿੱਚੋਂ ਹੋਰ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਪਲੀਜ਼ ਹੈਂਡ ਰੇਜ਼ ਕਰ ਲਓ ਜੀ। ਅਰਜੀਤ ਸਿੰਘ ਜੀ ਰਿਕਾਰਡਿੰਗ ਕਰ ਲਓ। ਹਾਂਜੀ, ਤੇ ਮੈਂ ਦੇਖਿਆ ਸੀ ਕਲਾਸ ਦੇ ਵਿੱਚ ਇੱਕ ਬਾਰ-ਬਾਰ ਸਵਾਲ ਆ ਰਿਹਾ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇ ਜੈ ਮਰੈ ਸਰਪ ਜੋਨ ਬਲ ਬਲ ਅਵਤਰੈ। ਮੈਂ ਇਹਦੇ ਅਰਥ, ਮੇਰੇ ਨਿੱਜੀ ਵਿਚਾਰ ਨੇ, ਮੈਂ ਇਹਦੇ ਅਰਥ ਜਿਵੇਂ ਅਰਥ ਦਿੱਤੇ ਨੇ ਐਜ਼ ਇਟ ਇਜ਼ ਉਦਾਂ ਹੀ ਕਰਦਾ ਵਾਂ, ਪਰ ਉਹਦੇ ਚ ਥੋੜਾ ਜਿਹਾ ਮੇਰਾ ਭੇਦ ਹੈਗਾ। ਉਹ ਭੇਦ ਕੀ ਹੈ? ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅੰਤਲੇ ਸਮੇਂ ਜਿਹੜਾ ਮਾਇਆ ਨੂੰ ਚੇਤੇ ਕਰੇਗਾ ਉਹ ਸੱਪ ਦੀ ਜੂਨ ਵਿੱਚ ਆ ਜਾਏਗਾ। ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇ ਜੈ ਮਰੈ ਸਰਪ ਜੋਨ ਵਾਲਾ ਉਤਰੈ। ਤੇ ਸੱਪ ਦੀ ਜੋਨ ਦੀ ਗੱਲ ਤੇ ਗੁਰਬਾਣੀ ਚ ਹੋਰ ਥਾਂ ਵੀ ਕੀਤੀ ਹੈ, ਸੰਤ ਕੇ ਦੁਖੀ ਸਰਪ ਜੋਨ ਪਾਏ, ਸੰਤ ਕੇ ਦੁਖ ਤ੍ਰਿਗਤ ਜੋਨ ਫਰਮਾਏ। ਉੱਥੇ ਸੱਪ ਦੀ ਜੋਨ ਹੁਣ ਮਾਇਆ ਵਾਲੇ ਨੂੰ ਮਿਲੇਗੀ ਜਾਂ ਸੰਤ ਦੇ ਨਿੰਦਿਆ ਕਰਨ ਵਾਲੇ ਨੂੰ ਮਿਲੇਗੀ? ਇਹ ਕਨਫਿਊਜ਼ਨ ਪੈਦਾ ਹੋ ਜਾਏਗੀ ਵੀ ਕਿਹਨੂੰ ਮਿਲੇਗੀ ਸੱਪ ਦੀ ਜੂਨ। ਤੇ ਸੱਪ ਦੀ ਜੂਨ ਬਾਰੇ ਦੱਸ ਦਿੱਤਾ ਵੀ ਮਾਇਆ ਨੂੰ ਜਿਹੜਾ ਅਖੀਰ ਤੇ ਚੇਤੇ ਕਰਾਗਾ ਸੱਪ ਦੀ ਜੂਨ ਚ ਆ ਜਾਏਗਾ, ਜਿਹੜਾ ਇਸਤਰੀ ਨੂੰ ਚੇਤੇ ਕਰੇਗਾ ਉਹ ਵੇਸਵਾ ਦੀ ਜੂਨ ਚ ਆ ਜਾਏਗਾ। ਹੁਣ ਵੇਸਵਾ ਤੇ ਕੋਈ ਜੂਨ ਨਹੀਂ ਹੈ, ਉਹ ਤਾਂ ਇਨਸਾਨੀ ਜਾਮਾ ਹੀ ਹੈ, ਤੇ ਜਨਮ ਤੋਂ ਕੋਈ ਵੇਸਵਾ ਨਹੀਂ ਹੁੰਦਾ। ਬਾਅਦ ਚ ਸਮਾਜ ਦੇ ਹਾਲਾਤ ਉਹਨੂੰ ਮਜਬੂਰ ਕਰਕੇ ਇਸ ਪਾਸੇ ਲੈ ਆਉਂਦੇ ਨੇ, ਜਾਂ ਉਹ ਆਪਣੀ ਮਰਜ਼ੀ ਨਾਲ ਇਸ ਪਾਸੇ ਜੀਵ ਆ ਜਾਂਦਾ ਵੈ। ਵੇਸਵਾ ਕੋਈ ਜੂਨ ਨਹੀਂ ਹੈ। ਜਾਂ ਅਸੀਂ ਪੜ੍ਹਦੇ ਹਾਂ ਅੰਤਕਾਲ ਜੋ ਲੜਕਾ ਸਿਮਰੈ ਐਸੀ ਚਿੰਤਾ ਮੈ ਜੈ ਮਰੈ ਸ਼ੁਕਰ ਜੋਨ ਵਾਲਾ ਉਤਰੈ। ਜਿਹੜਾ ਮਰਨ ਲੱਗਿਆ ਆਪਣੇ ਬੱਚਿਆਂ ਨੂੰ ਚੇਤੇ ਕਰੇਗਾ ਉਹ ਸੂਰ ਦੀ ਜੂਨ ਚ ਆ ਜਾਏਗਾ। ਮਰਨ ਲੱਗਿਆ ਆਪਣੇ ਮੰਦਿਰ ਨੂੰ ਚੇਤੇ ਕਰੇਗਾ, ਘਰ ਨੂੰ, ਪ੍ਰੇਤ ਦੀ ਜੂਨ ਚ ਆ ਜਾਏਗਾ। ਹੁਣ ਪ੍ਰੇਤ ਤੇ ਜੂਨ ਹੈ ਹੀ ਨਹੀਂ, ਪ੍ਰੇਤ ਦਾ ਮਤਲਬ ਜਿੱਥੇ ਜੂਨ ਹੀ ਕੋਈ ਨਹੀਂ, ਕੋਈ ਸਰੀਰ ਹੀ ਨਹੀਂ ਹੈ। ਹੁਣ ਇਹਦਾ ਕਾਰਨ ਕੀ ਸੀ? ਮੈਂ ਇਹਦਾ ਕਾਰਨ ਦੱਸ ਦਵਾਂ। ਇਹ ਕਿੱਥੋਂ ਲਈਆਂ ਗਈਆਂ ਚੀਜ਼ਾਂ ਨੇ? ਜਿਨ੍ਹਾਂ ਨੇ ਗਰੁੜ ਪੁਰਾਣ ਪੜ੍ਹਿਆ, ਉਹ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹ ਪੜ੍ਹ ਲੈਣ ਕਿਰਪਾ ਕਰਕੇ। ਇਹ ਚੀਜ਼ਾਂ ਗਰੁੜ ਪੁਰਾਣ ਦੇ ਵਿੱਚੋਂ ਆਈਆਂ, ਬ੍ਰਾਹਮਣ ਵੱਲੋਂ ਆਈਆਂ ਹੋਈਆਂ ਨੇ। ਬ੍ਰਾਹਮਣ ਨੇ ਬਕਾਇਦਾ ਉਹਨਾਂ ਜੂਨਾਂ ਦਾ ਜ਼ਿਕਰ ਕੀਤਾ। ਹੁਣ 4-5 ਜੂਨਾਂ ਤੇ ਇੱਥੇ ਦੱਸ ਦਿੱਤੀਆਂ ਵੀ ਆਹ ਕੰਮ ਕਰੋਗੇ ਸੱਪ, ਆਹ ਕੰਮ ਕਰੋਗੇ ਸੂਰ, ਆਹ ਕੰਮ ਕਰੋਗੇ ਤੇ ਤੁਸੀਂ ਪ੍ਰੇਤ ਜਾਂ ਵੇਸਵਾ ਬਣ ਜਾਓਗੇ। ਪਰ ਕਿਸੇ ਨੇ ਇਹ ਨਹੀਂ ਦੱਸਿਆ ਵੀ ਬਾਂਦਰ ਦੀ ਜੂਨ ਕਿਵੇਂ ਮਿਲਦੀ ਹੈ, ਕਿਹੜੇ ਕਰਮ ਕਰਨ ਨਾਲ ਗਧੇ ਦੀ ਜੂਨ ਮਿਲਦੀ ਹੈ, ਕਿਹੜੇ ਕਰਮ ਕਰਨ ਨਾਲ ਕੀੜਿਆਂ ਮਕੌੜਿਆਂ। ਬਾਕੀ ਜੂਨਾਂ ਕਿੱਥੇ ਗਈਆਂ? ਉਹਨਾਂ ਦੀ ਵੀ ਲਿਸਟ ਹੋਣੀ ਚਾਹੀਦੀ ਸੀ ਨਾ। ਇਹ ਸਾਰੀ ਲਿਸਟ ਲੈਣੀ ਹੈ ਤੇ ਤੁਹਾਨੂੰ ਗਰੁੜ ਪੁਰਾਣ ਪੜ੍ਹਨਾ ਪਏਗਾ। ਉਹਦੇ ਚ ਤੁਹਾਨੂੰ ਲਿਸਟ ਮਿਲ ਜਾਏਗੀ ਵੀ ਆਹ ਕੰਮ ਕਰੋਗੇ ਤੇ ਆਹ ਜੂਨ ਮਿਲੇਗੀ, ਆਹ ਕੰਮ ਕਰੋਗੇ ਆਹ ਜੂਨ ਮਿਲੇ। ਹਾਂ, ਜੇ ਤੁਸੀਂ ਅਖੀਰ ਤੇ ਰੱਬ ਨੂੰ ਚੇਤੇ ਕਰੋਗੇ ਰੱਬ ਦਾ ਰੂਪ ਹੋ ਜਾਓਗੇ, ਮਰਨ ਤੋਂ ਬਾਅਦ ਮੁਕਤੀ ਮਿਲ ਜਾਏਗੀ। ਇੱਥੇ ਯਾਦ ਰੱਖਿਓ, ਮਰਨ ਤੋਂ ਬਾਅਦ ਦੀ ਮੁਕਤੀ ਦੀ ਗੁਰਮਤ ਗੱਲ ਹੀ ਨਹੀਂ ਕਰਦੀ। ਮਰਨ ਤੋਂ ਬਾਅਦ ਬੇੜੀ ਕਹੇ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਕਿਸੇ ਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਦੀ। ਬਕਾਇਦਾ ਇੱਥੇ ਭਗਤ ਤਰਲੋਚਨ ਜੀ ਨੇ ਬ੍ਰਾਹਮਣੀ ਮਤ ਦਾ ਜ਼ਿਕਰ ਕੀਤਾ ਇਹਨਾਂ ਸਾਰਿਆਂ ਬੰਦਾਂ ਦੇ ਵਿੱਚ, ਸਾਰਿਆਂ ਪਦਿਆਂ ਦੇ ਵਿੱਚ, ਕਿ ਇਹ ਗੱਲ ਪ੍ਰਚਲਿਤ ਹੈ ਬਨਾਰਸ ਦੇ ਵਿੱਚ, ਇਹ ਗੱਲ ਪ੍ਰਚਲਿਤ ਹੈ ਹਿੰਦੂ ਮਤ ਦੇ ਵਿੱਚ, ਇਹ ਗੱਲ ਪ੍ਰਚਲਿਤ ਹੈ ਵਿਪਰਵਾਦ ਦੇ ਵਿੱਚ, ਕਿ ਜਿਹੜਾ ਮਰਨ ਲੱਗਿਆ ਮਾਇਆ ਨੂੰ ਚੇਤੇ ਕਰੇਗਾ ਉਹ ਸੱਪ ਬਣ ਜਾਏਗਾ। ਜਿਹੜਾ ਮਰਨ ਲੱਗਿਆ ਜਨਾਨੀ ਨੂੰ ਚੇਤੇ ਕਰੇਗਾ ਉਹ ਬੇਸਵਾ ਦੀ ਜੂਨ ਚ ਆ ਜਾਏਗਾ। ਮਰਨ ਲੱਗਿਆ ਘਰ ਚੇਤੇ ਕਰੇਗਾ ਤੇ ਉਹ ਪ੍ਰੇਤ ਦੀ ਜੂਨ ਚ ਆ ਜਾਏਗਾ। ਮਰਨ ਲੱਗਿਆ ਰੱਬ ਚੇਤੇ ਆ ਜਾਏਗਾ, ਉਹ ਮੁਕਤ ਹੋ ਜਾਏਗਾ। ਇਹ ਉਹਨਾਂ ਦਾ ਮਤ ਦਿੱਤਾ ਭਗਤ ਤਰਲੋਚਨ ਜੀ ਨੇ।
ਸਾਡਾ ਮਤ ਕਿਹੜਾ ਵੈ? ਯਾਦ ਰੱਖਿਓ, ਗੁਰਮਤ ਦਾ ਮਤ ਲੈਣ ਵਾਸਤੇ ਸਾਨੂੰ ਰਹਾਓ ਦਾ ਬੰਦ ਦੇਖਣਾ ਪਏਗਾ। ਰਹਾਓ ਦਾ ਬੰਦ ਜਿਹੜਾ ਸਾਡਾ ਸ਼ਬਦ ਦਾ ਸਾਰ ਹੈ। ਭਗਤ ਤ੍ਰਿਲੋਚਨ ਜੀ ਰਹਾਓ ਦੇ ਬੰਦ ਚ ਆਖਦੇ ਨੇ ਵੀ ਸਾਡਾ ਮਤ ਪਤਾ ਕੀ ਹੈ? ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਤੇ ਮੇਰੀ ਜਿੰਦੇ ਤੂੰ ਰੱਬ ਦਾ ਨਾਮ ਭੁੱਲੇ ਹੀ ਨਾ। ਜੇ ਅਖੀਰਲੇ ਸਮੇਂ ਨਾਰਾਇਣ ਕਹਿਣ ਨਾਲ ਮੁਕਤੀ ਮਿਲ ਜਾਣੀ ਹੈ, ਫਿਰ ਰੋਜ਼ਾਨਾ ਨਿਤਨੇਮ ਕਰਨ ਦੀ ਕੀ ਲੋੜ ਹੈ? ਸ਼ਬਦ ਦੇ ਵਿਚਾਰ ਦੀ ਕੀ ਲੋੜ ਹੈ? ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈ। ਏਡੇ ਵੱਡੇ ਅਡੰਬਰ ਕਰਨ ਦੀ ਲੋੜ ਹੀ ਨਹੀਂ ਹੈ। ਸਾਰੀ ਜ਼ਿੰਦਗੀ ਝੂਠ ਬੋਲੋ, ਬੇਈਮਾਨੀਆਂ ਕਰੋ, ਰਿਸ਼ਵਤ ਲਓ, ਠੱਗੀਆਂ ਠੋਰੀਆਂ ਕਰੋ, ਸਾਰੀ ਜ਼ਿੰਦਗੀ ਪਾਪ ਕਰੋ, ਕ੍ਰੋਧ ਕਰੋ, ਕਤਲ ਕਰੋ, ਅਖੀਰਲੇ ਸਮੇਂ ਕਹਿ ਦਿਓ ਨਾਰਾਇਣ ਮੁਕਤ। ਏਡੇ ਅਡੰਬਰ ਦੀ ਲੋੜ ਨਹੀਂ। ਫਿਰ ਇਹ ਉਹਨਾਂ ਦੀ ਗੱਲ ਕੀਤੀ ਭਗਤ ਤ੍ਰਿਲੋਚਨ ਜੀ ਨੇ 50 ਬੰਦਾਂ ਦੇ ਵਿੱਚ, ਕਿ ਇਹ ਲੋਕ ਆਖਦੇ ਨੇ ਵੀ ਅਖੀਰਲੇ ਸਮੇਂ ਮਾਇਆ ਚੇਤੇ ਕਰੋਗੇ ਤੇ ਸਭ ਬਣ ਜਾਓਗੇ, ਰੱਬ ਚੇਤੇ ਕਰ ਲਓਗੇ ਤੇ ਮੁਕਤ ਹੋ ਜਾਓਗੇ। ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਨਹੀਂ ਹੈ। ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਸਾਡਾ ਮਤ ਪਤਾ ਕੀ ਹੈ? ਹੋਸ਼ ਸੰਭਾਲਣ ਤੋਂ ਹੀ ਰੱਬ ਕਦੀ ਭੁੱਲੇ ਹੀ ਨਾ। ਇੱਥੇ ਤੇ ਗੁਰੂ ਮਾਂ ਇਹ ਅਸੀਸ ਦਿੰਦੀ ਹੈ, ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ। ਇਹ ਹੈ ਮਾਂ ਦੀ ਗੁਰੂ ਦੀ ਅਸੀਸ, ਪੁੱਤਰ ਤੈਨੂੰ ਰੱਬ ਕਦੀ ਭੁੱਲੇ ਹੀ ਨਾ, ਨਿਮਖ ਨਾ ਬਿਸਰੋ, ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਦਾ ਹੀ ਰੱਬ ਨਾਲ ਜੁੜੇ ਰਹੋ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ, ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ। ਹੋਸ਼ ਸੰਭਾਲਦਿਆਂ ਸੋਹਣੀ ਉਮਰ ਚ ਜਿਹੜੇ ਜੁੜ ਜਾਂਦੇ ਨੇ ਉਹ ਵਿਰਲੇ ਹੁੰਦੇ ਨੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਪਣ ਵਾਲੇ ਭਗਤ ਕਬੀਰ ਫਰੀਦ ਤੇ ਬਹੁਤ ਨੇ। ਧਰੂ ਪ੍ਰਹਲਾਦ ਤਾਂ ਕਿਹਾ ਜਿਵੇਂ 5 ਸਾਲ 6 ਸਾਲ ਦੀ ਉਮਰ ਚ ਉਹ ਜੁੜ ਗਏ ਪ੍ਰਭੂ ਨਾਲ, ਤੁਸੀਂ ਵੀ ਹੋਸ਼ ਸੰਭਾਲਦਿਆਂ ਪ੍ਰਭੂ ਨਾਲ ਜੁੜ ਜਾਇਓ। ਸਾਥ ਸਾਥ ਸਿਮਰੋ ਗੋਬਿੰਦ। ਇਹਨੇ ਵੀ ਅੰਤਕਾਲ, ਅਖੀਰਲੇ ਸਮੇਂ, ਅੰਤਕਾਲ ਦਾ ਮਤਲਬ ਅਖੀਰ ਸਮਾਂ ਹੀ ਹੈ ਇੱਥੇ ਅਰਥ। ਅੰਤਕਾਲ ਮੈਨੇ ਮਰਨ ਲੱਗਿਆ, ਅਖੀਰਲੇ ਸਮੇਂ ਜੋ ਲక్ష్ਮੀ ਸਿਮਰੈ, ਜੋ ਇਸਤਰੀ ਸਿਮਰੈ, ਮਰਨ ਲੱਗਿਆ ਜਿਹੜਾ ਇਹਨਾਂ ਨੂੰ ਚੇਤੇ ਕਰੇਗਾ, ਇਸ ਜੂਨ ਚ ਜਾਏਗਾ, ਉਹ ਅਰਥ ਬਿਲਕੁਲ ਠੀਕ ਨੇ। ਪਰ ਰਹਾਓ ਦਾ ਬੰਦ ਸਾਡਾ ਸਿਧਾਂਤ ਹੈਗਾ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਕਦੀ ਭੁੱਲੇ ਹੀ ਨਾ, ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਨ। ਇੱਥੇ ਤੇ ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ। ਦਿਨ ਦੀ ਗਾਵੋ, ਰੈਣੀ ਗਾਵੋ, ਗਾਵੋ ਸਾਥ ਸਾਥ ਸਸਨਾਰੀ। ਦਿਨ ਰਾਤੀ ਅਰਾਧੋ ਪਿਆਰੋ, ਨਿਮਕ ਨਾ ਕੀਜੈ ਢੀਲਾ। ਊਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਪੀਏ ਸਤਕਾਮ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹਰ ਜਪਦਿਆਂ ਖਿਨ ਢਿੱਲ ਨਾ ਕੀਚੇ ਮੇਰੀ ਜਿੰਦੁੜੀਏ। ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ। ਕਹਾਂ ਬਿਸਾਸਾ ਦੇ ਕਾ ਬਿਲਮ ਨਾ ਕਰਿਓ ਮੀਤ। ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ। ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਗੁਰਮਤਿ ਦਾ ਸਿਧਾਂਤ ਹੈ ਸਵਾਸ ਸਵਾਸ ਰੱਬ ਦੀ ਆ, ਮਰਨ ਲੱਗਿਆ ਨਹੀਂ। ਸਨਾਤਨ ਮਤ ਵਿੱਚ ਆਖਦੇ ਨੇ ਮਰਨ ਲੱਗਿਆ ਜੇ ਤੁਸੀਂ ਏਦਾਂ ਕਰ ਲਓਗੇ ਤੇ ਏਦਾਂ ਹੋ ਜਾਏਗਾ। ਅਸੀਂ ਜਦੋਂ ਭਗਤ ਕਬੀਰ ਜੀ ਦੇ ਵੀ ਇਹ ਬਚਨ ਪੜ੍ਹਦੇ ਹਾਂ ਗੁਰਬਾਣੀ ਚ, ਸਾਨੂੰ ਬੜੀ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ। ਉਹ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਭਗਤ ਕਬੀਰ ਜੀ ਦਾ, ਜਿਉ ਜਲ ਛੋਟ ਬਾਹਰ ਪਿਓ ਮੀਨਾ। ਪੂਰਵ ਜਨਮ ਹੋ ਤਪ ਕਾ ਹੀਨਾ। ਅਬ ਕੋ ਰਾਮ ਕਵਨ ਕਤ ਮੋਰੀ। ਤਜਿਲੇ ਬਦਾਰਸ ਮਤ ਵੀ ਥੋਰੀ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਰ ਉਠਾਇਆ। ਦੇਖੋ ਕਬੀਰ ਸਾਰਾ ਜੀਵਨ ਤੇ ਬਨਾਰਸ ਵਿੱਚ ਰਿਹਾ, ਮਰਨ ਲੱਗਿਆ ਮਗਰ ਦੀ ਧਰਤੀ ਤੇ ਆ ਗਿਆ। ਬਹੁਤ ਬਰਸ ਤਪ ਕੀਆ ਕਾਂਸੀ, ਮਨ ਪਿਆ ਮਗਰ ਕੀ ਵਾਸੀ। ਭਗਤ ਕਬੀਰ ਜੀ ਕਹਿਣ ਲੱਗੇ ਵੀ ਮੇਰੇ ਲਈ ਤਾਂ ਦੋਨੋਂ ਬਰਾਬਰ ਨੇ, ਕਾਸ਼ੀ ਮਗਰ ਸਮ ਵਿਚਾਰੀ। ਪੁੱਛੀ ਭਗਤ ਕੈਸੇ ਉਤਰ ਸਵਾਰੀ। ਇਹ ਨਹੀਂ ਕਿ ਮੈਂ ਧਰਮੀ ਹੋਵਾਂ ਤੇ ਮਗਰ ਦੀ ਧਰਤੀ ਤੇ ਜਾ ਕੇ ਮਰਾਂ ਤੇ ਨਰਕ ਚ ਜਾਵਾਂਗਾ, ਤੇ ਜੇ ਮੈਂ ਧਰਮੀ ਨਾ ਹੋਵਾਂ, ਪਾਪੀ ਹੋਵਾਂ ਤੇ ਕਾਸ਼ੀ ਦੀ ਧਰਤੀ ਤੇ ਜਾ ਕੇ ਮੈਂ ਮਰਾਂ ਅੰਤਕਾਲ ਦੇ ਵਿੱਚ ਤੇ ਮੈਂ ਸਵਰਗ ਚਲਾਂਗਾ। ਇਸ ਤਰ੍ਹਾਂ ਨਹੀਂ ਹੈ ਸਾਡੇ ਦੇ ਵਿੱਚ, ਬਲਕਿ ਬੜਾ ਸਪਸ਼ਟ ਕਿਹਾ, ਤੋਰੇ ਭਰੋਸੇ ਮਗਰ ਫਸਿਓ ਮੇਰੇ ਤਨ ਕੀ ਤਪਤ ਬੁਝਾਈ। ਪਹਿਲੇ ਦਰਸ਼ਨ ਮਗਰ ਪਾਇਓ ਫਿਰ ਕਾਂਸੀ ਬਸ਼ੇ ਆਈ। ਜੈਸਾ ਮਗਰ ਤੈਸੀ ਕਾਂਸ਼ੀ ਹਮ ਏਕ ਕਰ ਜਾਨੀ। ਹਮ ਨਿਰਦਨ ਜੋ ਇਹ ਤਨ ਪਾਇਆ ਮਰਤੇ ਫੂਟ ਗੁਮਾਨੀ। ਮਤਲਬ ਕੀ ਹੈਗਾ ਕਿ ਇਹ ਨਹੀਂ ਕਿ ਮੈਂ ਸਾਰੀ ਜ਼ਿੰਦਗੀ ਬਨਾਰਸ ਰਿਹਾ, ਮਰਨ ਲੱਗਿਆ ਮਗਰ ਆ ਗਿਆ ਤੇ ਹੁਣ ਮਰ ਕੇ ਖੋਤੇ ਦੀ ਜੂਨ ਚਾਹਾਂਗਾ। ਇਹ ਤੇ ਬੜੀ ਬੇਇਨਸਾਫੀ ਹੈ। ਸਾਰੀ ਜ਼ਿੰਦਗੀ ਧਰਮ ਕਰਮ ਕਮਾਇਆ, ਅਖੀਲੇ ਜਨਮ ਮਗਰ ਤੇ ਮਰਿਆ ਤੇ ਨਰਕ। ਨਹੀਂ, ਇਸ ਤਰ੍ਹਾਂ ਨਹੀਂ ਹੈ ਕਿ ਜਿਹੜਾ ਸਾਰੀ ਜ਼ਿੰਦਗੀ ਪਾਪ ਕਰਦਾ ਹੋਵੇ ਅਖੀਰ ਤੇ ਬਨਾਰਸ ਵਿੱਚ ਆ ਕੇ ਮਰ ਜਾਏ ਤੇ ਸਿੱਧਾ ਸਵਰਗ। ਬੜੀ ਬੇਇਨਸਾਫੀ ਰੱਬ ਵੱਲੋਂ। ਸਾਰੀ ਜ਼ਿੰਦਗੀ ਪਾਪ ਕੀਤੇ ਹੁਣ ਮਰਨ ਲੱਗਿਆ ਨਾਰਾਇਣ ਕਹਿ ਲਵੇ ਤੇ ਮੁਕਤ ਹੋ ਜਾਏ, ਬੜੀ ਬੇਇਨਸਾਫੀ ਹੈ। ਜ਼ਿੰਦਗੀ ਭਰ ਦੀ ਭਜਨ ਬੰਦਗੀ ਸੱਚ ਇਮਾਨਦਾਰੀ ਨੇਕ ਨੀਤੀ ਕਿੱਥੇ ਜਾਏਗੀ। ਤੇ ਜੇ ਮਰਨ ਲੱਗਿਆ ਰੱਬ ਦਾ ਨਾਮ ਲਿਆ ਮੁਕਤੀ ਹੁੰਦੀ ਹੈ, ਫਿਰ ਸਾਰਾ ਜੀਵਨ ਸੱਚ ਬੋਲਣ ਦੀ ਲੋੜ ਕੀ ਹੈ, ਇਮਾਨਦਾਰੀ ਦੀ ਲੋੜ ਕੀ। ਧਰਮ ਦਾ ਮਤਲਬ ਇਹ ਨਹੀਂ ਕਿ ਮਰਨ ਲੱਗਿਆ ਸੱਚ ਬੋਲਣਾ ਸ਼ੁਰੂ ਕਰ ਦਿਓ, ਮਰਨ ਲੱਗਿਆ ਇਮਾਨਦਾਰੀ। ਜਿੰਨਾ ਚਿਰ ਜਿਉਂਦੇ ਜੀ ਦੁਕਾਨਦਾਰੀ ਕੀਤੀ, ਇਮਾਨਦਾਰੀ ਦੀ ਉੱਥੇ ਲੋੜ ਸੀ, ਉੱਥੇ ਪਰਾਇਆ ਹੱਕ ਨਹੀਂ ਸੀ ਮਾਰਨਾ। ਇਹ ਨਹੀਂ ਵੀ ਜੇ ਦੁਕਾਨਦਾਰੀ ਛੁੱਟ ਗਈ, ਰਿਟਾਇਰਮੈਂਟ ਮਿਲ ਗਈ
ਹੁਣ ਮਰਨ ਲੱਗਿਆ ਜੀ ਮੈਂ ਬੜਾ ਇਮਾਨਦਾਰ ਹੋ ਗਿਆ, ਤੇ ਧੋਖੇਸ਼ਾਹੀ ਹੈ, ਇਹ ਤੇ ਬੇਈਮਾਨੀ ਹੈ, ਇਹ ਤੇ ਬੇਇਨਸਾਫੀ। ਇਸ ਕਰਕੇ ਭਗਤ ਜੀ ਨੇ ਆਪਣਾ ਜਿਹੜਾ ਮਤ ਹੈ ਨਾ ਰਹਾਓ ਦੇ ਬੰਦ ਵਿੱਚ ਦਿੱਤਾ ਹੈ। ਸਾਡਾ ਮਤ ਕੀ ਕਹਿੰਦਾ ਹੈ? ਅਰੀ ਭਾਈ ਗੋਬਿੰਦ ਨਾਮ ਮਤ ਬਿਸਰੈ। ਹੈ ਮੇਰੀ ਜੰਦੇ, ਤੈਨੂੰ ਰੱਬ ਦਾ ਨਾਮ ਕਦੀ ਭੁੱਲਣਾ ਹੀ ਨਹੀਂ ਚਾਹੀਦਾ, ਹਰ ਵਕਤ ਉਹਦੀ ਯਾਦ ਵਿੱਚ ਜੁੜੀ ਰਹਿ। ਇਹ ਨਾ ਸੋਚੀ ਮਰਨ ਲੱਗਿਆ ਰੱਬ ਚੇਤੇ ਆ ਜਾਏਗਾ ਤੇ ਮੁਕਤ ਹੋ ਜਾਵਾਂਗੀ, ਨਹੀਂ, ਅੱਜ ਹੀ ਹਰ ਪਲ ਰੱਬ ਦੀ ਯਾਦ ਤੇਰੀ ਬਣੀ ਰਹੇ। ਗੁਰਮਤਿ ਸਵਾਸ ਸਵਾਸ ਰੱਬੀ ਯਾਦ ਦੀ ਗੱਲ ਹੈਗੀ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਵੀਰ ਹਰਜੀਤ ਸਿੰਘ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।